ਹੈਲੋ ਗਾਇਸ ਵੈਲਕਮ ਟੂ ਇਕਨੋਮਿਕ ਕਲਾਸ। ਬੱਚੇ ਅੱਜ ਇੱਕ ਲਾਸਟ ਸੈਸ਼ਨ ਹੋਰ ਲਵਾਂਗੇ ਆਪਾਂ ਇਕਨੋਮਿਕਸ ਦਾ, ਠੀਕ ਹੈ। ਤਾਂ ਇਸ ਲਾਸਟ ਸੈਸ਼ਨ ਦੇ ਵਿੱਚ ਕੁਝ ਮਿਸਲੇਨੀਅਸ ਟੌਪਿਕਸ ਕਵਰ ਕਰਾਂਗੇ ਔਰ ਇਹ ਟੌਪਿਕਸ ਵੀ ਆਪਾਂ ਕਿਵੇਂ ਕਵਰ ਕਰਾਂਗੇ ਥਰੂ ਐਮਸੀਕਿਊਜ਼, ਠੀਕ ਹੈ। ਨਾਲੇ ਤਾਂ ਆਪਣੇ ਐਮਸੀਕਿਊ ਸੋਲਵ ਕਰ ਲਾਂਗੇ ਆਪਾਂ ਕੁਝ, ਨਾਲੇ ਜਿਹੜੇ ਟੌਪਿਕਸ ਆਪਾਂ ਹੁਣ ਤੱਕ ਨਹੀਂ ਪੜ੍ਹੇ ਉਹ ਆਪਣੇ ਕਵਰ ਹੋ ਜਾਣਗੇ, ਠੀਕ ਹੈ। ਤਾਂ ਥਰੂ ਐਮਸੀਕਿਊਜ਼ ਆਪਾਂ ਨੇ ਇਹ ਟੌਪਿਕਸ ਕਵਰ ਕਰਾਂਗੇ। ਤਾਂ ਐਮਸੀਕਿਊ ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹੀ ਇੱਕ ਇਨਫੋਰਮੇਸ਼ਨ ਆਪਾਂ ਸ਼ੇਅਰ ਲੈ ਵੀ ਲਈਏ, ਠੀਕ ਹੈ। ਤਾਂ ਆਪਾਂ ਕੋਈ ਬੇਸਿਕਲੀ ਥੀਰੀਜ਼ ਪੜ੍ਹਦੇ ਹਾਂ ਬੱਚੇ, ਕੋਈ ਕਮਿਊਨਿਜ਼ਮ ਦਾ, ਕੈਪੀਟਲਿਜ਼ਮ ਦਾ, ਸੋਸ਼ਲਿਜ਼ਮ ਦਾ। ਤੁਸੀਂ ਨਾਮ ਬਖੂਬੀ ਸੁਣੇ ਹੋਣੇ ਹੈ ਨਾ, ਸਾਰਿਆਂ ਨੇ ਸੁਣੇ ਹੁੰਦੇ ਨਾਮ, ਬਟ ਐਕਚੁਅਲੀ ਹੈ ਕੀ ਚੀਜ਼ ਹੈ, ਥੋੜ੍ਹਾ ਜਿਹਾ ਉਹਦੇ ਬਾਰੇ ਡਿਸਕਸ ਕਰ ਲੈਂਦੇ ਆਪਾਂ। ਦੇਖੋ ਆਪਾਂ ਨੂੰ ਕੋਲਡ ਵਾਰ ਬਾਰੇ ਪਤਾ, ਠੀਕ ਹੈ ਨਾ, ਸ਼ੀਤ ਯੁੱਧ ਆਪਾਂ ਕਹਿ ਦਿੰਦੇ ਨੇ ਕੋਲਡ ਵਾਰ। ਤਾਂ ਅਮਰੀਕਾ USA ਵਰਸਸ USSR, ਠੀਕ ਹੈ। ਰਸ਼ੀਆ ਕਹਿ ਸਕਦੇ ਆਪਾਂ। ਅਮਰੀਕਾ ਅਤੇ ਰਸ਼ੀਆ ਦੇ ਵਿੱਚ ਕੋਲਡ ਵਾਰ ਚੱਲਦਾ ਰਹਿੰਦਾ ਸੀਗਾ, ਠੀਕ ਹੈ। ਤਾਂ ਬੇਸਿਕਲੀ ਇਹ ਜਿਹੜੀ ਕੋਲਡ ਵਾਰ ਸੀ ਇਹ ਆਈਡੀਓਲੋਜੀਕਲ ਵਾਰ ਸੀਗੀ ਇੱਕ ਤਰ੍ਹਾਂ ਦੀ, ਠੀਕ ਹੈ। ਆਈਡੀਓਲੋਜੀ ਦੀ ਵਾਰ ਸੀਗੀ। ਜਿਹੜੇ ਤਾਂ USSR ਸੀ ਰਾਜੇ ਉਹ ਇੱਕ ਕਮਿਊਨਿਸਟ ਕੰਟਰੀ ਸੀਗਾ। ਜਿਹੜਾ ਅਮਰੀਕਾ ਸੀ ਉਹ ਇੱਕ ਕੈਪੀਟਲਿਸਟ ਕੰਟਰੀ ਹੈ, ਮਤਲਬ ਹੈਗਾ ਵੀ ਹੈ, ਠੀਕ ਹੈ। ਰਸ਼ੀਆ ਇੱਕ ਕਮਿਊਨਿਸਟ ਕੰਟਰੀ ਹੈ ਔਰ ਅਮਰੀਕਾ ਇੱਕ ਕੈਪੀਟਲਿਸਟ ਕੰਟਰੀ ਕਹਿ ਸਕਦੇ ਆਪਾਂ। ਤਾਂ ਇਹ ਜਿਹੜੀ ਆਈਡੀਓਲੋਜੀ ਦੀ ਵਿਚਾਰਧਾਰਾ ਦੀ ਜਿਹੜੀ ਜੰਗ ਹੈਗੀ ਹੈ, ਠੀਕ ਹੈ, ਉਹਨੂੰ ਆਪਾਂ ਕੋਲਡ ਵਾਰ ਕਹਿ ਦਿੰਦੇ ਸੀਗੇ। ਹੁਣ ਇਹ ਵਿਚਾਰਧਾਰਾ ਦੀ ਜੰਗ ਹੈ ਤਾਂ ਮਤਲਬ ਇਹਨਾਂ ਵਿਚਾਰਧਾਰਾ ਦੇ ਵਿੱਚ ਕੁਝ ਫਰਕ ਵੀ ਹੈਗਾ, ਠੀਕ ਹੈ। ਇਹ ਕੁਝ ਹੋਰ ਸੋਚਦੇ ਨੇ, ਇਹ ਕੁਝ ਹੋਰ ਸੋਚਦੇ ਨੇ, ਠੀਕ ਹੈ। ਤਾਂ ਹੁਣ ਇਹ ਬੇਸਿਕਲੀ ਵਿਚਾਰਧਾਰਾ ਦਾ ਕੀ ਫਰਕ ਹੈ ਉਹ ਆਪਾਂ ਦੇਖਦੇ ਹਾਂ। ਔਰ ਇਹ ਵਿਚਾਰਧਾਰਾ ਜਿਹੜੀ ਆਈਡੀਓਲੋਜੀ ਹੈ ਬੇਸਿਕਲੀ ਇਕਨੋਮਿਕ ਆਈਡੀਓਲੋਜੀ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਬਟ ਹਾਂ ਉਹਦੇ ਜਿਹੜੇ ਮੈਨੀਫੈਸਟੇਸ਼ਨਸ ਨਹੀਂ ਹੈ, ਸਿਰਫ ਇਕਨੋਮਿਕ ਨਹੀਂ, ਪੋਲੀਟੀਕਲ, ਕਲਚਰਲ, ਹਰ ਐਸਪੈਕਟ ਦੇ ਉੱਪਰ ਨੇਗੀਆਂ, ਠੀਕ ਹੈ। ਬਟ ਆਪਾਂ ਦੇਖ ਸਕਦੇ ਹਾਂ ਜੋ ਇੱਕ ਫਾਊਂਡੇਸ਼ਨ ਹੈਗਾ ਬੇਸਿਕ, ਉਹ ਡਿਫਰੈਂਸ ਇਕਨੋਮੀ ਦੇ ਵਿੱਚੋਂ ਹੀ ਆਊਗਾ, ਠੀਕ ਹੈ। ਵੀ ਕੀ ਇਸ ਆਈਡੀਓਲੋਜੀ ਦੇ ਵਿੱਚ ਕੀ ਫਰਕ ਹੈਗਾ, ਠੀਕ ਹੈ। ਕੀ ਆਪਣੀ ਇਕਨੋਮੀ ਨੂੰ ਉਹ ਕਿਵੇਂ ਦੇਖਦੇ ਨੇ ਦੋਨੋਂ ਦੇਸ਼। ਜੇ ਆਪਾਂ ਗੱਲ ਕਰੀਏ ਕਿਸੇ ਕਮਿਊਨਿਸਟ ਕੰਟਰੀ ਦੀ ਜਾਂ ਕਮਿਊਨਿਜ਼ਮ ਦੀ ਗੱਲ ਕਰੀਏ ਆਪਾਂ ਬੇਸਿਕਲੀ, ਹੁਣ ਆਪਾਂ ਕੰਟਰੀ ਦੀ ਗੱਲ ਨਹੀਂ ਕਰਾਂਗੇ, ਆਪਾਂ ਇਸ ਆਈਡੀਓਲੋਜੀ ਦੀ ਗੱਲ ਕਰਾਂਗੇ ਵੀ ਕੀ ਕਹਿੰਦੀ ਹੈ ਇਹ ਆਈਡੀਓਲੋਜੀ। ਤਾਂ ਇਹ ਆਈਡੀਓਲੋਜੀ ਕਹਿੰਦੀ ਹੈ ਰਾਜੇ ਕਿ ਜਿਹੜੀ ਵੀ ਕੰਪਨੀਜ਼ ਨੇਗੀਆਂ, ਵੱਡੀਆਂ ਵੱਡੀਆਂ ਕੰਪਨੀਜ਼ ਨੇਗੀਆਂ, ਉਹ ਕਿਸੇ ਪ੍ਰਾਈਵੇਟ ਬੰਦੇ ਦੇ ਓਨਰਸ਼ਿਪ ਦੇ ਅੰਡਰ ਨਹੀਂ ਹੋਣੀਆਂ ਚਾਹੀਦੀਆਂ। ਜਿਵੇਂ ਆਪਾਂ ਗੱਲ ਕਰਦੇ ਹਾਂ ਆਪਣੀ ਇੱਕ ਗੇਲ ਇੰਡੀਆ ਹੈਗੀ ਹੈ, ਠੀਕ ਹੈ, ਆਪਣਾ ਸੇਲ ਹੈਗੀ ਹੈ, ਇਹ ਸਾਰੀਆਂ ਆਪਣੀ ਸਰਕਾਰੀ ਕੰਪਨੀਆਂ ਨੇਗੀਆਂ ਵੱਡੀਆਂ ਵੱਡੀਆਂ। ਤਾਂ ਇਹ ਜਿਹੜੀ ਕਮਿਊਨਿਜ਼ਮ ਹੈਗੀ ਆਈਡੀਓਲੋਜੀ, ਇਹ ਕਹਿੰਦੀ ਹੈ ਵੀ ਇਹ ਵੱਡੀਆਂ ਵੱਡੀਆਂ ਕੰਪਨੀਆਂ ਦੀ ਸਰਕਾਰੀ ਓਨਰਸ਼ਿਪ ਹੋਣੀ ਚਾਹੀਦੀ ਹੈ, ਨਾ ਕਿ ਪ੍ਰਾਈਵੇਟ, ਠੀਕ ਹੈ। ਤਾਂ ਮਤਲਬ ਇਹ ਵੀ ਇੱਕ ਤਰ੍ਹਾਂ ਦੀ ਆਪਣੀ ਮਤਲਬ ਕਮਿਊਨਿਸਟ ਵਾਲੀ ਚੀਜ਼ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਜੇ ਸਰਕਾਰੀ ਕੰਪਨੀਆਂ ਸਾਰੀਆਂ ਬਲਕਿ ਕੋਈ ਇੱਦਾਂ ਨਹੀਂ ਕੋਈ ਛੋਟੀ ਮੋਟੀ ਹੋਰ, ਸਾਰੀਆਂ ਕੰਪਨੀਜ਼ ਦੀ ਓਨਰਸ਼ਿਪ ਸਿਰਫ ਔਰ ਸਿਰਫ ਸਰਕਾਰ ਦੀ ਹੋਊਗੀ। ਯਾਨੀ ਕਿ ਕੋਈ ਵੀ ਪ੍ਰਾਈਵੇਟ ਬੰਦੇ ਓਨਰਸ਼ਿਪ ਨਹੀਂ ਹੋਊਗੀ, ਨਾ ਹੀ ਕਿਸੇ ਕੰਪਨੀ ਦੀ, ਨਾ ਹੀ ਕਿਸੇ ਲੈਂਡ ਦੀ, ਕੋਈ ਵੀ ਪ੍ਰਾਈਵੇਟ ਓਨਰਸ਼ਿਪ ਨਹੀਂ ਹੋਊਗੀ, ਠੀਕ ਹੈ। ਸਾਰੇ ਲੀਜ਼ 'ਤੇ ਰਹਿ ਰਹੇ ਹੋਣਗੇ, ਲੀਜ਼ 'ਤੇ ਕੰਮ ਕਰ ਰਹੇ ਹੋਣਗੇ, ਠੀਕ ਹੈ। ਸਾਰੀ ਓਨਰਸ਼ਿਪ ਜਿਹੜੀ ਆ ਉਹ ਸਰਕਾਰ ਦੀ ਹੈ। ਇਹ ਸਭ ਤੋਂ ਵੱਡਾ ਇੱਕ ਮੂਲ ਜਿਹੜਾ ਬੇਸ ਹੈਗਾ ਇਸ ਆਈਡੀਓਲੋਜੀ ਦਾ, ਠੀਕ ਹੈ, ਵੀ ਕੋਈ ਪ੍ਰਾਈਵੇਟ ਓਨਰਸ਼ਿਪ ਨਹੀਂ ਹੋਊਗੀ। ਸੈਂਟਰਲ ਗਵਰਨਮੈਂਟ, ਇੱਕ ਸਟਰੋਂਗ ਸੈਂਟਰਲ ਗਵਰਨਮੈਂਟ ਹੋਊਗੀ, ਬਹੁਤ ਜ਼ਿਆਦਾ ਸਟਰੋਂਗ ਹੋਊਗੀ, ਜੋ ਕਿ ਸਾਰਿਆਂ ਨੂੰ ਅੱਗੇ ਆਪਣੀ ਜਿਹੜੀਆਂ ਪਾਵਰਸ ਨੇ ਉਹ ਡਿਵੋਲਵ ਕਰੇਗੀ, ਠੀਕ ਹੈ। ਬਟ ਇੱਕ ਸੈਂਟਰਲ ਗਵਰਨਮੈਂਟ ਸਟਰੋਂਗ ਹੋਏਗੀ, ਠੀਕ ਹੈ ਜੀ। ਤਾਂ ਕੌਣ ਲੈ ਕੇ ਆਇਆ ਸੀ ਰਾਜੇ ਆਈਡੀਓਲੋਜੀ? ਇਹ ਕਾਰਲ ਮਾਰਕਸ ਲੈ ਕੇ ਆਇਆ ਸੀ ਆਈਡੀਓਲੋਜੀ, ਠੀਕ ਹੈ। ਕਾਰਲ ਮਾਰਕਸ, ਠੀਕ ਹੈ। ਕਮਿਊਨਿਜ਼ਮ ਜਿਹੜੀ ਥਿਊਰੀ ਹੈ ਉਹ ਕਾਰਲ ਮਾਰਕਸ ਨੇ ਦਿੱਤੀ ਹੈਗੀ, ਠੀਕ ਹੈ ਜੀ। ਇਹ ਤਰ੍ਹਾਂ ਗੱਲ ਕਮਿਊਨਿਜ਼ਮ ਦੀ। ਹੁਣ ਜਿਹੜੀ ਕਮਿਊਨਿਜ਼ਮ ਦੀ ਸਭ ਤੋਂ ਵੱਡੀ ਖਾਸੀਅਤ ਸੀਗੀ ਉਹ ਕੋਈ ਪ੍ਰਾਈਵੇਟ ਓਨਰਸ਼ਿਪ ਨਹੀਂ ਹੈਗੀ। ਇਸ ਤੋਂ ਬਿਲਕੁਲ ਹੀ ਆਪੋਜ਼ਿਟ, ਬਿਲਕੁਲ ਹੀ ਇਸ ਆਈਡੀਓਲੋਜੀ ਦੇ ਆਪੋਜ਼ਿਟ ਜਿਹੜੀ ਹੈਗੀ ਹੈ ਕੈਪੀਟਲਿਜ਼ਮ ਵਿੱਚ ਟੋਟਲ ਪ੍ਰਾਈਵੇਟ ਓਨਰਸ਼ਿਪ। ਇਹਦੇ ਵਿੱਚ ਕੋਈ ਸਰਕਾਰੀ ਓਨਰਸ਼ਿਪ ਹੀ ਨਹੀਂ ਹੈਗੀ, ਇਹਦੇ ਵਿੱਚ ਸਾਰੀ ਪ੍ਰਾਈਵੇਟ ਬੰਦਿਆਂ ਕੋਲੇ ਹੀ ਜਿਹੜੀ ਹੈਗੀ ਹੈ ਮਲਕੀਅਤ ਹੈਗੀ ਹੈ। ਕੋਈ ਪ੍ਰੋਪਰਟੀ ਦੀ, ਕੋਈ ਕੰਪਨੀ ਸੀ, ਕੋਈ ਫੈਕਟਰੀ ਸੀ, ਸਾਰੀ ਟੋਟਲੀ ਜਿਹੜੀ ਓਨਰਸ਼ਿਪ ਹੈ ਪ੍ਰਾਈਵੇਟ ਹੈਗੀ ਹੈ, ਠੀਕ ਹੈ। ਓਬਵੀਅਸਲੀ ਗੱਲ ਹੈ ਇਹ ਦੋਨੇ ਚੀਜ਼ਾਂ ਪ੍ਰੈਕਟੀਕਲੀ ਫਿਜ਼ੀਬਲ ਨਹੀਂ ਹੈਗੀਆਂ, ਨਾ ਹੀ ਕਮਿਊਨਿਜ਼ਮ ਨਾ ਹੀ ਕੈਪੀਟਲਿਜ਼ਮ, ਜੋ ਐਕਸਟ੍ਰੀਮ ਵਾਲੀ, ਠੀਕ ਹੈ। ਦੋਨਾਂ ਦਾ ਮਿਕਸਚਰ ਚੱਲਦਾ ਹੁੰਦਾ ਜੋ ਪ੍ਰੈਕਟੀਕਲ ਫਾਰਮ ਦੇ ਵਿੱਚ ਚੱਲਦਾ ਹੁੰਦਾ ਹੈਗਾ, ਠੀਕ ਹੈ। ਤਾਂ ਕੈਪੀਟਲਿਜ਼ਮ ਦੇ ਵਿੱਚ ਸਾਰੀ ਆਪਾਂ ਕਹਿ ਸਕਦੇ ਹਾਂ ਵੀ ਪ੍ਰਾਈਵੇਟ ਓਨਰਸ਼ਿਪ ਹੋਣੀ ਚਾਹੀਦੀ ਹੈ। ਦੂਸਰਾ ਜੀ ਜਿਹੜੀ ਕੈਪੀਟਲਿਜ਼ਮ ਦੇ ਵਿੱਚ ਪ੍ਰੋਡਕਸ਼ਨ ਹੋਣੀ ਹੈ, ਮੰਨ ਲਓ ਅਮਰੀਕਾ ਕੋਈ ਪ੍ਰੋਡਕਸ਼ਨ ਕਰ ਰਿਹਾ ਤਾਂ ਆਪਾਂ ਕੰਟਰੀ ਨੂੰ ਧਿਆਨ 'ਚ ਰੱਖ ਸਕਦੇ ਹਾਂ। ਜਿਹੜੀ ਇਸ ਆਈਡੀਓਲੋਜੀ ਦੇ ਵਿੱਚ ਪ੍ਰੋਡਕਸ਼ਨ ਹੋਣੀ ਹੈ ਕੋਈ ਵੀ ਫੈਕਟਰੀਜ਼ ਵਗੈਰਾ ਦੇ ਵਿੱਚ, ਉਹ ਪਿਓਰਲੀ ਪ੍ਰੋਫਿਟ ਮੋਟਿਵ ਦੇ ਨਾਲ ਹੋਣੀ ਹੈ। ਕਿ ਅਗਰ ਤਾਂ ਉਸ ਪ੍ਰਾਈਵੇਟ ਕੰਪਨੀ ਦੇ ਓਨਰ ਨੂੰ, ਉਸ ਫੈਕਟਰੀ ਦੇ ਓਨਰ ਨੂੰ ਕੋਈ ਪ੍ਰੋਫਿਟ ਬਣ ਰਿਹਾ ਤਾਂ ਫਿਰ ਤਾਂ ਉਹ ਪ੍ਰੋਡਿਊਸ ਕਰੇਗਾ, ਅਦਰਵਾਈਜ਼ ਉਹਦੀ ਪ੍ਰੋਡਕਸ਼ਨ ਨਹੀਂ ਹੋਊਗੀ, ਠੀਕ ਹੈ। ਲੌਜੀਕਲ ਜੀ ਗੱਲ ਸਮਝ ਆਉਂਦੀ ਆਪਾਂ ਨੂੰ, ਅਗਰ ਕਿਸੇ ਕੰਪਨੀ ਨੂੰ ਪ੍ਰੋਫਿਟ ਹੋਏਗਾ ਫਿਰ ਹੀ ਪ੍ਰੋਡਕਸ਼ਨ ਹੋਏਗੀ ਨਾ, ਠੀਕ ਹੈ। ਇਹ ਥਿਊਰੀ ਹੈਗੀ ਕੈਪੀਟਲਿਜ਼ਮ ਦੀ। ਬਟ ਕਮਿਊਨਿਜ਼ਮ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਪ੍ਰੋਫਿਟ ਹੋਵੇ ਨਾ ਹੋਵੇ, ਅਗਰ ਕੋਈ ਬੇਸਿਕ ਮੂਲ ਆਪਣੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਲੋਕਾਂ ਦੀਆਂ, ਠੀਕ ਹੈ, ਅਗਰ ਉਹਨਾਂ ਦੀ ਪ੍ਰੋਡਕਸ਼ਨ ਕਰਨੀ ਪੈਂਦੀ ਹੈ ਤਾਂ ਬਿਲਕੁਲ ਕੀਤੀ ਜਾਂਦੀ ਹੈਗੀ ਹੈ, ਠੀਕ ਹੈ। ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹਦੇ ਵਿੱਚ ਪ੍ਰੋਫਿਟ ਹੀ ਦੇਖਣਾ ਆਪਾਂ ਨੇ, ਠੀਕ ਹੈ। ਤਾਂ ਇਹ ਚੀਜ਼ ਵੀ ਇਹਦੇ ਵਿੱਚ ਹੋ ਜਾਂਦੀ ਹੈ ਕਿ ਪ੍ਰੋਡਕਸ਼ਨ ਫੋਰ ਬੇਸਿਕ ਨੀਡਸ, ਠੀਕ ਹੈ। ਬਟ ਕੈਪੀਟਲਿਜ਼ਮ ਦੇ ਵਿੱਚ ਸਿਰਫ ਔਰ ਸਿਰਫ ਪ੍ਰੋਫਿਟ ਮੋਟਿਵ ਹੀ ਜਿਹੜਾ ਕੀ ਹੈ ਕੰਮ ਕਰਦਾ ਹੁੰਦਾ ਹੈਗਾ, ਠੀਕ ਹੈ। ਇਹ ਧਿਆਨ ਰੱਖਣਾ ਆਪਾਂ ਨੇ। ਇਹ ਜਿਹੜੀ ਥਿਊਰੀ ਹੈ ਜੀ ਇਹ ਦਿੱਤੀ ਹੈ ਐਡਮ ਸਮਿਥ ਨੇ। ਐਡਮ ਸਮਿਥ ਬਹੁਤ ਇੰਪੋਰਟੈਂਟ ਨੇ ਜੀ ਆਪਣੀ ਇਕਨੋਮੀ ਦੇ ਪਰਸਪੈਕਟਿਵ ਤੋਂ, ਠੀਕ ਹੈ। ਇਹਨਾਂ ਬਾਰੇ ਹੋਰ ਵੀ ਪੜਾਂਗੇ ਆਪਾਂ। ਤਾਂ ਜਿਹੜੀ ਕੈਪੀਟਲਿਜ਼ਮ ਥਿਊਰੀ ਹੈ ਉਹ ਐਡਮ ਸਮਿਥ ਨੇ ਦਿੱਤੀ ਹੈ। ਹੁਣ ਜਿਹੜਾ ਸੋਸ਼ਲਿਜ਼ਮ ਦਾ ਜੀ ਥਰਡ ਰਹਿ ਜਾਂਦਾ ਆਪਣਾ, ਇਹ ਆਪਾਂ ਕਹਿ ਸਕਦੇ ਹਾਂ ਇੱਕ ਮਿਡਲ ਪਾਥ ਕਹਿ ਸਕਦੇ ਹਾਂ। ਦੇਖੋ ਕੈਪੀਟਲਿਜ਼ਮ ਵੀ ਬਹੁਤ ਐਕਸਟਰੀਮ 'ਤੇ ਹੈਗੀ ਹੈ, ਕੈਪੀਟਲਿਜ਼ਮ ਇਸ ਸਾਈਡ 'ਤੇ ਮੰਨ ਲਓ, ਠੀਕ ਹੈ, ਰਾਈਟ ਸਾਈਡ 'ਤੇ ਹੈਗੀ ਹੈ। ਕਮਿਊਨਿਜ਼ਮ ਇੱਥੇ ਲੈਫਟ ਸਾਈਡ 'ਤੇ ਹੈਗੀ ਹੈ। ਦੋਨੇ ਐਕਸਟਰੀਮ ਨੇ, ਮੈਂ ਕਹਿ ਰਿਹਾ ਵੀ ਦੋਨੇ ਹੀ ਪੋਸੀਬਲ ਨਹੀਂ ਹੈਗੀਆਂ, ਇਹ ਵੀ ਐਕਸਟਰੀਮ ਵਾਲੀ ਪੋਸੀਬਲ ਨਹੀਂ, ਇਹ ਵੀ ਨਹੀਂ ਪੋਸੀਬਲ ਹੈਗੀ। ਤਾਂ ਜਿਹੜਾ ਅਸੀਂ
ਇੰਡੀਅਨਸ ਨੇ, ਜਾਂ ਮਤਲਬ ਆਪਾਂ ਕਹਿ ਸਕਦੇ ਵੀ ਮੈਕਸਿਮਮ ਕੰਟਰੀਜ਼, ਈਵਨ ਚਾਈਨਾ, ਅਮਰੀਕਾ, ਸਾਰੀ ਕੰਟਰੀਜ਼ ਇਸ ਚੀਜ਼ ਨੂੰ ਫੋਲੋ ਕਰਦੇ ਕਿਤੇ ਨਾ ਕਿਤੇ, ਠੀਕ ਹੈ। ਬਟ ਆਪਾਂ ਤਾਂ ਕਹਿੰਦੇ ਆ ਵੀ ਹਾਂ ਅਸੀਂ ਫੋਲੋ ਕਰਦੇ ਹਾਂ, ਬਾਕੀ ਕੰਟਰੀਜ਼ ਕਹਿੰਦੀਆਂ ਨਹੀਂ ਹੈਗੀਆਂ, ਆਪਾਂ ਕਹਿੰਦੇ ਵੀ ਫੋਲੋ ਕਰਦੇ ਹਾਂ। ਤਾਂ ਜਿਹੜਾ ਮਿਡਲ ਪਾਥ ਹੈ ਉਹਨੂੰ ਆਪਾਂ ਸੋਸ਼ਲਿਜ਼ਮ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। ਇੱਕ ਪਾਸੇ ਕਮਿਊਨਿਜ਼ਮ, ਇੱਕ ਪਾਸੇ ਕੈਪੀਟਲਿਜ਼ਮ, ਠੀਕ ਹੈ। ਜੋ ਮਿਡਲ ਪਾਥ ਹੈ ਉਹਨੂੰ ਆਪਾਂ ਸੋਸ਼ਲਿਜ਼ਮ ਕਹਿ ਦਿੰਦੇ ਹਾਂ। ਕੀ ਮਤਲਬ ਹੋਇਆ, ਦੇਖੋ ਕਮਿਊਨਿਜ਼ਮ ਦੇ ਵਿੱਚ ਕੀ ਸੀਗਾ, ਨੋ ਪ੍ਰਾਈਵੇਟ ਓਨਰਸ਼ਿਪ, ਇਹਦੇ ਵਿੱਚ ਕੀ ਸੀ, ਟੋਟਲ ਪ੍ਰਾਈਵੇਟ ਓਨਰਸ਼ਿਪ। ਤਾਂ ਮਿਡਲ ਪਾਥ ਕੀ ਬਣੂਗਾ ਵੀ ਥੋੜੀ ਬਹੁਤੀ ਪ੍ਰਾਈਵੇਟ, ਥੋੜੀ ਬਹੁਤੀ ਆਪਣੀ ਗਵਰਨਮੈਂਟ, ਠੀਕ ਹੈ। ਤਾਂ ਆਪਾਂ ਇੱਕ ਇਹਨੂੰ ਮਿਡਲ ਪਾਥ ਕਹਿ ਦਿੰਦੇ ਹਾਂ ਸੋਸ਼ਲਿਜ਼ਮ ਨੂੰ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੈ ਜੀ, ਲਿਮਿਟਡ ਪ੍ਰਾਈਵੇਟ ਓਨਰਸ਼ਿਪ, ਵੀ ਪ੍ਰਾਈਵੇਟ ਬੰਦੇ ਵੀ ਓਨਰ ਹੈਗੇ ਨੇ ਔਰ ਸਰਕਾਰੀ ਕੰਪਨੀਆਂ ਵੀ ਹੈਗੀਆਂ ਨੇ, ਜਿਵੇਂ ਆਪਣੀ ਗੇਲ ਹੈਗੀ ਆ, ONGC ਹੈਗੀ ਹੈ, ਇਹ ਸਾਡੀਆਂ ਸਰਕਾਰੀ ਕੰਪਨੀਆਂ ਨੇ, ਤੇ ਨਾਲ ਹੀ ਰਿਲਾਇੰਸ ਵੀ ਹੈਗੀ ਹੈ। ਤਾਂ ਦੋਨੇ ਚੀਜ਼ਾਂ ਹੈਗੀਆਂ ਨੇ, ਪ੍ਰਾਈਵੇਟ ਓਨਰਸ਼ਿਪ ਵੀ ਔਰ ਗਵਰਨਮੈਂਟ ਓਨਰਸ਼ਿਪ ਵੀ, ਇਹ ਆਪਣੀ ਸੋਸ਼ਲਿਜ਼ਮ ਦਾ ਪਾਰਟ ਆ ਜਾਂਦਾ ਹੈਗਾ, ਠੀਕ ਹੈ। ਇਹਦੇ ਵਿੱਚ ਬੇਸਿਕਲੀ ਕੀ ਹੈ, ਜਿਹੜੀ ਪ੍ਰੋਡਕਸ਼ਨ ਹੈ ਫੋਰ ਸੋਸਾਈਟਲ ਨੀਡਸ ਹੈਗੀ ਹੈ, ਠੀਕ ਹੈ। ਇਹਦੇ ਵਿੱਚ ਵੀ ਕੋਈ ਪ੍ਰੋਫਿਟ ਵਾਲਾ ਐਡਾ ਫੰਡਾ ਨਹੀਂ ਹੈਗਾ। ਹੁਣ ਦੇਖੋ ਆਪਾਂ ਰਾਸ਼ਨ ਪਾਣੀ ਜਿਹੜੇ ਸਰਕਾਰ ਜਿਹੜੀ ਕੀ ਹੈ ਲੋਕਾਂ ਨੂੰ ਫ੍ਰੀ ਦਿੰਦੀ ਹੈਗੀ ਹੈ, ਸਬਸਿਡਾਈਜ਼ ਦਿੰਦੀ ਹੈਗੀ, ਠੀਕ ਹੈ। ਆਟਾ ਦਾ ਸਕੀਮ ਕਹਿ ਲਈਏ ਜਾਂ ਕੋਈ ਵੀ ਸਕੀਮ ਕਹਿ ਲਈਏ, ਜਿਹੜੀ ਆਪਣਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈਗਾ 2013 ਦਾ, ਹੈ ਨਾ। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਪ੍ਰੋਫਿਟ ਤਾਂ ਨਹੀਂ ਹੋ ਰਿਹਾ ਨਾ ਸਰਕਾਰ ਨੂੰ ਕੋਈ ਰਾਸ਼ਨ ਦੇਣ ਨਾਲ। ਤਾਂ ਇਹਦੇ ਨਾਲ ਬਟ ਕੀ ਹੈ, ਆਪਣੀ ਇੱਕ ਸੋਸ਼ਲਿਸਟ ਕੰਟਰੀ ਹੈ, ਆਪਾਂ ਇੱਕ ਕੀ ਹੈ, ਇੱਕ ਵੈਲਫੇਅਰ ਸਟੇਟ ਆ। ਲੋਕਾਂ ਦੇ ਵੈਲਫੇਅਰ ਵਾਸਤੇ ਸੋਚਣਾ, ਅਸੀਂ ਇਕੱਲੇ ਪ੍ਰੋਫਿਟ ਵਾਸਤੇ ਨਹੀਂ ਸੋਚਣਾ, ਅਸੀਂ ਲੋਕਾਂ ਦੇ ਵੈਲਫੇਅਰ ਵਾਸਤੇ ਸੋਚਣਾ ਹੈ। ਤਾਂ ਇਹ ਜਿਹੜੀ ਚੀਜ਼ ਆ ਜਾਂਦੀ, ਇਹ ਸੋਸ਼ਲਿਜ਼ਮ ਦੇ ਵਿੱਚ ਚੀਜ਼ ਆ ਜਾਂਦੀ ਹੈ। ਆਪਾਂ ਪੋਲਿਟੀ ਦੇ ਵਿੱਚ ਪੜ੍ਹਦੇ ਹਾਂ ਰਾਜੇ, ਆਰਟੀਕਲ 39B ਪੜ੍ਹਦੇ ਹਾਂ, ਠੀਕ ਹੈ। 39B ਪੜ੍ਹਦੇ ਹਾਂ ਆਰਟੀਕਲ। ਤਾਂ ਇਸ ਆਰਟੀਕਲ ਦੇ ਵਿੱਚ ਇਹੀ ਚੀਜ਼ ਕਹੀ ਗਈ ਹੈ ਕਿ ਕੰਸੈਂਟਰੇਸ਼ਨ ਆਫ ਵੈਲਥ ਨਹੀਂ ਹੋਣੀ ਚਾਹੀਦੀ ਹੈਗੀ, ਠੀਕ ਹੈ। ਯਾਨੀ ਕਿ ਜਿਹੜੇ ਪੂੰਜੀਪਤੀ ਨੇ ਹੋਰ ਨੇ, ਜੇ ਮੰਨ ਲਓ 100 ਕਰੋੜ ਰੁਪਏ ਇੱਕ ਸਾਲ ਦੇ ਵਿੱਚ ਕੋਈ ਬਣਾ ਰਿਹਾ ਹੈਗਾ, ਤਾਂ ਇੱਦਾਂ ਨਹੀਂ ਹੋਣਾ ਚਾਹੀਦਾ ਵੀ 100 ਕਰੋੜ ਇਕੱਲੇ ਇੱਕ ਬੰਦੇ ਕੋਲ ਰਹਿ ਜਾਏ, ਠੀਕ ਹੈ। ਇਹ 100 ਕਰੋੜ ਦਾ ਜਿੰਨਾ ਕੋਸ਼ਿਸ਼ ਹੋ ਸਕੇ ਲੋਕਾਂ ਦੇ ਵਿੱਚ ਡਿਵਾਈਡ ਹੋਣਾ ਚਾਹੀਦਾ ਹੈ। ਇਸ ਚੀਜ਼ ਨੂੰ ਆਪਾਂ ਸੋਸ਼ਲਿਜ਼ਮ ਕਹਿ ਦਿੰਦੇ ਹਾਂ ਕਿ ਇਕੁਅਲ ਡਿਸਟਰੀਬਿਊਸ਼ਨ ਆਫ ਵੈਲਥ ਹੋਣੀ ਚਾਹੀਦੀ ਹੈ। ਮਤਲਬ ਕੰਸੈਂਟਰੇਸ਼ਨ ਆਫ ਵੈਲਥ ਨਹੀਂ ਹੋਣੀ ਚਾਹੀਦੀ ਵੀ ਇੱਕ ਸਾਰਾ ਪ੍ਰਧਾਨ ਇੱਕ ਬੰਦੇ ਕੋਲ ਹੀ ਹੋਵੇ। ਹਾਲਾਂਕਿ ਓਬਵੀਅਸ ਹੀ ਗੱਲ ਹੈ ਵੀ ਇਹ ਮਤਲਬ ਪੋਸੀਬਲ ਨਹੀਂ ਹੈਗਾ ਵੀ ਆਪਾਂ ਲੋਕਾਂ ਦੇ ਵਿੱਚ ਬਰਾਬਰ ਵੰਡ ਦਈਏ, ਬਟ ਕੋਸ਼ਿਸ਼ ਹੋਣੀ ਚਾਹੀਦੀ ਹੈ ਇਹ, ਠੀਕ ਹੈ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਜਿੰਨਾ ਹੋ ਸਕੇ ਲੋਕਾਂ ਦੇ ਵਿੱਚ ਵੰਡਣਾ ਚਾਹੀਦਾ ਹੈ। ਆ ਜਿਹੜੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਹੈ ਜਾਂ ਹੋਰ ਜਿਹੜੀਆਂ ਸਕੀਮਸ ਨੇਗੀਆਂ, LPG ਸਬਸਿਡੀ, ਇਹ ਸਭ, ਇਹ ਸਾਰਾ ਕੁਝ ਇਸੇ ਦਾ ਕਾਰਨ ਹੈ ਰਾਜੇ ਕਿ ਆਪਾਂ ਅਮੀਰਾਂ ਤੋਂ ਟੈਕਸ ਲੈ ਕੇ ਗਰੀਬਾਂ ਨੂੰ ਆਪਣੇ ਸਬਸਿਡੀਜ਼ ਦੇ ਦਿੱਤੀ, ਠੀਕ ਹੈ। ਇਹ ਸੋਸ਼ਲਿਜ਼ਮ ਦਾ ਹੀ ਪਾਰਟ ਹੁੰਦਾ ਹੈ ਬੇਸਿਕਲੀ, ਕਿਉਂਕਿ ਪ੍ਰੋਫਿਟ ਮੋਟਿਵ ਦੇ ਵਿੱਚ ਕੀ ਹੋਊਗਾ, ਪ੍ਰੋਫਿਟ ਮੋਟਿਵ ਦੇ ਵਿੱਚ ਉਹ ਚੀਜ਼ ਹੋਊਗੀ ਵੀ ਜਿਹੜਾ ਬੰਦਾ ਏਬਲ ਹੈਗਾ, ਜਿਹੜਾ ਬੰਦਾ ਟੈਲੈਂਟਡ ਹੈਗਾ, ਉਹ ਤਾਂ ਆਪਣਾ ਕੰਮ ਕਰ ਲੂਗਾ। ਜਿਹੜਾ ਬੰਦਾ ਗਰੀਬ ਹੈ ਨਾ, ਅਨਐਜੂਕੇਟਡ ਹੈ, ਇਲਿਟਰੇਟ ਹੈ, ਉਹ ਬੰਦਾ ਉੱਥੇ ਕੁਝ ਨਹੀਂ ਕਰ ਸਕਦਾ ਹੈਗਾ, ਠੀਕ ਹੈ। ਇਹ ਹੈਗਾ ਕੈਪੀਟਲਿਜ਼ਮ ਦੇ ਵਿੱਚ ਵੀ ਜੋ ਬੰਦਾ ਆਪਣੇ ਸਿਰ 'ਤੇ ਕੁਝ ਕਰ ਰਿਹਾ ਤਾਂ ਕਰ ਰਿਹਾ, ਉਹਨੂੰ ਜਿੰਨੇ ਹੀ ਮਤਲਬ ਜਿੰਨੇ ਮਰਜ਼ੀ ਰਿਸੋਰਸਿਸ ਬੰਦਾ ਕਮਾ ਸਕਦਾ ਹੈ, ਬਟ ਜਿਹੜਾ ਬੰਦਾ ਏਬਲ ਨਹੀਂ ਹੈਗਾ ਵਿਚਾਰਾ, ਉਹ ਨਹੀਂ ਕਮਾ ਸਕਦਾ ਹੈਗਾ, ਠੀਕ ਹੈ। ਸੋਸ਼ਲਿਜ਼ਮ ਵਿੱਚ ਅਸੀਂ ਸਾਡਾ ਇਹੀ ਡਿਫਰੈਂਸ, ਇਹੀ ਵਧੀਆ ਚੀਜ਼ ਆਉਂਦੀ ਹੈ ਕਿ ਹਾਂ ਠੀਕ ਹੈ, ਤੁਸੀਂ ਮੈਰਿਟ ਬੇਸ 'ਤੇ ਜੋ ਤੁਸੀਂ ਆਪਣਾ ਗੇਨ ਕਰਨਾ, ਜੋ ਕਮਾਈ ਕਰਨੀ ਕਰੋ, ਠੀਕ ਹੈ। ਆਪਣਾ ਜੋ ਤੁਸੀਂ ਪ੍ਰੋਫਿਟ ਬਣਾਓ, ਬਟ ਫਿਰ ਟੈਕਸ ਪੇ ਕਰੋ। ਟੈਕਸ ਪੇ ਕਰਨ ਤੋਂ ਬਾਅਦ ਜਿਹੜੇ ਤੁਹਾਡੇ ਕਿੱਥੇ ਜਾਊਗਾ ਜੀ, ਫਿਰ ਉਹ ਗਰੀਬਾਂ ਕੋਲ ਜਾਊਗਾ, ਜਿਹੜਾ ਕਿ ਆਪਣੇ ਬੇਸ 'ਤੇ ਜ਼ਿਆਦਾ ਕੁਛ ਨਹੀਂ ਕਰ ਪਾ ਰਹੇ ਹੈਗੇ ਬਿਕੋਜ਼ ਆਫ ਹਿਸਟੋਰੀਕਲ ਰੀਜ਼ਨ, ਠੀਕ ਹੈ, ਬਿਕੋਜ਼ ਆਫ ਐਜੂਕੇਸ਼ਨ, ਬਿਕੋਜ਼ ਆਫ ਰਿਸੋਰਸਿਸ, ਉਹ ਨਹੀਂ ਆਪਣੇ ਆਪ ਨੂੰ ਗਰੋ ਕਰ ਪਾ ਰਹੇ। ਤਾਂ ਫਿਰ ਸਰਕਾਰ ਦੀ ਡਿਊਟੀ ਬਣਦੀ ਹੈ ਉਹਨਾਂ ਲੋਕਾਂ ਨੂੰ ਰਿਸੋਰਸਿਸ ਪ੍ਰੋਵਾਈਡ ਕਰਵਾਉਣ ਵਾਸਤੇ, ਠੀਕ ਹੈ। ਇਹ ਆਪਣੀ ਸੋਸ਼ਲਿਜ਼ਮ ਦੇ ਵਿੱਚ ਆ ਜਾਂਦੀ ਹੈ। ਤਾਂ ਆਪਣੇ ਪ੍ਰੈਂਬਲ ਦੇ ਵਿੱਚ ਵੀ ਇਹ ਚੀਜ਼ ਲਿਖੀ ਹੋਈ ਹੈ ਰਾਜੇ ਕਿ ਵੀ ਆਰ ਆ ਸੋਸ਼ਲਿਸਟ ਕੰਟਰੀ, ਠੀਕ ਹੈ। ਤਾਂ ਅਸੀਂ ਤਾਂ ਕਹਿੰਦੇ ਹਾਂ ਕਿ ਹਾਂ ਅਸੀਂ ਸੋਸ਼ਲਿਸਟ ਕੰਟਰੀ ਹੈਗੇ, ਠੀਕ ਹੈ ਜੀ। ਤਾਂ ਇਹਦੇ ਵਿੱਚ ਵੀ ਦੋਨੇ ਫੋਰਸਿਸ ਹੋਣਗੀਆਂ ਰਾਜੇ, ਆਪਣਾ ਗਵਰਨਮੈਂਟ ਓਨਰਸ਼ਿਪ ਵੀ ਹੋਏਗੀ ਔਰ ਪ੍ਰਾਈਵੇਟ ਓਨਰਸ਼ਿਪ ਵੀ ਹੋਏਗੀ, ਠੀਕ ਹੈ। ਤਾਂ ਜਿਹੜੀ ਕੈਪੀਟਲਿਜ਼ਮ ਹੈ ਰਾਜੇ, ਇਹਦੇ ਵਿੱਚ ਮਾਰਕੀਟ ਫੋਰਸਿਸ, ਠੀਕ ਹੈ। ਇਹਦੇ ਵਿੱਚ ਆਪਾਂ ਇੱਕ ਥਿਊਰੀ ਪੜ੍ਹਾਂਗੇ ਲੈਜ਼ਰ-ਫੇਅਰ ਦੀ ਥਿਊਰੀ ਪੜ੍ਹਾਂਗੇ ਆਪਾਂ, ਠੀਕ ਹੈ। ਇਹਦੇ ਵਿੱਚ ਬੇਸਿਕਲੀ ਕੀ ਹੈ ਵੀ ਮਾਰਕੀਟ ਫੋਰਸਿਸ ਡੋਮੀਨੇਟ ਕਰਨਗੀਆਂ। ਕਹਿਣ ਦਾ ਮਤਲਬ ਕੀ ਹੈਗਾ ਵੀ ਸਰਕਾਰ ਕੋਈ ਵੀ ਕੰਟਰੋਲ ਨਹੀਂ ਕਰੂਗੀ, ਜੋ ਬੰਦੇ ਨੇ ਪ੍ਰੋਡਿਊਸ ਕਰਨਾ ਕਰੋ, ਕੋਈ ਦਿੱਕਤ ਨਹੀਂ, ਜਿੰਨਾ ਮਰਜ਼ੀ ਵੇਚੋ, ਜਿੰਨਾ ਮਰਜ਼ੀ ਖਰੀਦੋ, ਕੋਈ ਦਿੱਕਤ ਨਹੀਂ ਹੈਗੀ। ਜਿਵੇਂ ਮਾਰਕੀਟ ਦੀ ਡਿਮਾਂਡ ਸਪਲਾਈ ਦੇ ਹਿਸਾਬ ਨਾਲ ਕੰਮ ਹੋ ਰਿਹਾ, ਉੱਦਾਂ ਹੀ ਹੋਊਗਾ। ਦੇਖੋ ਆਪਣੇ ਕੇਸ ਦੇ ਵਿੱਚ ਕੀ ਹੁੰਦਾ ਹੈਗਾ, ਆਪਣੇ ਕੇਸ ਦੇ ਵਿੱਚ ਕਈ ਵਾਰੀ ਹੁੰਦਾ ਹੈ ਵੀ ਜਿਵੇਂ ਹੁਣ ਪਿਆਜ਼ ਦੀ ਰੇਟ ਆਪਾਂ ਗੱਲ ਕਰੀਏ, ਅਨੀਅਨ ਦਾ ਰੇਟ ਜਦੋਂ ਵੀ ਮਤਲਬ ਫਸਲਾਂ ਖਰਾਬ ਹੁੰਦੀਆਂ ਨੇ, ਅਨੀਅਨ ਦੇ ਰੇਟ 100 ਰੁਪਏ ਕਿਲੋ ਪਹੁੰਚ ਜਾਂਦਾ ਹੁੰਦਾ ਹੈਗਾ, ਠੀਕ ਹੈ। ਆਪਾਂ ਹਰ ਸਾਲ ਦੇਖਦੇ ਹੁੰਦੇ ਹਾਂ ਚੀਜ਼ਾਂ। ਤਾਂ ਉਸ ਕੇਸ ਦੇ ਵਿੱਚ ਸਰਕਾਰ ਕਈ ਰੈਸਟ੍ਰਿਕਸ਼ਨ ਲਗਾ ਦਿੰਦੀ ਹੁੰਦੀ ਹੈ ਵੀ ਐਕਸਪੋਰਟ ਨਹੀਂ ਕਰਨਾ ਹੈਗਾ ਜਾਂ ਕੁਝ ਹੋਰ ਨਹੀਂ ਕਰਨਾ ਹੈਗਾ। ਤਾਂ ਮਤਲਬ ਕਿਤੇ ਨਾ ਕਿਤੇ ਸਰਕਾਰ ਦੀ ਦਖਲਅੰਦਾਜ਼ੀ ਹੁੰਦੀ ਹੈ। ਬਟ ਕੈਪੀਟਲਿਜ਼ਮ ਦੇ ਵਿੱਚ ਕੋਈ ਵੀ ਸਰਕਾਰੀ ਜਿਹੜੀ ਦਖਲਅੰਦਾਜ਼ੀ ਨਹੀਂ ਹੁੰਦੀ, ਜਿਵੇਂ ਮਾਰਕੀਟ ਫੋਰਸਿਸ ਜੋ ਰੇਟ ਡਿਸਾਈਡ ਕਰਨਗੀਆਂ ਉਹੀ ਰੇਟ ਲੱਗੂਗਾ ਆਪਾਂ ਨੂੰ, ਠੀਕ ਹੈ। ਤਾਂ ਮਾਰਕੀਟ ਫੋਰਸਿਸ ਡੋਮੀਨੇਟ ਇਨ ਕੈਪੀਟਲਿਜ਼ਮ। ਕਮਿਊਨਿਸਟ ਦੇ ਵਿੱਚ ਕੀ ਹੁੰਦਾ ਹੈ, ਪਿਓਰਲੀ ਸੈਂਟਰਲ ਓਨਰਸ਼ਿਪ, ਜਿਹੜੀ ਕੀ ਹੈ ਸਰਕਾਰ ਡਿਕਟੇਟ ਕਰੂਗੀ ਵੀ ਇੰਨੇ ਰੁਪਏ ਕਿਲੋ ਤੇ ਇੰਨੇ ਰੁਪਏ ਕਿਲੋ ਹੀ ਵਿਕੂਗਾ, ਤੁਸੀਂ ਵੱਧ ਘੱਟ ਨਹੀਂ ਵੇਚ ਸਕਦੇ, ਠੀਕ ਹੈ। ਹੁਣ ਅਗੇਨ ਸੋਸ਼ਲਿਜ਼ਮ ਦੇ ਵਿੱਚ ਕੀ ਹੈ, ਇੱਕ ਮਿਡਲ ਪਾਥ ਹੈਗਾ, ਠੀਕ ਹੈ। ਵੀ ਇਨ ਜਨਰਲ ਤਾਂ ਮਾਰਕੀਟ ਫੋਰਸਿਸ ਹੁੰਦੀਆਂ ਨੇਗੀਆਂ, ਬਟ ਕਦੇ ਕਦੇ ਸਰਕਾਰ ਵੀ ਇੰਟਰਫੀਅਰ ਕਰਦੀ ਹੈ। ਦੁਬਾਰਾ ਸੁਣੋ, ਕੈਪੀਟਲਿਜ਼ਮ ਦੇ ਵਿੱਚ ਹਮੇਸ਼ਾ ਮਾਰਕੀਟ ਫੋਰਸਿਸ ਹੀ ਡੋਮੀਨੇਟ ਕਰਨਗੀਆਂ। ਜਿਵੇਂ ਡਿਮਾਂਡ ਸਪਲਾਈ ਦੀ ਰੇਸ਼ੀਓ ਹੈਗੀ ਹੈ ਮਾਰਕੀਟ ਦੇ ਵਿੱਚ, ਉੱਦਾਂ ਹੀ ਰੇਟ ਲੱਗੂਗਾ। ਕਮਿਊਨਿਸਟ ਦੇ ਵਿੱਚ ਕੀ ਹੈ, ਇਹ ਫਿਕਸ ਕਰ ਦੇਣਗੇ ਪ੍ਰਾਈਸ ਵੀ ਜੇ 20 ਰੁਪਏ ਕਿਲੋ ਵੇਚਣਾ ਤਾਂ 20 ਰੁਪਏ ਕਿਲੋ ਹੀ ਵੇਚਣਾ, ਚਾਹੇ ਤੁਹਾਨੂੰ ਆਪ ਨੂੰ 100 ਰੁਪਏ ਕਿਲੋ ਕਿਉਂ ਨਾ ਪੈ ਰਿਹਾ ਹੋਵੇ ਕੋਸਟਿੰਗ, ਤੁਸੀਂ 20 ਰੁਪਏ ਕਿਲੋ ਹੀ ਵੇਚ ਸਕਦੇ ਹੋ, ਠੀਕ ਹੈ।
ਤਾਂ ਇਹਦੇ ਵਿੱਚ ਪਿਓਰਲੀ ਸਰਕਾਰ ਡਿਕਟੇਟ ਕਰੂਗੀ ਪ੍ਰਾਈਸਿਸ ਨੂੰ। ਆਪਣੇ ਕੇਸ ਵਿੱਚ ਦੋਨੇ ਮਿਡਲ ਪਾਥ ਅਗੇਨ ਵੀ ਇਨ ਜਨਰਲ ਤਾਂ ਅਸੀਂ ਮਾਰਕੀਟ ਫੋਰਸਿਸ ਸਾਡਾ ਕੰਮ ਕਰਦੀਆਂ ਨੇਗੀਆਂ ਵੀ ਥੋੜ੍ਹਾ ਬਹੁਤ ਵੱਧ ਗਿਆ ਘੱਟ ਗਿਆ ਠੀਕ ਹੈ, ਬਟ ਕਦੇ ਕਦੇ ਸਰਕਾਰ ਫਿਰ ਇੰਟਰਫੀਅਰ ਵੀ ਕਰ ਲੈਂਦੀ ਹੈ ਵੀ ਜਦੋਂ ਲੋਕਾਂ ਦੇ ਜੇਬਾਂ 'ਚ ਜ਼ਿਆਦਾ ਪੈਸਾ ਨਿਕਲਣ ਲੱਗ ਜਾਂਦਾ, ਠੀਕ ਹੈ। ਤਾਂ ਇਹ ਇੱਕ ਬੇਸਿਕ ਜਿਹਾ ਇੱਕ ਫਾਊਂਡੇਸ਼ਨ ਸੀ ਆਪਣੀ ਤਿੰਨੇ ਥੀਰੀਜ਼ ਦੀ, ਕੈਪੀਟਲਿਜ਼ਮ, ਕਮਿਊਨਿਜ਼ਮ ਐਂਡ ਸੋਸ਼ਲਿਜ਼ਮ। ਕਮਿਊਨਿਸਟ ਰਾਜ ਲੈਫਟ ਸਾਈਡ ਤੇ ਆ ਜਾਂਦੇ ਨੇ, ਕੈਪੀਟਲਿਸਟ ਰਾਈਟ ਸਾਈਡ ਤੇ ਆਪਣਾ ਸੋਸ਼ਲਿਜ਼ਮ ਜਿਹੜਾ ਹੈਗਾ ਉਹ ਹੀ ਮਿਡਲ ਪਾਥ ਆ ਜਾਂਦਾ ਹੁੰਦਾ ਹੈਗਾ, ਠੀਕ ਹੈ ਜੀ। ਤਾਂ ਇੱਕ ਥੋੜ੍ਹਾ ਜਿਹਾ ਆਪਾਂ ਹੁਣ ਐਡਮ ਸਮਿਥ ਬਾਰੇ ਹੋਰ ਪੜ੍ਹ ਲਈਏ, ਠੀਕ ਹੈ। ਐਡਮ ਸਮਿਥ ਇਹਦੇ ਬਾਰੇ ਪੜ੍ਹ ਲਈ ਥੋੜ੍ਹਾ ਜਿਹਾ। ਤਾਂ ਕੌਣ ਨੇ ਰਾਜੇ, ਇਹਨਾਂ ਨੂੰ ਫਾਦਰ ਆਫ ਮਾਡਰਨ ਇਕਨੋਮਿਕਸ ਵੀ ਕਿਹਾ ਜਾਂਦਾ ਐਡਮ ਸਮਿਥ ਨੂੰ, ਠੀਕ ਹੈ। ਇਹਨਾਂ ਨੇ ਇੱਕ ਬੁੱਕ ਲਿਖੀ ਸੀ ਰਾਜੇ, ਕਈ ਵਾਰੀ ਕੁਐਸਚਨ ਆਉਂਦਾ ਹੁੰਦਾ ਹੈ, ਵੈਲਥ ਆਫ ਨੇਸ਼ਨਸ। 1776 ਦੇ ਵਿੱਚ ਇਹਨਾਂ ਨੇ ਇੱਕ ਵੈਲਥ ਆਫ ਨੇਸ਼ਨ ਨਾਮ ਦੀ ਬੁੱਕ ਲਿਖੀ ਹੈਗੀ। ਇਹੀ ਜਿਹੜੀ ਬੁੱਕ ਹੈ ਇਹੀ ਇੱਕ ਆਪਣੀ ਬੇਸ ਕਹਿ ਸਕਦੇ ਆਪਾਂ ਆਪਣੀ ਮਾਡਰਨ ਇਕਨੋਮਿਕਸ ਦਾ, ਠੀਕ ਹੈ। ਤਾਂ ਐਡਮ ਸਮਿਥ ਨੂੰ ਮਾਡਰਨ ਇਕਨੋਮਿਕਸ ਦਾ ਫਾਦਰ ਵੀ ਕਿਹਾ ਜਾਂਦਾ ਹੈਗਾ। ਇਹਨਾਂ ਨੇ ਹੀ ਜਿਹੜੀ ਥਿਊਰੀ ਦਿੱਤੀ ਹੈ ਲੈਜ਼ਰ-ਫੇਅਰ ਵਾਲੀ ਥਿਊਰੀ, ਠੀਕ ਹੈ। ਆਪਾਂ ਨੇ ਹੁਣੀ ਪੜ੍ਹਿਆ ਰਾਜੇ, ਜਿਹੜੀ ਲੈਜ਼ਰ-ਫੇਅਰ ਵਾਲੀ ਥਿਊਰੀ ਹੈਗੀ ਹੈ ਕਿਹਦੇ ਵਿੱਚ ਉਹ ਕੈਪੀਟਲਿਜ਼ਮ ਦੇ ਵਿੱਚ ਹੈਗੀ ਹੈ, ਠੀਕ ਹੈ। ਔਰ ਕੈਪੀਟਲਿਜ਼ਮ ਦੀ ਥਿਊਰੀ ਕਿਹਨੇ ਦਿੱਤੀ ਹੈ, ਐਡਮ ਸਮਿਥ ਨੇ ਦਿੱਤੀ ਹੈਗੀ। ਤਾਂ ਕੁੱਲ ਮਿਲਾ ਕੇ ਜਿਹੜੀ ਲੈਜ਼ਰ-ਫੇਅਰ ਵਾਲੀ ਥਿਊਰੀ ਹੈ ਇਹ ਵੀ ਐਡਮ ਸਮਿਥ ਨੇ ਹੀ ਦਿੱਤੀ ਹੈ। ਕੀ ਮਤਲਬ ਹੈ ਇਸ ਚੀਜ਼ ਦਾ ਜੀ, ਲੈਟ ਡੂ, ਇਹ ਕਹਿੰਦਾ ਮਾਰਕੀਟ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ, ਠੀਕ ਹੈ। ਕਿਉਂਕਿ ਆਪਾਂ ਕੈਪੀਟਲਿਜ਼ਮ ਵਿੱਚ ਕੀ ਪੜ੍ਹ ਕੇ ਆ ਰਾਜੇ ਕਿ ਪਿਓਰਲੀ ਮਾਰਕੀਟ ਫੋਰਸਿਸ ਡੋਮੀਨੇਟ ਕਰਦੀਆਂ ਨੇਗੀਆਂ, ਮਾਰਕੀਟ ਫੋਰਸਿਸ, ਠੀਕ ਹੈ। ਆਪਾਂ ਹੁਣੀ ਪੜ੍ਹਿਆ ਰਾਜੇ ਕਿ ਮਾਰਕੀਟ ਫੋਰਸਿਸ ਡੋਮੀਨੇਟ ਕਰਦੀਆਂ ਨੇਗੀਆਂ, ਸਰਕਾਰ ਦੀ ਦਖਲ ਅੰਦਾਜ਼ੀ ਬਿਲਕੁਲ ਵੀ ਨਹੀਂ ਹੈਗੀ ਇਹਦੇ ਵਿੱਚ, ਠੀਕ ਹੈ। ਤਾਂ ਉਹੀ ਚੀਜ਼ ਐਡਮ ਸਮਿਥ ਨੇ ਕਹੀ ਸੀ ਵੀ ਹਾਂਜੀ ਮਾਰਕੀਟ ਨੂੰ ਆਪਣਾ ਕੰਮ ਕਰਨ ਦਿਓ, ਕਿਉਂਕਿ ਮਾਰਕੀਟ ਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਦਖਲ ਅੰਦਾਜ਼ੀਆਂ ਨਾ ਕਰੋ ਵਿੱਚ ਵਿਚਾਲੇ, ਠੀਕ ਹੈ। ਤਾਂ ਇਹ ਜਿਹੜੀ ਲੈਜ਼ਰ-ਫੇਅਰ ਦੀ ਥਿਊਰੀ ਹੈ ਇਹ ਕਹਿ ਰਹੀ ਹੈ ਵੀ ਜਿਹੜੇ ਪੂੰਜੀਪਤੀ ਨੇ ਜਾਂ ਹੋਰ ਵੀ ਮਤਲਬ ਕੋਈ ਵੀ ਬਿਜ਼ਨਸਮੈਨ ਹੈ ਉਹਨੂੰ ਆਪਣਾ ਕੰਮ ਕਰਨ ਦਿਓ, ਫ੍ਰੀ ਟ੍ਰੇਡ ਕਰਨ ਦਿਓ, ਕੋਈ ਰੋਕ ਟੋਕ ਨਾ ਕਰੋ ਵੀ ਇੰਨਾ ਟ੍ਰੇਡ ਕਰਨੀ ਨਹੀਂ ਕਰਨੀ, ਇਸ ਰੇਟ ਲਾਣਾ ਇਸ ਰੇਟ ਨਹੀਂ ਲਾਣਾ। ਤੋ ਇਹ ਜਿਹੜੀ ਇਹ ਥਿਊਰੀ ਹੈ ਕਹਿੰਦੀ ਹੈ ਤੁਸੀਂ ਬਿਲਕੁਲ ਦਖਲ ਅੰਦਾਜ਼ੀ ਨਾ ਕਰੋ ਬਿਜ਼ਨਸਮੈਨ ਦੇ ਕੰਮ 'ਚ, ਉਹਨੂੰ ਆਪਣਾ ਕੰਮ ਤੁਸੀਂ ਕਰਨ ਦਿਓ, ਠੀਕ ਹੈ। ਜੋ ਮਾਰਕੀਟ ਫੋਰਸਿਸ ਆਉਂਦੀਆਂ ਨੇ ਉਹਨੂੰ ਆਪਣੇ ਆਪ ਚੱਲਣ ਦਿਓ, ਠੀਕ ਹੈ ਜੀ। ਤਾਂ ਇੱਕ ਇਨਵਿਜ਼ੀਬਲ ਹੈਂਡ ਥਿਊਰੀ ਵੀ ਹੈਗੀ ਹੈ। ਦੇਖੋ ਹੁਣ ਅਗਰ ਇੱਦਾਂ ਹੋਣ ਲੱਗ ਗਿਆ ਵੀ ਜੋ ਮਰਜ਼ੀ, ਹੁਣ ਮੰਨ ਲਓ ਅੰਬਾਨੀ ਜੇ ਆਪਾਂ ਐਗਜ਼ਾਮਪਲ ਲਈਏ, ਠੀਕ ਹੈ। ਜੇ ਅਸੀਂ ਕਹਿ ਰਹੇ ਹਾਂ ਵੀ ਅੰਬਾਨੀ ਨੂੰ ਤੁਸੀਂ ਬਿਲਕੁਲ ਖੁੱਲ੍ਹਾ ਛੱਡ ਦਿਓ, ਇਹ ਜੋ ਮਰਜ਼ੀ ਕਰੇ, ਠੀਕ ਹੈ, ਕਿਉਂਕਿ ਲੈਜ਼ਰ-ਫੇਅਰ ਥਿਊਰੀ ਤਾਂ ਇਹੀ ਕਹਿੰਦੀ ਹੈ ਵੀ ਪੂੰਜੀਪਤੀਆਂ ਨੂੰ ਤੁਸੀਂ ਤੰਗ ਨਾ ਕਰੋ, ਠੀਕ ਹੈ, ਇਹਨਾਂ ਨੂੰ ਖੁੱਲ੍ਹਾ ਕੰਮ ਕਰਨ ਦਿਓ ਆਪਣਾ। ਬਟ ਰਾਜੇ ਅਗਰ ਆਪਾਂ ਦੇਖ ਪਾ ਰਹੇ ਹਾਂ ਇਸ ਚੀਜ਼ ਨੂੰ, ਜੇ ਇਹ ਚੀਜ਼ ਪ੍ਰੈਕਟੀਕਲ ਹੋ ਜਾਂਦੀ ਹੈ, ਠੀਕ ਹੈ, ਤਾਂ ਇਹ ਜਿਹੜੇ ਸਾਰੀ ਵੈਲਥ ਹੋਊਗੀ, ਜੇ ਜਿੰਨਾ ਵੀ ਪ੍ਰੋਫਿਟ ਬਣੂਗਾ ਇਹ ਅੰਬਾਨੀ ਕੋਸ਼ਿਸ਼ ਕਰੂਗਾ ਸਾਰਾ ਵੱਧੋ ਵੱਧ ਮੇਰੇ ਕੋਲ ਆ ਜਾਏ, ਠੀਕ ਹੈ, ਵੱਧੋ ਵੱਧ ਇਹਦੇ ਕੋਲ ਆ ਜਾਏ। ਤਾਂ ਜਿਹੜੇ ਹੋਰ ਲੇਬਰਰਸ ਨੇ, ਗਰੀਬ ਲੋਕ ਨੇ, ਉਹਨਾਂ ਕੋਲ ਕੁਝ ਵੀ ਨਹੀਂ ਆਉਣਾ ਹੈਗਾ, ਠੀਕ ਹੈ। ਤਾਂ ਅਗਰ ਆਪਾਂ ਬਿਲਕੁਲ ਮਾਰਕੀਟ ਦੇ ਉੱਪਰ ਸਮਾਨ ਛੱਡਤਾ ਵੀ ਹਾਂਜੀ ਜਿਵੇਂ ਮਾਰਕੀਟ ਕਰੂਗਾ ਉਵੇਂ ਕਰਾਂਗੇ, ਜਿਵੇਂ ਪੂੰਜੀਪਤੀ ਕਰਨਾ ਉਵੇਂ ਆਪਣੇ ਆਪ ਕਰ ਲੈਣਗੇ, ਜੇ ਪਿਓਰਲੀ ਇੱਦਾਂ ਹੋ ਗਿਆ ਤਾਂ ਅਸੀਂ ਬਹੁਤ ਹੀ ਇੱਕ ਇਕੁਅਲ ਕੰਟਰੀ ਬਣ ਜਾਵਾਂਗੇ, ਠੀਕ ਹੈ। ਮਤਲਬ ਆਪਣੇ ਜਿਹੜੇ ਰਿਸੋਰਸਿਸ ਨੇ ਸਾਰੇ ਅੰਬਾਨੀ ਕੋਲ ਚਲੇ ਜਾਣਗੇ, ਠੀਕ ਹੈ, ਹੋਰ ਕਿਸੇ ਕੋਲ ਕੁਝ ਵੀ ਨਹੀਂ ਰਹਿਣਾ ਹੈਗਾ ਇੱਦਾਂ ਹੋ ਗਿਆ ਤਾਂ। ਬਟ ਇਸ ਚੀਜ਼ ਨੂੰ ਜਸਟੀਫਾਈ ਕਰਨ ਵਾਸਤੇ ਐਡਮ ਸਮਿਥ ਨੇ ਇਸ ਚੀਜ਼ ਨੂੰ ਜਸਟੀਫਾਈ ਕਰਨ ਵਾਸਤੇ ਵੀ ਇੱਦਾਂ ਟਰੂ ਨਹੀਂ ਹੈਗਾ, ਜਿਵੇਂ ਆਪਾਂ ਤਾਂ ਦੇਖੋ ਕਹਿ ਰਹੇ ਹਾਂ ਵੀ ਇਹ ਚੀਜ਼ ਹੋ ਸਕਦੀ ਹੈ, ਕਦੋਂ ਹੋ ਸਕਦੀ ਹੈ, ਜਦੋਂ ਇਕੱਲੇ ਮਾਰਕੀਟ ਫੋਰਸਿਸ ਡੋਮੀਨੇਟ ਕਰਦੀਆਂ ਨੇਗੀਆਂ। ਬਟ ਐਡਮ ਸਮਿਥ ਨੇ ਆਪਣੀ ਲੈਜ਼ਰ-ਫੇਅਰ ਦੀ ਥਿਊਰੀ ਨੂੰ ਹੋਰ ਵਧੀਆ ਦਿਖਾਉਣ ਵਾਸਤੇ ਵੀ ਨਹੀਂ ਜੀ ਸਾਡੀ ਥਿਊਰੀ ਵਧੀਆ ਹੈ, ਇਹ ਦਿਖਾਉਣ ਵਾਸਤੇ ਇੱਕ ਹੋਰ ਥਿਊਰੀ ਦਿੱਤੀ, ਉਹਦਾ ਨਾਮ ਹੈ ਇਨਵਿਜ਼ੀਬਲ ਹੈਂਡ ਥਿਊਰੀ। ਉਹ ਕੀ ਕਹਿੰਦਾ ਹੈ ਵੀ ਠੀਕ ਹੈ ਚਲੋ ਇੱਕ ਵਾਰੀ ਅੰਬਾਨੀ ਕੋਲੇ ਪੈਸਾ ਚੱਲ ਜੂਗਾ, ਠੀਕ ਹੈ, ਇੱਕ ਵਾਰੀ ਲੈਜ਼ਰ-ਫੇਅਰ ਨੂੰ ਇਸ ਥਿਊਰੀ ਨੂੰ ਜਸਟੀਫਾਈ ਕਰ ਰਹੇ ਹੁਣੇ ਆਪਾਂ ਕਹਿ ਰਹੇ ਹਾਂ ਵੀ ਇਹ ਜਿਹੜੀ ਥਿਊਰੀ ਹੈ ਇਹਦੇ ਨੁਕਸਾਨ ਨੇਗੇ, ਉਹ ਨੁਕਸਾਨ ਇਹ ਨੇ ਵੀ ਅੰਬਾਨੀ ਕੋਲੇ ਪੈਸਾ ਚੱਲ ਜੂ, ਹੋਰ ਕਿਸੇ ਕੋਲੇ ਹੈ ਨਹੀਂਗਾ, ਠੀਕ ਹੈ। ਹੁਣ ਕਿਉਂਕਿ ਇਹ ਥਿਊਰੀ ਦਿੱਤੀ ਕਿਹਨੇ ਹੈ, ਐਡਮ ਸਮਿਥ ਨੇ ਦਿੱਤੀ ਹੈ, ਤਾਂ ਆਪਣੀ ਥਿਊਰੀ ਨੂੰ ਜਸਟੀਫਾਈ ਕਰਨ ਵਾਸਤੇ ਇੱਕ ਹੋਰ ਜਸਟੀਫਿਕੇਸ਼ਨ ਦਿੰਦਾ ਇਹ ਕਹਿੰਦਾ ਹੈ ਵੀ ਹਾਂਜੀ ਠੀਕ ਹੈ ਤੁਹਾਡੀ ਗੱਲ ਠੀਕ ਹੈ ਵੀ ਇੱਕ ਵਾਰੀ ਤਾਂ ਅੰਬਾਨੀ ਕੋਲੇ ਪੈਸਾ ਜਾਊਗਾ, ਬਟ ਇਹ ਕਹਿੰਦਾ ਹੈ ਇੱਕ ਉਦੋਂ ਬਾਅਦ ਵਿੱਚ ਕੀ ਹੋਊਗਾ, ਲੌਂਗ ਟਰਮ ਦੇ ਵਿੱਚ ਕੀ ਹੋਊਗਾ। ਹੁਣ ਜਦੋਂ ਜਿੰਨੇ ਅੰਬਾਨੀ ਕੋਲੇ ਪੈਸਾ ਗਿਆ, ਅੰਬਾਨੀ ਹੋਰ ਫੈਕਟਰੀਜ਼ ਲਗਾਊਗਾ, ਠੀਕ ਹੈ, ਹੋਰ ਫੈਕਟਰੀਜ਼ ਲਗਾਊਗਾ, ਹੋਰ ਐਮਪਲੋਇਮੈਂਟ ਜਨਰੇਟ ਹੋਊਗੀ, ਹੋਰ ਲੇਬਰ ਕੋਲੇ ਜਿਹੜੀ ਵੇਜਿਸ ਜਾਣਗੀਆਂ। ਤਾਂ ਇਹ ਥਿਊਰੀ ਆਪਣੀ ਨੂੰ ਜਸਟੀਫਾਈ ਕਰਨ ਵਾਸਤੇ ਕਹਿੰਦਾ ਹੈ ਵੀ ਹਾਂਜੀ ਠੀਕ ਹੈ ਇੱਕ ਵਾਰੀ ਪੈਸਾ ਜ਼ਰੂਰ ਜਾਊਗਾ, ਬਟ ਇਨ ਲੌਂਗ ਟਰਮ ਲੋਕਾਂ ਕੋਲੇ ਸਾਰਿਆਂ ਕੋਲੇ ਹੀ ਪੈਸਾ ਜਾਊਗਾ, ਜਿਹਦੇ ਨਾਲ ਸਾਡਾ ਕੀ ਹੈ ਮਤਲਬ ਪੈਸਾ ਸਾਰਿਆਂ ਕੋਲੇ ਹੀ ਚਲਾ ਜਾਊਗਾ। ਇੱਕ ਵਾਰੀ ਜ਼ਰੂਰ ਇੱਕ ਬੰਦੇ ਕੋਲ ਜਾ ਰਿਹਾ, ਇੱਕ ਵਾਰੀ ਜ਼ਰੂਰ ਕੰਸਨਟ੍ਰੇਸ਼ਨ ਆਫ ਵੈਲਥ ਹੋ ਰਹੀ ਹੈ, ਬਟ ਬਾਅਦ ਦੇ ਵਿੱਚ ਫਿਰ ਹੋਰ ਡਿਸਟਰੀਬਿਊਸ਼ਨ ਆਫ ਵੈਲਥ ਵੀ ਹੋਊਗੀ, ਠੀਕ ਹੈ, ਡਿਸਟਰੀਬਿਊਸ਼ਨ ਆਫ ਵੈਲਥ ਹੋਊਗੀ, ਠੀਕ ਹੈ। ਤੈਨੂੰ ਆਪਾਂ ਕਹਿ ਸਕਦੇ ਹਾਂ ਵੀ ਪਹਿਲਾਂ ਹੁੰਦੀ ਹੈ ਵੈਲਥ ਕ੍ਰੀਏਸ਼ਨ, ਠੀਕ ਹੈ, ਜਦੋਂ ਆਪਾਂ ਕਹਿ ਸਕਦੇ ਵੀ ਮਾਰਕੀਟ ਫੋਰਸਿਸ ਡੋਮੀਨੇਟ ਕਰਨਗੀਆਂ ਤਾਂ ਉਹਦੇ ਵਿੱਚ ਵੈਲਥ ਕ੍ਰੀਏਸ਼ਨ ਹੁੰਦੀ ਹੈਗੀ, ਠੀਕ ਹੈ। ਵੈਲਥ ਕ੍ਰੀਏਸ਼ਨ ਹੋਣ ਤੋਂ ਬਾਅਦ ਫਿਰ ਵੈਲਥ ਡਿਸਟਰੀਬਿਊਸ਼ਨ ਵੀ ਹੋਏਗੀ, ਡਿਸਟਰੀਬਿਊਸ਼ਨ, ਠੀਕ ਹੈ ਜੀ, ਫਿਰ ਵੈਲਥ ਡਿਸਟਰੀਬਿਊਸ਼ਨ ਹੋਏਗੀ। ਤਾਂ ਵੈਲਥ ਕ੍ਰੀਏਸ਼ਨ ਵੀ ਜ਼ਰੂਰੀ ਹੈ ਫੋਰ ਵੈਲਥ ਡਿਸਟਰੀਬਿਊਸ਼ਨ, ਇਹ ਥਿਊਰੀ ਲੈਜ਼ਰ-ਫੇਅਰ ਵਾਲੀ ਥਿਊਰੀ ਕਹਿੰਦੀ ਹੈ। ਔਰ ਇਸ ਨੂੰ ਆਪਾਂ ਇਨਵਿਜ਼ੀਬਲ ਹੈਂਡ ਥਿਊਰੀ ਕਹਿ ਦਿੰਦੇ ਹਾਂ। ਕੀ ਮਤਲਬ ਉਸ ਚੀਜ਼ ਦਾ ਵੀ ਮਾਰਕੀਟ ਦੇ ਵਿੱਚ ਐਡਮ ਸਮਿਥ ਕਹਿ ਰਿਹਾ ਵੀ ਇੱਕ ਇਨਵਿਜ਼ੀਬਲ ਹੈਂਡ ਹੁੰਦਾ ਹੈਗਾ। ਦੇਖੋ ਇੱਕ ਵਾਰੀ ਤਾਂ ਅੰਬਾਨੀ ਕੋਲ ਪੈਸਾ ਜਾ ਰਿਹਾ, ਬਟ ਮਾਰਕੀਟ ਦਾ ਇਨਵਿਜ਼ੀਬਲ ਹੈਂਡ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਨੂੰ ਵੀ ਪੈਸਾ ਦੇ ਕੇ ਜਾਊਗਾ, ਕਿਉਂਕਿ ਫੈਕਟਰੀਜ਼ ਬਣਨਗੀਆਂ, ਐਮਪਲੋਇਮੈਂਟ ਜਨਰੇਟ ਹੋਊਗੀ, ਲੋਕਾਂ ਕੋਲ ਤਨਖਾਹ ਜਾਣਗੀਆਂ, ਠੀਕ ਹੈ। ਤਾਂ ਇਹਨੂੰ ਇਹ ਕਹਿੰਦਾ ਇਨਵਿਜ਼ੀਬਲ ਹੈਂਡ ਥਿਊਰੀ ਕਿ ਹਾਂਜੀ ਮਾਰਕੀਟ ਕੋਲ ਇੱਕ ਇਨਵਿਜ਼ੀਬਲ ਹੈਂਡ ਹੁੰਦਾ ਹੈਗਾ। ਹੁਣ ਆਪਾਂ ਅਗਰ ਗ੍ਰਾਫ ਦੇ ਤੌਰ 'ਤੇ ਦੇਖੀਏ
ਤਾਂ ਦੇਖੋ ਇਨੀਸ਼ੀਅਲੀ ਤਾਂ ਕੀ ਕਹਿ ਰਿਹਾ, ਇਨੀਸ਼ੀਅਲੀ ਤਾਂ ਕਹਿ ਰਿਹਾ ਅੰਬਾਨੀ ਕੋਲੇ ਪੈਸਾ ਜਾ ਰਿਹਾ। ਦੇਖੋ ਕਾਹਦਾ ਗ੍ਰਾਫ ਹੈ, ਇਨਇਕੁਐਲਿਟੀ ਦਾ ਐਂਡ ਪਰ ਕੈਪੀਟਾ ਇਨਕਮ ਦਾ। ਪਰ ਕੈਪੀਟਾ ਇਨਕਮ ਮਤਲਬ ਜਿੰਨੇ ਲੋਕਾਂ ਕੋਲੇ ਮਤਲਬ ਇਨਕਮ ਆ ਰਹੀ ਹੈ, ਸਿੰਪਲੀ ਗੱਲ, ਠੀਕ ਹੈ। ਤਾਂ ਇਹ ਕਹਿ ਰਿਹਾ ਹੈ ਵੀ ਜਿਵੇਂ ਜਿਵੇਂ ਪਰ ਕੈਪੀਟਾ ਇਨਕਮ ਇੰਕਰੀਜ਼ ਹੋ ਰਹੀ ਹੈ, ਮਤਲਬ ਜਿਵੇਂ ਜਿਵੇਂ ਆਪਣੇ ਦੇਸ਼ ਦੇ ਵਿੱਚ ਵੈਲਥ ਕ੍ਰੀਏਸ਼ਨ ਹੋ ਰਹੀ ਹੈ, ਜਿਵੇਂ ਜਿਵੇਂ ਵੈਲਥ ਕ੍ਰੀਏਸ਼ਨ ਹੋ ਰਹੀ ਹੈ, ਤਾਂ ਇੱਕ ਵਾਰੀ ਤਾਂ ਅੰਬਾਨੀ ਕੋਲੇ ਪੈਸਾ ਜਾਊਗਾ, ਯਾਨੀ ਕਿ ਇੱਕ ਵਾਰੀ ਤਾਂ ਇਨਇਕੁਐਲਿਟੀ ਜਿਹੜੀ ਆਰਥਿਕ ਨਾ ਬਰਾਬਰੀ ਹੈ ਉਹ ਇੰਕਰੀਜ਼ ਹੋਊਗੀ। ਜਿਵੇਂ ਪਹਿਲਾਂ ਮੰਨ ਲਓ ਇਹ ਸਾਰੇ ਬਰਾਬਰ ਨੇਗੇ, ਠੀਕ ਹੈ, ਸਾਰੇ ਬਰਾਬਰ ਨੇ, ਅੰਬਾਨੀ ਵੀ ਬਰਾਬਰ ਹੈ, ਇੱਕ ਮਜ਼ਦੂਰ ਵੀ ਬਰਾਬਰ ਹੈਗਾ, ਠੀਕ ਹੈ, ਇੱਕ ਲੇਬਰ ਵੀ ਬਰਾਬਰ ਹੈ। ਤਾਂ ਇੱਕ ਵਾਰੀ ਕੀ ਹੋਊਗਾ ਜਦੋਂ ਵੈਲਥ ਜਨਰੇਟ ਹੋਊਗੀ, ਮਜ਼ਦੂਰ ਹੋ ਸਕਦਾ ਇੱਥੇ ਰਹਿ ਜੇ ਜਾਂ ਹੋਰ ਵੀ ਘਟ ਜੇ, ਬਟ ਇੱਕ ਵਾਰੀ ਅੰਬਾਨੀ ਇੰਕਰੀਜ਼ ਕਰੂਗਾ, ਇੱਕ ਵਾਰੀ ਅੰਬਾਨੀ ਦੀ ਵੈਲਥ ਇੰਕਰੀਜ਼ ਕਰੂਗੀ, ਠੀਕ ਹੈ। ਯਾਨੀ ਕਿ ਜਿਹੜੀ ਇਨਇਕੁਐਲਿਟੀ ਹੈ, ਆਰਥਿਕ ਨਾ ਬਰਾਬਰੀ ਹੈ, ਉਹ ਕੰਟੀਨਿਊਸਲੀ ਇੰਕਰੀਜ਼ ਹੋ ਰਹੀ ਹੈ। ਇਹ ਨਾ ਆਰਥਿਕ ਨਾ ਬਰਾਬਰੀ ਇੰਕਰੀਜ਼ ਹੋ ਰਹੀ ਹੈਗੀ, ਠੀਕ ਹੈ। ਬਟ ਜਿਹੜੀ ਇਨਵਿਜ਼ੀਬਲ ਹੈਂਡ ਥਿਊਰੀ ਹੈ ਇਹ ਕਹਿੰਦੀ ਹੈ ਵੀ ਇਹ ਜ਼ਰੂਰੀ ਨਹੀਂ ਹੈਗਾ, ਠੀਕ ਹੈ। ਇੱਕ ਵਾਰੀ ਠੀਕ ਹੈ, ਇੱਕ ਵਾਰੀ ਜਿਹੜੀ ਆਰਥਿਕ ਨਾ ਬਰਾਬਰੀ ਵੱਧ ਰਹੀ ਹੈ, ਬਟ ਜਦੋਂ ਅੰਬਾਨੀ ਕੋਲ ਇੰਨਾ ਜ਼ਿਆਦਾ ਪੈਸਾ ਆ ਗਿਆ, ਅੰਬਾਨੀ ਹੋਰ ਫੈਕਟਰੀਜ਼ ਖੋਲੂਗਾ, ਠੀਕ ਹੈ, ਹੋਰ ਫੈਕਟਰੀਜ਼ ਖੋਲੂਗਾ, ਤਾਂ ਜਿਹੜੇ ਇਹ ਲੇਬਰਸ ਨੇ ਇਹਨਾਂ ਦੀ ਤਨਖਾਹਾਂ ਵੀ ਵਧਣਗੀਆਂ ਫਿਰ, ਠੀਕ ਹੈ। ਪਹਿਲਾਂ ਤਾਂ ਹੋਰ ਲੇਬਰਸ ਨੂੰ ਜੋਬਸ ਮਿਲਣਗੀਆਂ ਅਤੇ ਇਹਦੇ ਨਾਲ ਨਾਲ ਇਹਨਾਂ ਦੀ ਤਨਖਾਹਾਂ ਵੀ ਵਧਣਗੀਆਂ, ਠੀਕ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਇਨਇਕੁਐਲਿਟੀ ਹੈ ਇਹ ਘਟ ਸਕਦੀ ਹੈਗੀ ਹੈ, ਠੀਕ ਹੈ। ਯਾਨੀ ਕਿ ਗ੍ਰਾਫ ਫਿਰ ਥੱਲੇ ਆ ਜਾਊਗਾ, ਜਿਹੜੀ ਇਨਇਕੁਐਲਿਟੀ ਹੈ, ਨਾ ਬਰਾਬਰੀ ਹੈ, ਉਹ ਘਟ ਜੂਗੀ, ਲੋਕ ਫਿਰ ਬਰਾਬਰ ਹੋਣ ਲੱਗ ਜਾਣਗੇ, ਠੀਕ ਹੈ। ਇਸ ਨੂੰ ਆਪਾਂ ਇਨਵਿਜ਼ੀਬਲ ਹੈਂਡ ਥਿਊਰੀ ਕਹਿੰਦੇ ਹਾਂ। ਜਸਟ ਥਿਊਰੀ ਹੈਗੀ, ਥਿਊਰੀਜ਼ ਨੇ ਰਾਜੇ, ਕੋਈ ਪੁਖਤਾ ਸਬੂਤ ਨਹੀਂ ਹੈਗਾ ਵੀ ਸੱਚ ਹੈ ਝੂਠ ਹੈ। ਕਈ ਦੇਸ਼ਾਂ ਵਾਸਤੇ ਸੱਚ ਹੋ ਸਕਦੀ ਹੈ, ਕਈ ਦੇਸ਼ਾਂ ਵਾਸਤੇ ਗਲਤ ਹੋ ਸਕਦੀ ਹੈ, ਠੀਕ ਹੈ। ਜਸਟ ਥਿਊਰੀਜ਼ ਨੇਗੀਆਂ, ਬਟ ਆਪਾਂ ਨੇ ਪਰ ਪੜ੍ਹਨਾ ਜ਼ਰੂਰ ਹੈ ਕਿਉਂਕਿ ਇਕਨੋਮੀ ਦੇ ਵਿੱਚ ਇਹ ਚੀਜ਼ਾਂ ਇੰਪੋਰਟੈਂਟ ਨਹੀਂ, ਠੀਕ ਹੈ। ਤਾਂ ਕੀ ਕਹਿ ਰਿਹਾ, ਦੁਬਾਰਾ ਇੱਕ ਵਾਰ ਦੇਖ ਲੈਣਾ ਆਪਾਂ। ਇਨਵਿਜ਼ੀਬਲ ਹੈਂਡ ਥਿਊਰੀ ਦੇ ਵਿੱਚ ਇੱਕ ਵਾਰੀ ਤਾਂ ਦੇਖੋ ਇਨਇਕੁਐਲਿਟੀ ਇੰਕਰੀਜ਼ ਹੋ ਰਹੀ ਹੈ, ਇੱਕ ਵਾਰੀ ਤਾਂ ਨਾ ਬਰਾਬਰੀ ਹੋ ਰਹੀ ਹੈ, ਮਤਲਬ ਕੁਝ ਲੋਕਾਂ ਕੋਲੇ ਪੈਸਾ ਜ਼ਿਆਦਾ ਜਾ ਰਿਹਾ ਹੈ, ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪੈਸਾ ਹੋਰ ਫਿਰ ਡਿਸਟਰੀਬਿਊਟ ਵੀ ਹੋ ਜਾਊਗਾ, ਜਿਹਦੇ ਨਾਲ ਬਰਾਬਰੀ ਆਪਣੀ ਦੁਬਾਰਾ ਆ ਜੂਗੀ, ਜਿਹੜੀ ਨਾ ਬਰਾਬਰੀ ਹੈ ਉਹ ਘਟ ਜੂਗੀ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਹਾਂ ਵੈਲਥ ਕ੍ਰੀਏਸ਼ਨ ਅਤੇ ਉਦੋਂ ਬਾਅਦ 'ਚੋਂ ਫਿਰ ਵੈਲਥ ਡਿਸਟਰੀਬਿਊਸ਼ਨ, ਠੀਕ ਹੈ ਜੀ, ਇਹ ਚੀਜ਼ ਹੈ। ਤਾਂ ਰਾਜੇ ਹੁਣ ਆਪਾਂ ਨੇ ਥੋੜ੍ਹਾ ਬੇਸਿਕ ਕਰ ਲਿਆ, ਠੀਕ ਹੈ। ਹੁਣ ਆਪਾਂ MCQs ਵੱਲ ਪ੍ਰੋਸੀਡ ਕਰ ਸਕਦੇ ਹਾਂ, ਠੀਕ ਹੈ ਜੀ। ਤਾਂ ਪਹਿਲਾ MCQ ਰਾਜੇ ਬੇਸਿਕ MCQ ਹੈ, ਠੀਕ ਹੈ। ਇਕਨੋਮਿਕਸ ਇਜ਼ ਅ ਕੰਪਿਊਟਰ ਸਾਇੰਸ, ਫਿਜ਼ੀਕਲ ਸਾਇੰਸ, ਸੋਸ਼ਲ ਸਾਇੰਸ ਜਾਂ ਨੈਚੁਰਲ ਸਾਇੰਸ। ਦੇਖੋ ਇਹ ਤਾਂ ਆਪਾਂ ਬਿਲਕੁਲ ਐਬਸਰਡ ਸਟੇਟਮੈਂਟ ਹੈ, ਪਹਿਲਾਂ ਹੀ ਐਲੀਮੀਨੇਟ ਕਰ ਪਾ ਰਹੇ ਹਾਂ ਆਪਾਂ, ਠੀਕ ਹੈ। ਇਹਦਾ ਇਹੋ ਜਿਹੀ ਕੁਛ ਨਹੀਂ ਹੈਗੀ। ठीक है जी। तो लॉजिक भी अगर लगाइए पर कॉमन सेंस भी लगाइए तो अपना सोशल साइंस आंसर बन जाता है, ठीक है। तो इकोनॉमिक्स इज अ सोशल साइंस, ठीक है जी, सी आंसर आएगा। नेक्स्ट क्वेश्चन, विद विच फॉर्म ऑफ इकोनॉमी इज द टर्म लेजर इज एसोसिएटेड, ठीक है। बिल्कुल बेसिक क्वेश्चन है राजे, आप पढ़ चुके हैं ये। लेजर की राजे लेट डू कि मार्केट में अपना काम करो, मार्केट के दखल अंदाजी ना करो, ठीक है। तो ये चीज़ कि जी ये कैपिटलिस्ट इकोनॉमी जी कि आप अमेरिका मन सकते हैं, ठीक है राजी। अगेन जो मैं कह रहा अमेरिका तो बिल्कुल कैपिटलिस्ट कंट्री है, बट इदा जरूरी नहीं है भी उत्थे कुछ सरकारी दखल अंदाजी नहीं हैगी, ठीक है, कोई टैक्सिस ही नहीं है या कुछ नहीं है, तो ठीक है मिक्स होंगे। कोई भी एक्सट्रीम केस कदे भी पॉसिबल नहीं होंगे, हमेशा मिक्स होंगे है। आप तो कह रहे हैं कि आप सोशलिस्ट कंट्री हाँ, ठीक है। ये जोड़े लोग ने कहते नहीं है, हालांकि सारे इधर वाले ही वादे ने, ठीक है। जोड़े कम्यूनिस्ट ने वो भी कितने ना कितने सोशलिस्ट ने, जोड़े कैपिटलिस्ट ने वो भी कितने ना कितने सोशलिस्ट ही है। क्योंकि अगर आप देखिए अमेरिका जी मतलब फ्री चीज़ा नेगियां, फ्री हैल्थ है, फ्री एजुकेशन है, काफ़ी कुछ है वैस्टर्न कंट्रीज़। आप गल करिए नॉर्वे, स्वीडन, फिनलैंड, ठीक है, ये जोड़े कंट्रीज़ ने इन्होंने सारा कुछ ऑलमोस्ट फ्री है, सारे एजुकेशन हैल्थ सर्विसेज। तो ये कितना कितने मतलब सोशलिज्म वाली ही जोड़े की है इंक्रीज़ करते हैं, प्रोसीड करते हैं कंट्रीज़, ठीक है जी। तो एक्सट्रीम कभी भी पॉसिबल नहीं होंगे, जो होंगे मिडल पाथ ही पॉसिबल होंगे हमेशा। तो यह आंसर है जी अपना कैपिटलिस्ट इकोनॉमी लेजर स्फीयर, ठीक है जी। चलो नैक्सट जी कमांड इकोनॉमी होंगी है जी। कमांड इकोनॉमी होंगे भी तुसी सारा कुछ जी कि सरकार डिक्टेट कर रही है, सरकार ही दस रही है तुसी कितनी प्रोडक्शन करनी है, कितनी क्वांटिटी प्रोड्यूस करनी है, कि तुसी उहदा प्राइस रखना है, कि तुसी उहदी क्वालिटी रखनी है, ठीक है। सारा कुछ जो कि सरकार ही डिक्टेट करती है, उन्होंने आप कहने कमांड इकोनॉमी, कमांड देंदी है सरकार, ठीक है। मिक्सड इकोनॉमी की होंगे राजे, मिक्सड इकोनॉमी देखो प्राइवेट ओनरशिप भी होंगी और जी की है पब्लिक ओनरशिप भी होंगी है। सरकारी तो प्राइवेट दोनों ही ओनरशिप होंगे ने मिक्सड इकोनॉमी के, ठीक है जी। ये चीज़ ध्यान रखनी अपने। सोशलिस्ट इकोनॉमी आपको पता ही अपने देश वाली हैगी है, ठीक है। हाँ चलो, द मेन फीचर ऑफ कैपिटलिस्ट इकोनॉमी का मेन फीचर की हो सकता राजे, ठीक है। तो ओबवियसली गल अगेन प्राइवेट ओनरशिप, ठीक है, क्योंकि आप कह रहे हैं भी जिन्नी वधो वध प्राइवेट ओनरशिप कैपिटलिस्ट इकोनॉमी के ही होंगी हैगी, ठीक है। इकोनॉमिक प्लैनिंग कादा राजे, ये अगेन कम्यूनिस्ट का है, कम्यूनिस्ट का या सोशलिस्ट का दोनों कह सकते हैं आप, ठीक है। पब्लिक ओनरशिप भी कम्यूनिस्ट का आ गया, ठीक है जी। एडमिनिस्ट्रेटिव प्राइजेस भी यदा ही आ गया, या फिर कमांड इकोनॉमी का आप कह सकते हैं, कमांड इकोनॉमी का
ਇਹਨਾਂ ਦੇ ਵਿੱਚ ਓਵਰਲੈਪ ਵੀ ਬਹੁਤ ਹੁੰਦਾ ਰਾਜੇ, ਕੋਈ ਐਦਾਂ ਨਹੀਂ ਹੈਗਾ ਵੀ ਕਮਾਂਡ ਇਕਨੋਮੀ ਬਿਲਕੁਲ ਅਲੱਗ ਹੈ ਔਰ ਕਮਿਊਨਿਸਟ ਇਕਨੋਮੀ ਬਿਲਕੁਲ ਅਲੱਗ ਹੈਗੀ, ਠੀਕ ਹੈ। ਤਾਂ ਇਹਨਾਂ ਦੇ ਵਿੱਚ ਓਵਰਲੈਪ ਬਹੁਤ ਹੁੰਦੇ ਨੇਗੇ, ਤਾਂ ਆਪਾਂ ਸਾਰੇ ਵਾਸਤੇ ਯੂਜ਼ ਕਰ ਸਕਦੇ ਹਾਂ ਚੀਜ਼ਾਂ ਨੂੰ, ਠੀਕ ਹੈ ਜੀ। ਤਾਂ ਇਸ ਕੁਐਸਚਨ ਦਾ ਆਪਣਾ ਆਨਸਰ ਆਏਗਾ ਜੀ ਕਿ ਕੈਪੀਟਲਿਸਟ ਇਕਨੋਮੀ ਦਾ ਮੇਨ ਫੀਚਰ ਕੀ ਹੈ ਜੀ, ਪ੍ਰਾਈਵੇਟ ਓਨਰਸ਼ਿਪ ਹੈਗਾ, ਠੀਕ ਹੈ। ਇਹ ਧਿਆਨ ਰੱਖਣਾ, ਕਿਉਂਕਿ ਆਪਣੇ ਇਹੀ ਚੀਜ਼ ਪੜ੍ਹੀ ਹੈ ਰਾਜੇ, ਸਭ ਤੋਂ ਪਹਿਲਾ ਪੁਆਇੰਟ ਇਹੀ ਸੀ ਆਪਣਾ ਅੱਜ ਦਾ ਕਿ ਕੈਪੀਟਲਿਸਟ ਦੀ ਪ੍ਰਾਈਵੇਟ ਓਨਰਸ਼ਿਪ ਹੁੰਦੀ ਹੈਗੀ। ਗਲੋਬਲਾਈਜੇਸ਼ਨ, ਤਾਂ ਰਾਜੇ ਗਲੋਬਲਾਈਜੇਸ਼ਨ ਕੀ ਹੁੰਦਾ ਹੈਗਾ, ਪਹਿਲੀ ਗੱਲ ਤਾਂ ਗਲੋਬ ਤੋਂ ਸਮਝ ਆ ਰਿਹਾ ਆਪਾਂ ਨੂੰ ਕਿ ਵਿਸ਼ਵ ਨਾਲ ਕਿਤੇ ਨਾ ਕਿਤੇ ਕੰਸਰਨਡ ਹੈਗੀ ਇਹ ਚੀਜ਼, ਠੀਕ ਹੈ। ਇੰਟੀਗ੍ਰੇਸ਼ਨ ਇਕਨੋਮੀ, ਠੀਕ ਲੱਗਦਾ ਜੀ ਆਪਾਂ ਨੂੰ। ਇੰਟੀਗ੍ਰੇਸ਼ਨ ਆਫ ਫਾਈਨੈਂਸ਼ੀਅਲ ਮਾਰਕੀਟ, ਚਲੋ ਦੇਖ ਲੈਂਦੇ ਹਾਂ। ਇੰਟੀਗ੍ਰੇਸ਼ਨ ਆਫ ਡੋਮੈਸਟਿਕ ਇਕਨੋਮੀ ਵਿਦ ਵਰਲਡ ਇਕਨੋਮੀ, ਤਾਂ ਬਿਲਕੁਲ ਇਹੀ ਆਨਸਰ ਆਏਗਾ ਜੀ, ਸੀ ਆਨਸਰ ਆਏਗਾ। ਗਲੋਬਲਾਈਜੇਸ਼ਨ ਦਾ ਕੀ ਮਤਲਬ ਹੈ ਕਿ ਜਿਵੇਂ ਭਾਰਤ ਦੀ ਆਪਾਂ ਗੱਲ ਕਰਦੇ ਹਾਂ, ਭਾਰਤ ਵੱਧੋ ਵੱਧ ਜਿਹੜੇ ਲੋਕਾਂ ਨਾਲ ਜੁੜਿਆ ਹੋਇਆ, ਠੀਕ ਹੈ। ਯੂਰਪ ਨਾਲ ਜੁੜਿਆ ਹੋਇਆ, ਅਫਰੀਕਾ ਨਾਲ ਜੁੜਿਆ ਹੋਇਆ, ਅਮਰੀਕਾ ਨਾਲ ਜੁੜਿਆ ਹੋਇਆ, ਚਾਈਨਾ ਨਾਲ ਜੁੜਿਆ ਹੋਇਆ, ਠੀਕ ਹੈ। ਸਾਊਥ ਈਸਟ ਏਸ਼ੀਅਨ ਕੰਟਰੀਜ਼ ਨਾਲ ਜੁੜਿਆ ਹੋਇਆ, ਜਾਪਾਨ ਨਾਲ ਜੁੜਿਆ ਹੋਇਆ। ਤਾਂ ਜਿੰਨਾ ਕੋਈ ਦੇਸ਼ ਦੂਸਰੇ ਦੇਸ਼ਾਂ ਨਾਲ ਜੁੜਿਆ ਹੋਇਆ ਹੈ ਇਨ ਟਰਮਸ ਆਫ ਟ੍ਰੇਡ, ਜਿੰਨੀ ਆਪਣੀ ਇਕਨੋਮੀ ਡੋਮੈਸਟਿਕ ਇਕਨੋਮੀ ਵਰਲਡ ਦੀ ਇਕਨੋਮੀ ਨਾਲ ਇੰਟੀਗ੍ਰੇਟ ਹੈਗੀ, ਉਹਨੂੰ ਆਪਾਂ ਕਹਿੰਦੇ ਹਾਂ ਜੀ ਗਲੋਬਲਾਈਜੇਸ਼ਨ, ਠੀਕ ਹੈ ਜੀ। ਤਾਂ ਇੱਕ ਚੀਜ਼ ਇੱਥੇ ਹੋਰ ਸਮਝਣ ਵਾਲੀ ਹੈਗੀ ਹੈ ਰਾਜੇ, 1990 ਤੋਂ ਪਹਿਲਾਂ 1990s ਤੋਂ ਪਹਿਲਾਂ ਅਸੀਂ ਕੀ ਸੀ ਰਾਜੇ, ਇੱਕ ਕਲੋਜ਼ਡ ਇਕਨੋਮੀ ਸੀਗੇ। ਕਲੋਜ਼ਡ ਇਕਨੋਮੀ ਕਿਹੜੀ ਹੁੰਦੀ ਹੈ ਵੀ ਸਾਡਾ ਕਿਸੇ ਹੋਰ ਦੇਸ਼ ਨਾਲ ਜ਼ਿਆਦਾ ਕੋਈ ਆਰ ਵਿਹਾਰ ਨਹੀਂ ਸੀਗਾ, ਅਸੀਂ ਨਾ ਹੀ ਜ਼ਿਆਦਾ ਐਕਸਪੋਰਟ ਕਰਦੇ ਸੀ ਨਾ ਹੀ ਜ਼ਿਆਦਾ ਇੰਪੋਰਟ ਕਰਦੇ ਸੀਗੇ, ਠੀਕ ਹੈ। ਓਬਵੀਅਸਲੀ ਕਰਦੇ ਸੀ ਬਟ ਬੜਾ ਮਿਨੀਮਮ ਲੈਵਲ 'ਤੇ, ਤਾਂ ਅਸੀਂ ਇੱਕ ਕਲੋਜ਼ਡ ਇਕਨੋਮੀ ਸੀਗੇ। ਬਟ 1990s ਤੋਂ ਬਾਅਦ ਆਪਾਂ ਨੂੰ ਪਤਾ ਆਪਾਂ ਕੀ ਲੈ ਕੇ ਆਇਆ ਜੀ, LPG ਰਿਫੋਰਮਸ ਲੈ ਕੇ ਆਇਆ, ਠੀਕ ਹੈ। ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਠੀਕ ਹੈ ਜੀ। ਇਸ ਗਲੋਬਲਾਈਜੇਸ਼ਨ ਦੇ ਅੰਡਰ ਹੀ ਅਸੀਂ ਕੀ ਕੀਤਾ ਜੀ, ਅਸੀਂ ਆਪਣੀ ਇਕਨੋਮੀ ਨੂੰ ਓਪਨ ਕਰਤਾ, ਠੀਕ ਹੈ। ਜਿਹਦੇ ਨਾਲ ਕੀ ਹੋਇਆ, ਸਾਡੇ ਦੇਸ਼ ਦੇ ਵਿੱਚ ਇੰਪੋਰਟਸ ਬਹੁਤ ਵੱਧ ਗਏ ਔਰ ਸਾਡੇ ਦੇਸ਼ ਦੇ ਐਕਸਪੋਰਟਸ ਵੀ ਬਹੁਤ ਵੱਧ ਗਏ, ਠੀਕ ਹੈ। ਹੁਣ ਅਸੀਂ ਇੱਕ ਓਪਨ ਇਕਨੋਮੀ ਆ, ਕਾਫੀ ਓਪਨ ਇਕਨੋਮੀ ਆਪਾਂ, ਠੀਕ ਹੈ। ਤਾਂ ਇਹਦਾ ਮਤਲਬ ਹੁੰਦਾ ਜੀ ਗਲੋਬਲਾਈਜੇਸ਼ਨ। ਜਿਹੜਾ LPG ਵਿੱਚ ਲਿਬਰਲਾਈਜੇਸ਼ਨ ਵੀ ਪੜ੍ਹਾਂਗੇ ਆਪਾਂ, ਪ੍ਰਾਈਵੇਟਾਈਜੇਸ਼ਨ ਵੀ, ਗਲੋਬਲਾਈਜੇਸ਼ਨ ਵੀ। ਇਸ ਗਲੋਬਲਾਈਜੇਸ਼ਨ ਦਾ ਮਤਲਬ ਇਹੀ ਹੈ ਕਿ ਅਸੀਂ ਹੁਣ ਇੱਕ ਓਪਨ ਇਕਨੋਮੀ ਆ, ਅਸੀਂ ਦੁਨੀਆ ਦੀ ਇਕਨੋਮੀਜ਼ ਨਾਲ ਇੰਟੀਗ੍ਰੇਟਡ ਆਪਾਂ ਕਿਤੇ ਨਾ ਕਿਤੇ, ਠੀਕ ਹੈ। ਦੁਨੀਆ ਦੇ ਵਿੱਚ ਜੋ ਵੀ ਹੋ ਰਿਹਾ, ਮੰਨ ਲਓ ਯੂਰਪ ਦੇ ਵਿੱਚ ਕੁਝ ਹੋ ਰਿਹਾ, ਅਮਰੀਕਾ ਦੇ ਵਿੱਚ ਕੁਝ ਹੋ ਰਿਹਾ, ਤਾਂ ਉੱਥੇ ਜੋ ਵੀ ਹੋ ਰਿਹਾ ਉਹਦਾ ਫਰਕ ਸਾਨੂੰ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ। ਤਾਂ ਕੀ ਮਤਲਬ ਹੋਇਆ ਵੀ ਅਸੀਂ ਇੰਟੀਗ੍ਰੇਟਡ ਆ ਉਹਨਾਂ ਨਾਲ, ਅਸੀਂ ਜੁੜੇ ਹੋਏ ਹਾਂ, ਠੀਕ ਹੈ। ਸਾਨੂੰ ਫਰਕ ਪੈਂਦਾ ਉੱਥੇ ਕੀ ਹੋ ਰਿਹਾ ਹੈਗਾ, ਇਹ ਚੀਜ਼ ਹੈਗੀ, ਇਸ ਨੂੰ ਆਪਾਂ ਕਹਿੰਦੇ ਜੀ ਗਲੋਬਲਾਈਜੇਸ਼ਨ। ਤਾਂ ਕਦੋਂ ਆਇਆ ਜੀ ਆਪਣੇ ਦੇਸ਼ ਦੇ ਵਿੱਚ ਇਹ, ਤਾਂ 1990 ਤੋਂ ਬਾਅਦ ਆਇਆ। ਔਰ ਹੁਣ ਆਪਾਂ ਥੋੜੀ ਡਿਸਕਸ ਕਰ ਲੈਂਦੇ ਹਾਂ। ਦੇਖੋ ਆਪਾਂ ਹਮੇਸ਼ਾ ਕਹਿ ਰਹੇ ਆ ਰਹੇ ਕਿ ਆਪਣੀ ਜਿਹੜੀ ਕੰਟਰੀ ਇੱਕ ਸੋਸ਼ਲਿਸਟ ਕੰਟਰੀ ਹੈਗੀ ਹੈ, ਠੀਕ ਹੈ। ਜਿਹੜਾ ਮੈਂ ਆਰਟੀਕਲ 39B ਦੀ ਗੱਲ ਕਰਦਾ ਸੀਗਾ, ਠੀਕ ਹੈ, 39B 39C ਦੀ ਗੱਲ ਕਰਦਾ ਸੀਗਾ, ਤਾਂ ਇਹਦੇ ਵਿੱਚ ਵੀ ਕੀ ਸੀ ਰਾਜੇ, ਇਹ ਪਹਿਲਾਂ ਤੋਂ ਚੱਲਦੇ ਆ ਰਹੀਆਂ ਨੇ ਵੀ ਹਾਂਜੀ ਅਸੀਂ ਕੰਸਨਟ੍ਰੇਸ਼ਨ ਆਫ ਵੈਲਥ ਨਹੀਂ ਹੋਣ ਦੇਣੀ ਹੈਗੀ, ਅਸੀਂ ਜਿਹੜੀ ਕੀ ਹੈ ਟੈਕਸਿਸ ਵਗੈਰਾ ਲੈ ਕੇ ਲੋਕਾਂ ਨੂੰ ਸਬਸਿਡਾਈਜ਼, ਲੋਕਾਂ ਨੂੰ ਰਾਸ਼ਨ ਦੇਣਾ ਹੈਗਾ ਆਪਾਂ ਨੇ, ਠੀਕ ਹੈ। ਲੋਕਾਂ ਨੂੰ ਹੋਰ ਜਿਹੜਾ ਕਿ ਸ਼ੈਲਟਰ ਵਗੈਰਾ ਦੇਣੇ ਨੇ ਆਪਣੇ, ਤਾਂ ਜਿੰਨਾ ਵੀ ਮਤਲਬ ਸਰਕਾਰ ਦੀ ਡਿਊਟੀ ਬਣਦੀ ਹੈਗੀ ਆ ਲੋਕਾਂ ਦਾ ਵੈਲਫੇਅਰ ਵਾਸਤੇ, ਉਹ ਚੀਜ਼ ਕਰਨੀ ਪਊਗੀ ਆਪਾਂ ਨੂੰ। ਬਟ 1990s ਤੋਂ ਬਾਅਦ ਕੀ ਹੋਇਆ ਰਾਜੇ, 1990s ਤੋਂ ਬਾਅਦ ਅਸੀਂ ਕੀ ਲੈ ਕੇ ਆਏ, ਅਸੀਂ ਕਿਉਂਕਿ ਵਰਲਡ ਇਕਨੋਮੀ ਨੂੰ ਓਪਨ ਕਰਤਾ ਅਸੀਂ, ਤਾਂ ਅਸੀਂ ਜਿਹੜੀ ਸਰਕਾਰੀ ਓਨਰਸ਼ਿਪ ਸੀ, ਜਿਹੜੀ ਪ੍ਰਾਈਵੇਟਾਈਜੇਸ਼ਨ ਸੀ ਉਹ ਵੀ ਘਟਾ ਦਿੱਤੀ ਆਪਾਂ ਨੇ, ਠੀਕ ਹੈ। ਮਤਲਬ ਜਿਹੜੀ ਪਬਲਿਕ ਓਨਰਸ਼ਿਪ ਸੀ, ਪਬਲਿਕ ਓਨਰਸ਼ਿਪ ਆਪਾਂ ਨੇ ਰਿਡਿਊਸ ਕਰਤੀ ਅਤੇ ਪ੍ਰਾਈਵੇਟਾਈਜੇਸ਼ਨ ਆਪਾਂ ਲੈ ਕੇ ਆਏ। ਆਪਾਂ ਇੱਕ ਪੜ੍ਹ ਰਹੇ ਨਾ LPG, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ। ਆਪਾਂ ਨੇ ਪ੍ਰਾਈਵੇਟਾਈਜੇਸ਼ਨ ਇੰਕਰੀਜ਼ ਕਰਤੀ ਆਫਟਰ 1990s, ਠੀਕ ਹੈ। ਤਾਂ ਮਤਲਬ ਸਰਕਾਰੀ ਕੰਪਨੀਆਂ ਘੱਟ ਗਈਆਂ, ਪ੍ਰਾਈਵੇਟ ਕੰਪਨੀਆਂ ਵੱਧ ਗਈਆਂ, ਠੀਕ ਹੈ। ਹੁਣ ਇਸ ਚੀਜ਼ਾਂ ਦੇ ਬਹੁਤ ਸਾਰੇ ਨੁਕਸਾਨ ਵੀ ਹੋਏ ਨੇ, ਠੀਕ ਹੈ, ਫਾਇਦੇ ਵੀ ਹੋਏ ਨੇ, ਠੀਕ ਹੈ। ਤਾਂ ਬਟ ਇੱਕ ਚੀਜ਼ ਆਪਾਂ ਜਿਹੜੀ ਬੇਸਿਕ ਚੇਂਜ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਜਿਵੇਂ ਪਹਿਲਾਂ ਇੱਕ ਸੋਸ਼ਲਿਸਟ ਕੰਟਰੀ ਸੀਗੇ, ਤਾਂ 1990s ਤੋਂ ਬਾਅਦ ਥੋੜ੍ਹਾ ਜਿਹਾ ਮੰਨਿਆ ਜਾਂਦਾ ਕਿ ਅਸੀਂ ਹੁਣ ਸੋਸ਼ਲਿਜ਼ਮ ਤੋਂ ਅਲੱਗ ਜਾ ਰਹੇ ਹਾਂ, ਠੀਕ ਹੈ। ਅਸੀਂ ਕੈਪੀਟਲਿਜ਼ਮ ਵੱਲ ਜਾ ਰਹੇ ਸੀਗੇ, ਠੀਕ ਹੈ। ਸੋਸ਼ਲਿਸਟ ਤੋਂ ਹੁਣ ਆਪਾਂ ਕੈਪੀਟਲਿਜ਼ਮ ਵਾਸਤੇ ਜਾ ਰਹੇ ਸੀਗੇ। ਦੇਖੋ ਕਿਵੇਂ ਡਾਇਗਰਾਮ ਕਿਵੇਂ ਬਣਾਇਆ ਸੀ ਆਪਾਂ ਨੇ, ਕਮਿਊਨਿਸਟ, ਕੈਪੀਟਲਿਸਟ, ਅਤੇ ਆਪਣਾ ਇੱਥੇ ਆ ਗਏ ਸੀ ਸੋਸ਼ਲਿਸਟ। ਅਸੀਂ 1990 ਤੋਂ ਪਹਿਲਾਂ ਪਿਓਰਲੀ ਸੋਸ਼ਲਿਸਟ ਕੰਟਰੀ ਸੀਗੇ, ਠੀਕ ਹੈ। ਹੁਣ ਵੀ ਹੈਗੇ ਆ, ਇੱਦਾਂ ਨਹੀਂ ਹੈਗੇ ਹੁਣ ਨਹੀਂ ਹੈਗੇ, ਬਟ ਆਫਟਰ 1990s ਥੋੜ੍ਹਾ ਜਿਹਾ ਸ਼ਿਫਟ ਦੇਖਣ ਨੂੰ ਮਿਲਿਆ ਸਾਨੂੰ ਸੋਸ਼ਲਿਸਟ ਤੋਂ ਕੈਪੀਟਲਿਸਟ ਵੱਲ। ਕਿਉਂਕਿ ਸਾਡੀ ਪ੍ਰਾਈਵੇਟ ਓਨਰਸ਼ਿਪ ਇੰਕਰੀਜ਼ ਹੋ ਗਈ ਸੀ, ਔਰ ਕੈਪੀਟਲਿਸਟ ਦੇ ਵਿੱਚ ਕੀ ਹੈ ਜੀ, ਪ੍ਰਾਈਵੇਟ ਓਨਰਸ਼ਿਪ ਹੀ ਹੈਗੀ ਹੈ, ਇਹੀ ਹੈ, ਠੀਕ ਹੈ। ਅਮਰੀਕਾ ਦੇ ਵਿੱਚ ਕੀ ਹੈ, ਪ੍ਰਾਈਵੇਟ ਓਨਰਸ਼ਿਪ ਹੈ, ਅਤੇ ਅਸੀਂ 1990s ਤੋਂ ਬਾਅਦ ਥੋੜ੍ਹਾ ਜਿਹਾ ਪ੍ਰਾਈਵੇਟ ਓਨਰਸ਼ਿਪ ਵੱਲ ਯਾਨੀ ਕਿ ਕੈਪੀਟਲਿਜ਼ਮ ਵੱਲ ਪ੍ਰੋਸੀਡ ਕਰ ਰਹੇ ਸੀਗੇ, ਠੀਕ ਹੈ। ਕੋਈ ਜ਼ਿਆਦਾ ਇੰਪੋਰਟੈਂਟ ਨਹੀਂ, ਬਟ ਸਮਝਣਾ ਜ਼ਰੂਰੀ ਆਪਾਂ ਨੂੰ ਇਸ ਚੀਜ਼ ਦਾ ਵੀ ਕੀ ਮਤਲਬ ਹੈ ਕੈਪੀਟਲਿਜ਼ਮ ਦਾ ਐਕਚੁਅਲ ਦੇ ਵਿੱਚ, ਠੀਕ ਹੈ ਜੀ। ਚਲੋ ਤੇਰਾ ਆਨਸਰ ਆਏਗਾ ਜੀ ਸੀ ਆਪਣਾ। ਚਲੋ ਡਿਸਇਨਵੈਸਟਮੈਂਟ ਇਨ ਪਬਲਿਕ ਸੈਕਟਰ। ਦੇਖੋ ਇਨਵੈਸਟਮੈਂਟ ਕਰਨਾ ਕੀ ਹੁੰਦਾ ਹੈਗਾ, ਇਨਵੈਸਟਮੈਂਟ ਕਰਨਾ ਵੀ ਪੈਸੇ ਦੇ ਕੇ ਕੋਈ ਚੀਜ਼ ਬਾਏ ਕਰਨਾ, ਠੀਕ ਹੈ। ਮੰਨ ਲਓ ਮੈਂ ਲੈਂਡ ਦੇ ਵਿੱਚ ਇਨਵੈਸਟ ਕਰ ਰਿਹਾ, ਮੈਂ ਲੈਂਡ ਬਾਏ ਕਰ ਰਿਹਾ, ਕੰਪਨੀ ਦੇ ਵਿੱਚ ਇਨਵੈਸਟ ਕਰ ਰਿਹਾ, ਕੰਪਨੀ ਦੇ ਸ਼ੇਅਰ ਬਾਏ ਕਰ ਰਿਹਾ, ਠੀਕ ਹੈ। ਤਾਂ ਇਨਵੈਸਟਮੈਂਟ ਹੁੰਦਾ ਮਤਲਬ ਖਰੀਦਣਾ, ਕੋਈ ਚੀਜ਼ ਖਰੀਦਣਾ, ਠੀਕ ਹੈ। ਤਾਂ ਡਿਸਇਨਵੈਸਟਮੈਂਟ ਕੀ ਹੋਊਗਾ ਜੀ, ਡਿਸਇਨਵੈਸਟਮੈਂਟ ਹੋਊਗਾ ਚੀਜ਼ ਨੂੰ ਵੇਚਣਾ, ਓਬਵੀਅਸ ਗੱਲ ਹੈ, ਠੀਕ ਹੈ। ਤਾਂ ਕੀ ਕਹਿ ਰਿਹਾ, ਡਿਸਇਨਵੈਸਟਮੈਂਟ ਇਨ ਪਬਲਿਕ ਸੈਕਟਰ। ਪਬਲਿਕ ਸੈਕਟਰ ਕਿਹੜਾ ਹੋ ਗਿਆ, ਸਰਕਾਰੀ ਸੈਕਟਰ ਹੋ ਗਿਆ। ਵੀ ਸਰਕਾਰੀ ਕੰਪਨੀਆਂ ਨੂੰ ਵੇਚਣਾ, ਡਿਸਇਨਵੈਸਟਮੈਂਟ ਕੀ ਆਪਾਂ ਕਹਿ ਰਹੇ ਹਾਂ, ਵੇਚਣਾ। ਤਾਂ ਸਰਕਾਰੀ ਕੰਪਨੀਆਂ ਨੂੰ ਵੇਚਣਾ ਕੀ ਕਿਹਾ ਜਾਊਗਾ, ਓਬਵੀਅਸ ਜੀ ਗੱਲ ਹੈ, ਇਹਨੂੰ ਪ੍ਰਾਈਵੇਟਾਈਜੇਸ਼ਨ ਕਿਹਾ ਜਾਊਗਾ, ਠੀਕ ਹੈ। ਕਿ ਜਿੰਨੇ ਸਰਕਾਰੀ ਕੰਪਨੀਆਂ ਵੇਚਾਂਗੇ ਉਹਨੇ ਉਹਦੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ। ਇਹ ਵੀ ਸਾਡਾ LPG ਦੇ ਵਿੱਚ ਹੀ ਆ ਗਿਆ।
ਗਲੋਬਲਾਈਜੇਸ਼ਨ ਵੀ ਪੜ੍ਹ ਲਿਆ ਆਪਾਂ ਨੇ ਤੇ ਪ੍ਰਾਈਵੇਟਾਈਜੇਸ਼ਨ ਵੀ ਪੜ੍ਹ ਲਿਆ ਆਪਾਂ ਨੇ, ਠੀਕ ਹੈ। ਕੀ ਪ੍ਰਾਈਵੇਟਾਈਜੇਸ਼ਨ ਕੀ ਹੁੰਦੀ ਹੈਗੀ? ਡਿਸਇਨਵੈਸਟਮੈਂਟ ਇਨ ਪਬਲਿਕ ਸੈਕਟਰ, ਸਰਕਾਰੀ ਕੰਪਨੀਆਂ ਨੂੰ ਵੇਚਣਾ ਹੀ ਆਪਾਂ ਪ੍ਰਾਈਵੇਟਾਈਜੇਸ਼ਨ ਕਹਿ ਸਕਦੇ ਆਪਾਂ, ਠੀਕ ਹੈ ਜੀ, ਇਹ ਚੀਜ਼ ਹੈ। ਚਲੋ ਨੈਕਸਟ ਜੀ, ਦ ਰਿਮੂਵਲ ਆਫ ਪ੍ਰੋਹੀਬਿਸ਼ਨਸ ਐਂਡ ਹਿੰਡਰੈਂਸਿਸ। ਪ੍ਰੋਹੀਬਿਸ਼ਨ ਮਤਲਬ ਰੁਕਾਵਟਾਂ, ਹਿੰਡਰੈਂਸ ਮਤਲਬ ਅਗੇਨ ਰੁਕਾਵਟਾਂ। ਤਾਂ ਇਹਨਾਂ ਰੁਕਾਵਟਾਂ ਨੂੰ ਰਿਮੂਵਲ, ਇਹਨਾਂ ਦਾ ਰਿਮੂਵਲ ਬਾਏ ਗਵਰਨਮੈਂਟ ਇਜ਼ ਕੋਲਡ, ਜਦੋਂ ਸਰਕਾਰ ਕੁਛ ਰੁਕਾਵਟਾਂ ਨੂੰ ਹਟਾਉਂਦੀ ਹੈ, ਕੁਛ ਹਿੰਡਰੈਂਸਿਸ ਨੂੰ ਹਟਾਉਂਦੀ ਹੈ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ? ਦੇਖੋ ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਆਪਾਂ ਸੋਸ਼ਲਿਸਟ ਕੰਟਰੀ ਜ਼ਿਆਦਾ ਸੀਗੇ ਤਾਂ ਜਿਹੜੇ ਟੈਕਸਿਸ ਸੀਗੇ, ਟੈਕਸਿਸ ਆਲਮੋਸਟ 90% ਤੋਂ ਜ਼ਿਆਦਾ ਟੈਕਸਿਸ ਸੀਗੇ। ਮੰਨ ਲਓ ਜੇ ਕਿਸੇ ਕੰਪਨੀ ਨੇ 100 ਕਰੋੜ ਦਾ ਕੰਮ ਕੀਤਾ, 100 ਕਰੋੜ ਦਾ ਪ੍ਰੋਫਿਟ ਬਣਾਇਆ, ਤਾਂ ਇਹਦੇ ਵਿੱਚੋਂ 90 ਕਰੋੜ ਦਾ ਟੈਕਸ ਦੇਣਾ ਪੈਂਦਾ ਸੀ ਉਹਨਾਂ ਨੂੰ, ਠੀਕ ਹੈ। ਤਾਂ ਮਤਲਬ ਇੰਨਾ ਜ਼ਿਆਦਾ ਟੈਕਸੇਸ਼ਨ, ਇੰਨੀ ਜ਼ਿਆਦਾ ਮਤਲਬ ਕੀ ਸੀਗਾ, ਇੱਕ ਲਾਇਸੈਂਸ ਰਾਜ ਕਹਿ ਸਕਦੇ ਆਪਾਂ, ਲਾਇਸੈਂਸ ਰਾਜ, ਠੀਕ ਹੈ। ਅਗਰ ਤੁਸੀਂ ਕੋਈ ਨਵੀਂ ਫੈਕਟਰੀ ਲਗਾਉਣੀ ਹੈਗੀ ਹੈ, ਠੀਕ ਹੈ, ਨਵੀਂ ਕੋਈ ਇੰਡਸਟਰੀ ਲਗਾਉਣੀ ਹੈ, ਤਾਂ ਤੁਹਾਨੂੰ ਸਰਕਾਰ ਤੋਂ 100 ਤਰ੍ਹਾਂ ਦੇ ਕੀ ਨੇ ਕਲੀਅਰੈਂਸਿਸ ਲੈਣੇ ਪੈਣਗੇ, 100 ਤਰ੍ਹਾਂ ਦੇ ਲਾਇਸੈਂਸਿਸ ਲੈਣੇ ਪੈਣਗੇ। ਹੁਣ ਲਾਇਸੈਂਸ ਕਿਤੋਂ ਲੈਣੇ ਨੇ? ਆਪਣੇ ਸਰਕਾਰ ਤੋਂ। ਸਰਕਾਰ ਦੇ ਵਿੱਚ ਕੀ ਹੈ? ਕਰਪਸ਼ਨ ਹੈਗੀ ਹੈ, ਠੀਕ ਹੈ। ਤਾਂ ਇਹ ਜਿਹੜਾ ਕਰਪਸ਼ਨ ਸੀ, ਲਾਇਸੈਂਸ ਰਾਜ ਸੀ, ਇਹਨੇ ਸਾਨੂੰ ਗਰੋ ਨਹੀਂ ਕਰਨ ਦਿੱਤਾ। ਪਹਿਲਾਂ 1990 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ, ਇਹਨੇ ਸਾਨੂੰ ਗਰੋ ਨਹੀਂ ਕਰਨ ਦਿੱਤਾ ਹੈਗਾ, ਠੀਕ ਹੈ। ਤਾਂ ਜਿਹੜੀ ਕਰਪਸ਼ਨ ਹੋਣ ਕਰਕੇ, ਲਾਇਸੈਂਸ ਰਾਜ ਹੋਣ ਕਰਕੇ ਅਸੀਂ ਆਪਣੀ ਕੰਪਨੀਜ਼ ਗਰੋ ਨਹੀਂ ਕਰ ਪਾਈਆਂ। ਤੁਸੀਂ ਹਿਸਾਬ ਲਗਾਓ ਬੱਚੇ, ਅਗਰ ਕੋਈ ਬੰਦਾ ਆਪਣੀ ਪ੍ਰੋਫਿਟ ਦਾ 90% ਟੈਕਸ ਦੇ ਵਿੱਚ ਪੇ ਕਰ ਰਿਹਾ, ਉਹ ਬੰਦਾ ਕਮਾਊਗਾ ਕੀ? ਉਹ ਬੰਦਾ ਕਿਉਂ ਕਮਾਊਗਾ? ਕਿਉਂ ਬੰਦਾ ਕੁਝ ਕਰੂਗਾ ਉਹ, ਠੀਕ ਹੈ। ਤਾਂ ਅਸੀਂ ਗਰੋ ਨਹੀਂ ਕਰ ਪਾਏ ਸੀਗੇ। ਤਾਂ ਫਿਰ 1990 ਤੋਂ ਬਾਅਦ ਅਸੀਂ ਇਹ ਚੀਜ਼ ਕੀਤੀ ਕਿ ਅਸੀਂ ਜਿਹੜੀ ਇਹ ਇੰਨਾ ਜ਼ਿਆਦਾ ਇਹਨਾਂ ਨੂੰ ਤੰਗ ਕੀਤਾ ਹੋਇਆ ਹੈ, ਜਿਹੜੇ ਫੈਕਟਰੀਜ਼ ਓਨਰਸ ਨੇਗੇ, ਇੰਡਸਟਰੀ ਓਨਰਸ ਨੇਗੇ, ਜਿਹੜੇ ਆਪਣੇ ਪੂੰਜੀਪਤੀ ਨੇ, ਉਹਨਾਂ ਨੂੰ ਅਸੀਂ ਹੁਣ ਫ੍ਰੀ ਕਰਤਾ ਵੀ ਅਸੀਂ ਕੋਈ ਐਡਾ ਲਾਇਸੈਂਸ ਰਾਜ ਨਹੀਂ ਰੱਖਦੇ, ਤੁਸੀਂ ਆਪਣਾ ਕੰਮ ਕਰੋ, ਫ੍ਰੀਲੀ ਕਰੋ, ਕੋਈ ਦਿੱਕਤ ਨਹੀਂ। ਜਿਹੜੇ ਹੋਰ ਕਲੀਅਰੈਂਸ, ਇਨਵਾਇਰਮੈਂਟ ਕਲੀਅਰੈਂਸ ਵਗੈਰਾ ਲੈਣੀ ਉਹ ਤਾਂ ਲੈਣੀ ਪਏਗੀ, ਬਟ ਜਿਹੜੇ ਲਾਇਸੈਂਸ ਵਗੈਰਾ ਲੈਣੇ ਪੈਂਦੇ ਸੀਗੇ ਅਨਨੈਸੈਸਰੀ ਬਿਲਕੁਲ, ਉਹ ਅਸੀਂ ਅਬੋਲਿਸ਼ ਕਰਤੇ, ਠੀਕ ਹੈ। ਤਾਂ ਅਸੀਂ ਲਾਇਸੈਂਸ ਰਾਜ, ਕੋਟਾ ਰਾਜ, ਇਹ ਸਾਰਾ ਕੁਝ ਖਤਮ ਕਰਤਾ। ਕਦੋਂ? 1990s ਦੇ ਵਿੱਚ। ਯਾਨੀ ਕਿ ਆਪਾਂ ਜਿਹੜੀਆਂ ਨਵੀਂ ਕੋਈ ਫੈਕਟਰੀ ਲਗਾਉਣੀ ਸੀ ਜਾਂ ਕੁਝ ਹੋਰ ਪ੍ਰੋਡਕਸ਼ਨ ਕਰਨੀ ਸੀ, ਉਹਦੇ ਵਿੱਚ ਜਿਹੜੀਆਂ ਰੁਕਾਵਟਾਂ ਸੀ ਉਹਨੂੰ ਅਸੀਂ ਹਟਾਤਾ, ਸਰਕਾਰ ਨੇ ਉਹਨੂੰ ਹਟਾਤਾ। ਤਾਂ ਇਸ ਚੀਜ਼ ਨੂੰ ਕਿਹਾ ਜਾਂਦਾ ਸੀ ਜੀ ਲਿਬਰਲਾਈਜੇਸ਼ਨ। ਲਿਬਰਲ ਦਾ ਮਤਲਬ ਕੀ ਹੈ ਜੀ? ਆਜ਼ਾਦੀ, ਠੀਕ ਹੈ। ਯਾਨੀ ਕਿ ਜਿਹੜੇ ਇਹ ਆਪਣੇ ਫੈਕਟਰੀਜ਼ ਵਗੈਰਾ ਸੀ ਉਹਨੂੰ ਅਸੀਂ ਲਿਬਰਲਾਈਜ਼ ਕਰਤਾ, ਉਹਨੂੰ ਆਜ਼ਾਦ ਕਰਤਾ ਵੀ ਤੁਸੀਂ ਫ੍ਰੀਲੀ ਪ੍ਰੋਡਿਊਸ ਕਰੋ, ਤੁਸੀਂ ਫ੍ਰੀਲੀ ਆਪਣੀ ਇੰਡਸਟਰੀ ਲਗਾਓ, ਫ੍ਰੀਲੀ ਕੰਮ ਕਰੋ, ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਤਾਂ ਅਗੇਨ ਇਹ ਵੀ ਕੀ ਹੈ ਜੀ? LPG ਦੇ ਵਿੱਚ ਹੀ ਆ ਗਿਆ। ਲਿਬਰਲਾਈਜ਼ ਕਰਤਾ ਅਸੀਂ ਲਾਇਸੈਂਸ ਰਾਜ ਨੂੰ ਖਤਮ ਕਰਤਾ ਵੀ ਹੁਣ ਅਸੀਂ ਫੈਕਟਰੀ ਦੇ ਓਨਰਸ ਨੂੰ ਤੰਗ ਨਹੀਂ ਕਰਦੇ ਹੈਗੇ, ਨਾ ਹੀ ਟੈਕਸੇਸ਼ਨ ਦੇ ਪੱਖੋਂ, ਨਾ ਹੀ ਹੋਰ ਕਿਸੇ ਮਤਲਬ ਕੋਈ ਰੇਡ ਭਰਨੀ ਜਾਂ ਹੋਰ ਕਰਨਾ ਇਹੋ ਜਿਹੇ ਪੱਖੋਂ, ਠੀਕ ਹੈ। ਤਾਂ ਅਸੀਂ ਲਿਬਰਲਾਈਜੇਸ਼ਨ ਦੇ ਵਿੱਚ ਚਲੇ ਗਏ ਸੀਗੇ। ਅਗੇਨ ਕਦੋਂ? 1990s ਤੋਂ ਬਾਅਦ। ਤਾਂ ਲਿਬਰਲਾਈਜੇਸ਼ਨ ਕੀ ਹੈ ਰਾਜੇ? ਰੁਕਾਵਟਾਂ ਨੂੰ ਘਟਾਉਣਾ, ਜਿਹੜੀ ਫੈਕਟਰੀਜ਼ ਓਨਰ ਨੂੰ ਫ੍ਰੀਲੀ ਕੰਮ ਕਰਨ ਦੇਣਾ। ਪ੍ਰਾਈਵੇਟਾਈਜੇਸ਼ਨ ਕੀ ਹੋਗੀ? ਮਤਲਬ ਸਰਕਾਰੀ ਜਿਹੜੀ ਓਨਰਸ਼ਿਪ ਉਹਨੂੰ ਘਟਾ ਦੇਣਾ, ਠੀਕ ਹੈ। ਗਲੋਬਲਾਈਜੇਸ਼ਨ ਕੀ ਹੋ ਗਿਆ ਆਪਣਾ ਜੀ? ਵੀ ਵਰਲਡ ਇਕਨੋਮੀ ਦੇ ਨਾਲ ਆਪਾਂ ਨੂੰ ਇੰਟੀਗ੍ਰੇਟ ਕਰਨਾ। ਇਹ ਆਪਣਾ ਹੈਗਾ ਜੀ LPG ਰਿਫੋਰਮਸ, ਠੀਕ ਹੈ ਜੀ। ਇਹਨੂੰ ਆਪਾਂ ਕਹਿੰਦੇ LPG ਰਿਫੋਰਮਸ। ਕਦੋਂ ਲੈ ਕੇ ਆਏ ਜੀ ਆਪਾਂ? ਇਹ 1990s ਦੇ ਵਿੱਚ ਲੈ ਕੇ ਆਏ, ਠੀਕ ਹੈ। ਆਫਟਰ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ, ਜੋ ਆਪਾਂ ਪੜ੍ਹ ਚੁੱਕੇ ਹਾਂ ਆਲਰੇਡੀ, ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਆਪਾਂ ਪੜ੍ਹ ਚੁੱਕਾ ਰਾਜੇ। ਉਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਬਰੀਫਲੀ ਡਿਸਕਸ ਕੀਤਾ ਸੀ ਕਿ LPG ਰਿਫੋਰਮ ਲੈ ਕੇ ਆਏ ਆਪਾਂ, ਬਟ ਆਪਾਂ ਨੇ ਇੱਥੇ ਅੱਜ ਡਿਟੇਲ ਦੇ ਵਿੱਚ ਦੇਖ ਲਿਆ ਕਿ LPG ਰਿਫੋਰਮ ਹੈ ਕੀ ਚੀਜ਼ ਨੇਗੇ, ਠੀਕ ਹੈ। ਤਾਂ ਕਿਹੜੀ ਸਰਕਾਰ ਕੌਣ ਸੀ ਰਾਜੀ ਇੱਥੇ? PV ਨਰਸਿਮਹਾ ਰਾਓ ਦੀ ਸਰਕਾਰ ਸੀਗੀ। PV ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਉਸ ਟਾਈਮ 'ਤੇ ਜਿਹੜੇ ਸਾਡੇ ਮਨਮੋਹਨ ਸਿੰਘ ਸੀਗੇ ਉਹ ਵਿੱਤ ਮੰਤਰੀ ਸੀਗੇ, ਠੀਕ ਹੈ। ਤਾਂ ਸਿੰਘ ਰਾਓ ਵੀ ਮਾਡਲ ਵੀ ਕਹਿੰਦੇ ਇਹਨਾਂ ਨੂੰ, ਠੀਕ ਹੈ। ਮਨਮੋਹਨ ਤੇ ਨਰਸਿਮਹਾ ਦਾ ਮਾਡਲ ਵੀ ਕਹਿੰਦੇ ਇਹਨਾਂ ਨੂੰ, ਠੀਕ ਹੈ। ਮਨਮੋਹਨ ਸਿੰਘ ਉਦੋਂ ਫਾਈਨਾਂਸ ਮਿਨਿਸਟਰ ਸੀਗੇ ਆਪਣੇ, ਤੇ PV ਨਰਸਿਮਹਾ ਰਾਓ ਉਸ ਟਾਈਮ 'ਤੇ ਪ੍ਰਧਾਨ ਮੰਤਰੀ ਸੀਗੇ, ਠੀਕ ਹੈ, ਜਦੋਂ ਆਪਾਂ ਨੇ LPG ਰਿਫੋਰਮਸ ਲੈ ਕੇ ਆਉਂਦੇ ਆਪਾਂ, ਠੀਕ ਹੈ ਜੀ। ਇਹ ਚੀਜ਼ ਹੈਗੀ। ਚਲੋ ਨੈਕਸਟ ਕੁਐਸਚਨ ਜੀ, ਕਲੋਜ਼ਡ ਇਕਨੋਮੀ। ਇੱਕ ਕਲੋਜ਼ਡ ਇਕਨੋਮੀ ਕਿਹੜੀ ਹੈ ਜੀ? ਪੜ੍ਹ ਚੁੱਕੇ ਆਪਾਂ ਆਲਰੇਡੀ। ਡਜ਼ ਨੋਟ ਟਰੇਡ ਵਿਦ ਅਦਰ ਕੰਟਰੀਜ਼, ਪਹਿਲਾ ਹੀ ਆਪਸ਼ਨ ਠੀਕ ਹੈ ਰਾਜੇ, ਠੀਕ ਹੈ। ਆਪਾਂ ਪਹਿਲਾਂ ਹੀ ਪੜ੍ਹਿਆ ਸੀ ਜੀ ਕਿ ਅਸੀਂ 1990s ਤੋਂ ਪਹਿਲਾਂ ਕਾਫੀ ਹੱਦ ਤੱਕ ਇੱਕ ਕਲੋਜ਼ਡ ਇਕਨੋਮੀ ਸੀ। ਅਸੀਂ ਦੂਸਰੇ ਦੇਸ਼ਾਂ ਨਾਲ ਨਾ ਤਾਂ ਐਕਸਪੋਰਟ ਕਰਦੇ ਸੀ, ਨਾ ਹੀ ਇੰਪੋਰਟ ਕਰਦੇ ਸੀ ਜ਼ਿਆਦਾ। ਤਾਂ ਅਸੀਂ ਇੱਕ ਟਰੇਡ ਨਹੀਂ ਕਰਦੇ ਸੀ ਆਪਾਂ ਬਾਹਰਲੇ ਦੇਸ਼ਾਂ ਨਾਲ, ਤਾਂ ਅਸੀਂ ਇੱਕ ਕਲੋਜ਼ਡ ਇਕਨੋਮੀ ਸੀਗੇ। ਤਾਂ ਕੀ ਹੁੰਦੀ ਜੀ? ਦੈਟ ਇਕਨੋਮੀ ਡਜ਼ ਨੋਟ ਟਰੇਡ ਵਿਦ ਅਦਰ ਕੰਟਰੀਜ਼, ਉਹਨੂੰ ਆਪਾਂ ਕਲੋਜ਼ਡ ਇਕਨੋਮੀ ਕਹਿ ਦਿੰਦੇ ਹਾਂ, ਠੀਕ ਹੈ। ਇਹੀ ਆਨਸਰ ਆਏਗਾ ਜੀ। ਚਲੋ, when there is a effect on economic activity of a specific country due to import and export, then such economy is called। ਦੇਖੋ ਰਾਜੇ ਹੁਣੀ ਪੜ੍ਹਿਆ ਆਪਾਂ ਨੇ ਕਿ ਸਾਨੂੰ ਯੂਰਪ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਅਗਰ ਕੋਈ ਘਟਨਾ ਘਟ ਰਹੀ ਹੈ, ਕੀ ਸਾਡੇ ਇਕਨੋਮੀ ਦੇ ਵਿੱਚ ਫਰਕ ਪੈ ਰਿਹਾ? ਬਿਲਕੁਲ ਪੈ ਰਿਹਾ ਜੀ, ਠੀਕ ਹੈ। ਤਾਂ ਇਹੀ ਪੁੱਛ ਰਿਹਾ ਜੀ ਕਿ ਅਗਰ ਕੋਈ ਕੰਟਰੀ ਜਿਹਦੇ ਵਿੱਚ ਕੀ ਫਰਕ ਪੈ ਰਿਹਾ ਹੈਗਾ, ਠੀਕ ਹੈ, ਅਫੈਕਟ ਹੁੰਦਾ, ਕਾਹਦਾ ਅਫੈਕਟ ਹੁੰਦਾ ਜੀ? ਇੰਪੋਰਟ ਐਕਸਪੋਰਟ ਨਾਲ। ਵੀ ਇੰਪੋਰਟ ਐਕਸਪੋਰਟ ਨਾਲ ਅਗਰ ਤੁਹਾਡੇ ਆਪਣੇ ਦੇਸ਼ ਦੇ ਵਿੱਚ ਕੋਈ ਫਰਕ ਪੈ ਰਿਹਾ ਤਾਂ ਤੁਸੀਂ ਕੀ ਹੋ? ਤੁਸੀਂ ਇੱਕ ਓਪਨ ਇਕਨੋਮੀ ਹੋ, ਠੀਕ ਹੈ। ਆਪਾਂ ਹੁਣ ਪੜ੍ਹ ਰਹੇ ਹਾਂ ਕਿ ਆਪਾਂ ਬਹੁਤ ਜ਼ਿਆਦਾ ਇੰਪੋਰਟ ਐਕਸਪੋਰਟ ਕਰ ਰਹੇ ਹਾਂ, ਠੀਕ ਹੈ। ਇਸੇ ਕਰਕੇ ਆਪਾਂ ਇੱਕ ਓਪਨ ਇਕਨੋਮੀ ਆ। ਤੁਸੀਂ ਲਗਾਓ ਰਾਜੇ ਆਪਣਾ ਜਿਹੜਾ ਇੰਪੋਰਟ ਹੈ ਕਾਹਦਾ ਹੁੰਦਾ? ਮੇਨਲੀ ਕਰੂਡ ਆਇਲ ਦਾ, ਠੀਕ ਹੈ।
ਤਾਂ ਜਦੋਂ ਹੀ ਕਿਸੇ ਇਸ ਵੈਸਟ ਏਸ਼ੀਆ ਦੇ ਵਿੱਚ, ਇਸ ਰੀਜਨ ਦੇ ਵਿੱਚ, ਦੁਬਈ ਵਾਲੇ ਰੀਜਨ ਦੇ ਵਿੱਚ, ਸੀਰੀਆ ਇਰਾਕ ਵਾਲੇ ਰੀਜਨ ਦੇ ਵਿੱਚ ਜਦੋਂ ਵੀ ਮਤਲਬ ਸਿਵਲ ਵਾਰ ਵਾਲੀ ਕੰਡੀਸ਼ਨ ਚੱਲ ਰਹੀ ਹੈ ਹੁਣ ਵੀ, ਠੀਕ ਹੈ, ਜਦੋਂ ਵੀ ਮਤਲਬ ਵਾਇਲੈਂਸ ਰਹਿੰਦੀ ਹੈ, ਸਟੇਬਿਲਿਟੀ ਨਹੀਂ ਰਹਿੰਦੀ, ਤਾਂ ਕਰੂਡ ਆਇਲ ਦੇ ਪ੍ਰਾਈਸਿਸ ਇੰਕਰੀਜ਼ ਹੋ ਜਾਂਦੇ ਨੇ, ਠੀਕ ਹੈ। ਹੁਣ ਸਾਰਾ ਦੰਗੇ ਕਿੱਥੇ ਹੋ ਰਹੇ ਨੇ? ਇੱਥੇ ਹੋ ਰਹੇ ਨੇ। ਸਿਵਲ ਵਾਰ ਕੀ ਕਿੱਥੇ ਹੋ ਰਹੀ ਹੈ? ਇੱਥੇ ਹੋ ਰਹੀ ਹੈ। ਬਟ ਫਰਕ ਕਿੱਥੇ ਪੈ ਰਿਹਾ? ਸਾਨੂੰ ਪੈ ਰਿਹਾ, ਇੰਡੀਆ ਨੂੰ ਪੈ ਰਿਹਾ। ਤਾਂ ਅਸੀਂ ਇੱਕ ਓਪਨ ਇਕਨੋਮੀ ਆ, ਕਿਉਂਕਿ ਸਾਨੂੰ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਦੇ ਨਾਲ ਸਾਡੀ ਇਕਨੋਮੀ ਨੂੰ ਫਰਕ ਬਿਲਕੁਲ ਪੈਂਦਾ ਹੈਗਾ। ਅਸੀਂ ਇੱਕ ਓਪਨ ਇਕਨੋਮੀ ਆ, ਕਿਉਂਕਿ ਅਸੀਂ ਆਯਾਤ ਨਿਰਯਾਤ ਬਹੁਤ ਕਰਦੇ ਹਾਂ ਹੁਣ ਕੰਪੇਅਰ ਟੂ ਅਰਲੀਅਰ, ਠੀਕ ਹੈ ਜੀ। ਚਲੋ, ਡੈਪਰੀਸੀਏਸ਼ਨ ਰਾਜੀ ਪੜ੍ਹ ਚੁੱਕੇ ਆਪਾਂ, ਥੋੜੀ ਰਿਵੀਜ਼ਨ ਹੈਗੀ ਹੈ। ਡੈਪਰੀਸੀਏਸ਼ਨ ਕੀ ਹੁੰਦੀ ਹੈ? ਤਾਂ ਡੈਪਰੀਸੀਏਸ਼ਨ ਬੇਸਿਕਲੀ ਬੱਚੇ ਆਪਾਂ ਇੱਕ ਥੰਬ ਰੂਲ ਇਹੀ ਹੈ ਵੀ ਜਦੋਂ ਵੀ ਆਪਾਂ ਗਰੋਸ ਨੂੰ ਮਾਈਨਸ ਕਰਦੇ ਨੈਟ ਤੋਂ, ਠੀਕ ਹੈ, ਤਾਂ ਆਪਣੇ ਕੋਲ ਨਿਕਲ ਕੇ ਆਉਂਦੇ ਜੀ ਡੈਪਰੀਸੀਏਸ਼ਨ। ਤਾਂ ਇਹਦਾ ਆਨਸਰ ਕੀ ਆਊਗਾ ਜੀ? ਗਰੋਸ ਨੈਸ਼ਨਲ ਪ੍ਰੋਡਕਟ ਮਾਈਨਸ ਨੈਟ ਨੈਸ਼ਨਲ ਪ੍ਰੋਡਕਟ, ਠੀਕ ਹੈ ਜੀ। ਤਾਂ ਇਹ ਆਪਣੀ ਡੈਪਰੀਸੀਏਸ਼ਨ ਨਿਕਲ ਕੇ ਆਉਂਦੀ ਹੈ। ਹੁੰਦੀ ਕੀ ਹੈ ਜੀ? ਇਹ ਹੁੰਦੀ ਹੈ ਘਿਸਾਈ, ਇੱਕ ਤਰ੍ਹਾਂ ਦੀ ਘਿਸਾਈ, ਠੀਕ ਹੈ। ਮਸ਼ੀਨ ਚੱਲਦੀ ਹੈ ਤਾਂ ਮਸ਼ੀਨ ਚੱਲਣ ਵੇਲੇ ਜਦੋਂ ਉਹਦੀ ਕੁਛ ਘਿਸਾਈ ਹੋਏਗੀ ਉਹਨੂੰ ਆਪਾਂ ਡੈਪਰੀਸੀਏਸ਼ਨ ਹੀ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। GNP ਕੀ ਹੁੰਦਾ ਬੱਚੇ? GNP ਹੁੰਦਾ ਹੈ GDP ਪਲੱਸ ਨੈਟ ਇਨਕਮ ਫਰੋਮ ਅਬਰੋਡ। ਪੜ੍ਹਿਆ ਆਪਾਂ ਨੇ ਰਾਜੀ ਆਲਰੇਡੀ, ਤੁਸੀਂ ਰਿਵਾਈਜ਼ ਕਰ ਸਕਦੇ ਹੋ, ਜਿਹੜਾ GDP ਵਾਲੀ ਡੈਫੀਨੇਸ਼ਨ ਵਾਲਾ ਚੈਪਟਰ ਹੈ, ਠੀਕ ਹੈ। GDP ਪਲੱਸ ਨੈਟ ਇਨਕਮ ਫਰੋਮ ਐਬਰੋਡ। ਇਹ ਆਪਾਂ ਨੇ ਕੀ ਪੜ੍ਹਿਆ ਸੀ ਰਾਜੇ? ਆਪਣੇ ਕੇਸ ਵਿੱਚ ਜਿਹੜੀ ਨੈਟ ਇਨਕਮ ਹੈ ਉਹ ਨੈਗੇਟਿਵ ਹੁੰਦੀ ਹੈਗੀ, ਠੀਕ ਹੈ। ਤਾਂ ਆਪਣੇ ਕੇਸ ਦੇ ਵਿੱਚ ਇਹ ਕੀ ਹੈ ਜੀ? ਇਹ GNP ਹੈ। GNP ਇਜ਼ ਇਕੁਅਲ ਟੂ GDP ਪਲੱਸ ਨੈਟ ਇਨਕਮ ਪਲੱਸ ਅਬਰੋਡ। ਆਪਣੇ ਇੰਡੀਆ ਦੇ ਕੇਸ ਵਿੱਚ ਇਹ ਜਿਹੜੀ ਨੈਟ ਇਨਕਮ ਹੈ ਉਹ ਨੈਗੇਟਿਵ ਨਿਕਲ ਕੇ ਆਉਂਦੀ ਹੈ ਆਪਣੇ ਕੋਲ, ਠੀਕ ਹੈ। ਤਾਂ ਆਪਾਂ ਨੇ ਵੀ ਦੇਖਿਆ ਸੀ ਕਿ ਬਿਕੋਜ਼ ਆਫ ਦਿਸ ਆਪਣੀ ਜਿਹੜੀ GNP ਹੈ ਦੈਟ ਇਜ਼ ਲੈਸ ਦੈਨ GDP, ਕਿਉਂਕਿ GDP ਦੇ ਵਿੱਚੋਂ ਕੁਝ ਮਾਈਨਸ ਕਰਕੇ ਫਿਰ GNP ਬਣਦਾ, ਠੀਕ ਹੈ। ਤਾਂ GDP ਵੱਡੀ ਹੋਈ ਔਰ GNP ਸਾਡੇ ਕੇਸ ਦੇ ਵਿੱਚ ਘੱਟ ਹੋਈ। ਇਹ ਇੰਡੀਆ ਦੇ ਕੇਸ ਦੇ ਵਿੱਚ ਰਾਜੇ, ਜ਼ਰੂਰੀ ਨਹੀਂ ਹਰ ਦੇਸ਼ ਦੇ ਕੇਸ ਦੇ ਵਿੱਚ ਇਹ ਚੀਜ਼ ਹੋਵੇ, ਠੀਕ ਹੈ ਜੀ। ਤਾਂ ਡੈਪਰੀਸੀਏਸ਼ਨ ਕੀ ਹੈ ਜੀ? ਗਰੋਸ ਨੈਸ਼ਨਲ ਪ੍ਰੋਡਕਟ ਮਾਈਨਸ ਨੈਟ ਨੈਸ਼ਨਲ ਪ੍ਰੋਡਕਟ, ਠੀਕ ਹੈ ਜੀ। ਈਵਨ ਰਾਜੇ ਸਿਰਫ ਨੈਸ਼ਨਲ ਪ੍ਰੋਡਕਟ ਹੀ ਨਹੀਂ, ਅਗਰ ਇੱਕ ਹੋਰ ਵੀ ਡੈਫੀਨੇਸ਼ਨ ਆਪਾਂ ਦਈਏ, ਗਰੋਸ ਡੋਮੈਸਟਿਕ ਪ੍ਰੋਡਕਟ ਮਾਈਨਸ ਨੈਟ ਡੋਮੈਸਟਿਕ ਪ੍ਰੋਡਕਟ, ਇਹ ਵੀ ਹੁੰਦੀ ਹੈ ਜੀ ਆਪਣੀ ਡੈਪਰੀਸੀਏਸ਼ਨ ਹੀ, ਇਹ ਵੀ ਹੁੰਦੀ ਹੈ। ਬਸ ਸਿੰਪਲ ਜੀ ਗੱਲ ਹੈ, ਜਦੋਂ ਗਰੋਸ ਦੇ ਵਿੱਚੋਂ ਨੈਟ ਮਾਈਨਸ ਕੀਤਾ ਉਦੋਂ ਡੈਪਰੀਸੀਏਸ਼ਨ ਆਉਂਦਾ ਹੈ। ਹੁਣ ਚਾਹੇ ਉਹਦੇ ਡੋਮੈਸਟਿਕ ਪ੍ਰੋਡਕਟ ਹੈ, ਚਾਹੇ ਉਹਦੇ ਨੈਸ਼ਨਲ ਪ੍ਰੋਡਕਟ ਹੈਗਾ, ਠੀਕ ਹੈ, ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ। ਚਲੋ, in an economy the sectors are classified into public and private on the basis of। ਕਿਸੇ ਇਕਨੋਮੀ ਦੇ ਵਿੱਚ ਅਸੀਂ ਕਿਸੇ ਸੈਕਟਰ ਨੂੰ ਪਬਲਿਕ ਕਹਿ ਦਿੰਦੇ ਹਾਂ ਜਾਂ ਪ੍ਰਾਈਵੇਟ ਕਹਿ ਦਿੰਦੇ ਹਾਂ, ਕਿਹਦੇ ਬੇਸਿਸ 'ਤੇ? ਤਾਂ ਓਬਵੀਅਸ ਜੀ ਗੱਲ ਹੈ ਇਹਦੀ ਓਨਰਸ਼ਿਪ ਦੇ ਬੇਸਿਸ 'ਤੇ, ਠੀਕ ਹੈ। ਓਨਰਸ਼ਿਪ ਆਫ ਐਂਟਰਪ੍ਰਾਈਜ਼ਸ, ਯਾਨੀ ਕਿ ਅਗਰ ਕੋਈ ਕੰਪਨੀ ਸਰਕਾਰੀ ਹੈ ਉਹਨੂੰ ਆਪਾਂ ਪਬਲਿਕ ਕਹਿ ਦਿੰਦੇ ਹਾਂ, ਅਗਰ ਕੋਈ ਕੰਪਨੀ ਦਾ ਓਨਰ ਪ੍ਰਾਈਵੇਟ ਬੰਦਾ ਉਹਨੂੰ ਪ੍ਰਾਈਵੇਟ ਕੰਪਨੀ ਕਹਿ ਦਿੰਦੇ ਹਾਂ। ਸਿੰਪਲ ਜਿਹਾ ਕੁਐਸਚਨ ਹੈ, ਠੀਕ ਹੈ। ਤਾਂ ਇਕਨੋਮੀ ਨੂੰ ਆਪਾਂ ਪਬਲਿਕ ਤੇ ਪ੍ਰਾਈਵੇਟ ਕਿਸ ਬੇਸਿਸ 'ਤੇ ਕਹਿ ਦਿੰਦੇ ਹਾਂ? ਅਕੋਰਡਿੰਗ ਟੂ ਓਨਰਸ਼ਿਪ ਆਫ ਐਂਟਰਪ੍ਰਾਈਜ਼ਸ, ਠੀਕ ਹੈ ਜੀ। ਨੈਕਸਟ ਕੁਐਸਚਨ, ਦ ਟਰਮ ਮਾਈਕਰੋ ਇਕਨੋਮਿਕਸ ਐਂਡ ਮੈਕਰੋ ਇਕਨੋਮਿਕਸ, ਠੀਕ ਹੈ। ਇਹ ਦੋਨੇ ਟਰਮਸ ਕਿਹਨੇ ਕੁਆਇਨ ਕੀਤੀਆਂ? ਪਹਿਲਾਂ ਤਾਂ ਮਤਲਬ ਸਮਝ ਲੈਣਾ ਬੱਚੇ। ਦੇਖੋ, ਮੈਕਰੋ ਇਕਨੋਮਿਕਸ ਕੀ ਹੁੰਦਾ ਹੈਗਾ? ਮੈਕਰੋ ਮਤਲਬ ਵੱਡਾ, ਠੀਕ ਹੈ। ਜਿਵੇਂ ਆਪਾਂ ਗੱਲ ਕਰੀਏ ਇੰਡੀਆ ਲੈਵਲ 'ਤੇ, ਇੱਕ ਕੰਟਰੀ ਦੇ ਲੈਵਲ 'ਤੇ ਵੀ ਕੰਟਰੀ ਦੀ GDP ਕਿੰਨੀ ਹੈ, ਕੰਟਰੀ ਦੀ ਪਰ ਕੈਪੀਟਾ ਇਨਕਮ ਕਿੰਨੀ ਹੈ, ਕੰਟਰੀ ਦੇ ਵਿੱਚ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ, ਕੰਟਰੀ ਦੇ ਵਿੱਚ ਕੰਜ਼ੰਪਸ਼ਨ ਕਿੰਨੀ ਹੈਗੀ ਹੈ, ਪੂਰੇ ਕੰਟਰੀ ਦੀ ਆਪਾਂ ਗੱਲ ਕਰੀਏ, ਬਹੁਤ ਵੱਡੇ ਸਕੇਲ 'ਤੇ ਕੰਮ ਕਰੀਏ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਮੈਕਰੋ ਇਕਨੋਮਿਕਸ। ਮਾਈਕਰੋ ਦੇ ਵਿੱਚ ਕੀ ਹੈ ਰਾਜੇ? ਆਪਾਂ ਛੋਟਾ ਮੋਟਾ ਕੋਈ ਸੈਕਟਰ ਦੇਖ ਸਕਦੇ ਹਾਂ। ਮੰਨ ਲਓ ਹਾਊਸ ਹੋਲਡਰਸ ਕੋਲੇ ਕਿੰਨੀ ਕੁ ਵੈਲਥ ਹੈਗੀ ਹੈ, ਕਿਸੇ ਕੰਪਨੀ ਨੇ ਪ੍ਰੋਫਿਟ ਕਿਵੇਂ ਜਨਰੇਟ ਕਰਨਾ ਹੈਗਾ, ਠੀਕ ਹੈ। ਲੇਬਰਰਸ ਕੋਲੇ ਅਨਐਮਪਲੋਇਮੈਂਟ ਕਿੰਨੀ ਹੈਗੀ ਹੈ, ਯਾਨੀ ਕਿ ਇੱਕ ਅਨਐਮਪਲੋਇਮੈਂਟ ਨਹੀਂ ਕਹਾਂਗੇ ਆਪਾਂ, ਮਤਲਬ ਛੋਟੇ ਕੇਸਿਸ ਦੇ ਵਿੱਚ। ਇਹਦੇ ਵਿੱਚ ਕੀ ਹੈ? ਇੰਡੀਆ ਲੈਵਲ 'ਤੇ ਗੱਲ ਹੋ ਰਹੀ ਹੈ, ਵੱਡੇ ਲੈਵਲ 'ਤੇ, ਠੀਕ ਹੈ। ਇੱਥੇ ਕੋਈ ਛੋਟਾ ਸੈਕਟਰ ਹੋ ਸਕਦਾ ਹੈ, ਕੋਈ ਛੋਟੀ ਕੰਪਨੀ ਹੋ ਸਕਦੀ ਹੈ, ਠੀਕ ਹੈ। ਮਤਲਬ ਇੱਥੇ ਛੋਟੇ ਲੈਵਲ 'ਤੇ ਜਦੋਂ ਆਪਾਂ ਇਕਨੋਮਿਕਸ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਜੀ ਮਾਈਕਰੋ ਇਕਨੋਮਿਕਸ, ਠੀਕ ਹੈ। ਇੱਕ ਮੀਜ਼ੋ ਵੀ ਹੁੰਦੀ ਹੈ ਜੀ, ਉਹਦਾ ਮਿਡਲ ਪਾਸ ਜਾ ਹੁੰਦਾ ਹੈਗਾ, ਠੀਕ ਹੈ। ਜਿਵੇਂ ਆਪਾਂ ਗੱਲ ਕਰੀਏ ਕਿਸੇ ਸੈਕਟਰ ਦੀ, ਵੀ ਆਟੋ ਸੈਕਟਰ ਦੀ ਗੱਲ ਕਰੀਏ ਆਪਾਂ, ਆਟੋ ਇੰਡਸਟਰੀ ਦੀ, ਠੀਕ ਹੈ। ਤਾਂ ਇਹ ਵਿੱਚ ਵਿਚਾਲੇ ਜਾ ਗਿਆ ਵੀ ਆਪਾਂ ਨੇ ਨਾ ਤਾਂ ਫੁੱਲ ਫਲੈਜਡ ਇੰਡਸਟਰੀ ਦੀ ਗੱਲ ਕੀਤੀ। ਇੰਡਸਟਰੀ ਦੇ ਵਿੱਚ ਕੀ ਆ ਜਾਊਗਾ? ਸਾਰੀਆਂ ਪ੍ਰੋਡਕਸ਼ਨ ਵੀ ਆ ਜੂਗੀ, ਠੀਕ ਹੈ, ਹੋਰ ਮਾਈਨਿੰਗ ਵੀ ਆ ਜੂਗੀ, ਕਾਫੀ ਕੁਛ ਆ ਜੂਗਾ ਇਹਦੇ ਵਿੱਚ। ਬਟ ਆਟੋ ਦੇ ਵਿੱਚ ਕੀ ਆਇਆ? ਸਿਰਫ ਗੱਡੀਆਂ ਦੀ ਪ੍ਰੋਡਕਸ਼ਨ ਹੋਏਗੀ, ਠੀਕ ਹੈ। ਅਤੇ ਨਾ ਹੀ ਆਪਾਂ ਨੇ ਬਿਲਕੁਲ ਮਾਈਕਰੋ ਦੀ ਗੱਲ ਕੀਤੀ, ਨਾ ਹੀ ਕਿਸੇ ਇਕੱਲੀ ਇੱਕ ਕੰਪਨੀ ਦੀ ਗੱਲ ਕੀਤੀ, ਮੰਨ ਲਓ ਬਜਾਜ ਦੀ, ਠੀਕ ਹੈ, ਜਾਂ ਫਿਰ ਆਪਾਂ ਗੱਲ ਕਰੀਏ ਟਾਟਾ ਦੀ, ਠੀਕ ਹੈ। ਇਹ ਗੱਲ ਹੋ ਜੂਗੀ ਮਾਈਕਰੋ ਦੀ। ਇੰਡਸਟਰੀ ਗੱਲ ਹੋ ਜੂਗੀ ਮੈਕਰੋ ਦੀ, ਵੀ ਸਾਰੀ ਇੰਡਸਟਰੀ ਦੇ ਵਿੱਚ ਕੀ ਹੋ ਰਿਹਾ ਹੈਗਾ। ਹੁਣ ਇੰਡਸਟਰੀ ਦੇ ਵਿੱਚ ਤਾਂ ਕਾਰਾਂ ਵੀ ਬਣ ਰਹੀਆਂ ਨੇ, ਮੋਟਰਸਾਈਕਲ ਵੀ ਬਣ ਰਹੇ ਨੇਗੇ, ਠੀਕ ਹੈ, ਬਿਸਕਿਟ ਵੀ ਬਣ ਰਹੇ ਨੇ, ਹਰ ਤਰ੍ਹਾਂ ਦੀ ਚੀਜ਼ ਬਣ ਰਹੀ ਹੈ, ਚੇਅਰਸ ਵੀ ਬਣ ਰਹੀਆਂ ਨੇਗੀਆਂ। ਤਾਂ ਇਹ ਬਹੁਤ ਵੱਡੇ ਸਕੇਲ ਦੀ ਗੱਲ ਹੋ ਗਿਆ, ਇਹ ਮੈਕਰੋ ਲੈਵਲ ਦੀ ਗੱਲ ਹੋ ਗਈ। ਜਦੋਂ ਮੈਂ ਕਿਸੇ ਕੰਪਨੀ ਦੀ ਗੱਲ ਕਰ ਰਿਹਾ ਤਾਂ ਮਾਈਕਰੋ ਦੀ ਗੱਲ ਕਰ ਰਿਹਾ। ਜਦੋਂ ਮੈਂ ਇਹੀ ਕਿਸੇ ਸੈਕਟਰ ਦੀ ਗੱਲ ਕਰ ਰਿਹਾ, ਹੁਣ ਇਸ ਸੈਕਟਰ ਦੇ ਵਿੱਚ ਕੀ ਆ ਜੂਗਾ? ਟਾਟਾ ਵੀ ਆ ਜੂਗਾ, ਠੀਕ ਹੈ, ਹੋਰ ਵੀ ਸਾਰੀ ਕੰਪਨੀ, ਹਿਊਂਡਾਈ ਆ ਜੂਗੀ, ਠੀਕ ਹੈ, ਹੋਂਡਾ ਆ ਜੂਗੀ, ਜਿੰਨੇ ਵੀ ਕੰਪਨੀਆਂ ਆਪਣੇ ਦੇਸ਼ ਦੇ ਵਿੱਚ ਪ੍ਰੋਡਕਸ਼ਨ ਕਰ ਰਹੀਆਂ ਨੇਗੀਆਂ, ਠੀਕ ਹੈ। ਤਾਂ ਇਹ ਕਿਹਦੇ ਵਿੱਚ ਆ ਜੂਗਾ? ਇਹ ਮੀਜ਼ੋ ਦੇ ਵਿੱਚ ਆ ਜੂਗਾ, ਅਤੇ ਮਿਡਲ ਪਾਸ ਜਾ ਹੁੰਦਾ ਹੈ। ਤਾਂ ਇਹ ਜਿਹੜੇ ਮਾਈਕਰੋ ਅਤੇ ਮੈਕਰੋ ਟਰਮਸ ਨੇ, ਇਹ ਕਿਹਨੇ ਦਿੱਤੀਆਂ ਨੇ ਜੀ ਆਪਾਂ ਨੂੰ? ਇਹ ਇਹਦਾ ਆਨਸਰ ਹੈਗਾ ਜੀ C, ਰੈਗਨਰ ਫਰਾਈਸ਼, ਠੀਕ ਹੈ। ਇਹ ਬੰਦੇ ਨੇ, ਇਸ ਇਕਨੋਮਿਸਟ ਨੇ, ਇਹ ਨਾਰਵੇ ਦਾ ਬੰਦਾ ਹੈ ਜੀ,
ਨਾਰਵੇ ਦਾ ਇਕਨੋਮਿਸਟ ਹੈ। ਇਸ ਇਕਨੋਮਿਸਟ ਨੇ ਆਪਾਂ ਨੂੰ ਟਰਮਸ ਦਿੱਤੀਆਂ ਨੇ ਮਾਈਕਰੋ ਤੇ ਮੈਕਰੋ, ਠੀਕ ਹੈ ਜੀ। ਚਲੋ, ਹਿਊਮਨ ਡਿਵੈਲਪਮੈਂਟ ਇੰਡੈਕਸ HDI ਬਹੁਤ ਇੰਪੋਰਟੈਂਟ ਇੰਡੈਕਸ ਹੈ ਰਾਜੇ, ਠੀਕ ਹੈ। UNDP ਦੁਆਰਾ ਜਿਹੜਾ ਕਿ UNDP ਇਹ ਜਿਹੜੀ ਸੰਸਥਾ ਹੈਗੀ ਆ ਯੂਨਾਈਟਿਡ ਨੇਸ਼ਨ ਦੀ, ਇਹ ਵਾਲਾ ਇੰਡੈਕਸ ਲਾਂਚ ਕਰਦੀ ਹੈ। ਤਾਂ ਇਹ ਇੰਡੈਕਸ ਡਿਵੈਲਪ ਕਿਹਦੇ ਦੁਆਰਾ ਕੀਤਾ ਗਿਆ ਸੀ, ਠੀਕ ਹੈ। ਤਾਂ ਇਹਦਾ ਆਨਸਰ ਹੈਗਾ ਜੀ C, ਮਹਿਬੂਬ ਉਲ ਹਕ, ਠੀਕ ਹੈ। ਪਾਕਿਸਤਾਨ ਦੇ ਇਕਨੋਮਿਸਟ ਨੇ, ਪਾਕਿਸਤਾਨ ਦੇ ਫਾਈਨਾਂਸ ਮਿਨਿਸਟਰ ਵੀ ਰਹਿ ਚੁੱਕੇ ਨੇ ਇਹ, ਠੀਕ ਹੈ, ਮਹਿਬੂਬ ਉਲ ਹਕ, ਠੀਕ ਹੈ। ਤਾਂ ਇਹਨਾਂ ਨੇ ਜਿਹੜਾ ਕਿ ਇਹ ਹਿਊਮਨ ਡਿਵੈਲਪਮੈਂਟ ਇੰਡੈਕਸ ਡਿਵੈਲਪ ਕੀਤਾ ਸੀ 1990s ਦੇ ਵਿੱਚ, ਠੀਕ ਹੈ। 1990s ਤੋਂ ਬਾਅਦ UNDP ਹਰ ਸਾਲ ਇਹ ਜਿਹੜਾ HDI ਵਾਲਾ ਇੰਡੈਕਸ ਹੈ ਜਿਹੜਾ ਕੀ ਹੈ ਲਾਂਚ ਕਰਦੀ ਹੈਗੀ ਹੈ, ਰਿਲੀਜ਼ ਕਰਦੀ ਹੈ। ਤਾਂ ਇੰਡੀਆ ਦੀ ਜਿਹੜੀ ਪੋਜੀਸ਼ਨ ਹੈ ਰਾਜੇ ਕੰਟੀਨਿਊਸਲੀ ਬੜੀ ਪੂਅਰ ਰਹਿੰਦੀ ਹੈ, 130 ਤੋਂ ਪਲੱਸ ਆਪਣਾ ਰੈਂਕ ਰਹਿੰਦਾ ਹੈ, ਮਤਲਬ ਕਾਫੀ ਪਿੱਛੇ ਆਪਾਂ HDI ਦੇ ਵਿੱਚ ਆਉਂਦੇ ਹਾਂ, ਠੀਕ ਹੈ ਜੀ। ਨੈਕਸਟ ਮੂਵ ਔਨ ਕਰਦੇ ਹਾਂ। ਦ ਪ੍ਰੋਡਕਸ਼ਨ ਆਫ ਅ ਕਮਿਊਨਿਟੀ ਮੋਸਟਲੀ ਥਰੂ ਨੈਚੁਰਲ ਪ੍ਰੋਸੈਸ, ਠੀਕ ਹੈ। ਅਗਰ ਕਿਸੇ ਕਮੋਡਿਟੀ ਦੀ ਪ੍ਰੋਡਕਸ਼ਨ ਨੈਚੁਰਲ ਐਕਟੀਵਿਟੀ ਥਰੂ ਹੋ ਰਹੀ ਹੈ, ਨੈਚੁਰਲ ਪ੍ਰੋਸੈਸ ਥਰੂ ਹੋ ਰਹੀ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਉਹਨੂੰ ਆਪਾਂ ਕਹਿੰਦੇ ਹਾਂ ਪ੍ਰਾਇਮਰੀ ਸੈਕਟਰ। ਫੋਰ ਐਗਜ਼ਾਮਪਲ ਐਗਰੀਕਲਚਰ, ਦੇਖੋ ਐਗਰੀਕਲਚਰ ਆਪਾਂ ਨੇਚਰ ਤੋਂ ਪ੍ਰੋਡਿਊਸ ਕਰਦੇ ਹਾਂ ਆਪਾਂ, ਠੀਕ ਹੈ, ਫਸਲਾਂ ਉਗਾਉਂਦੇ ਹਾਂ ਤਾਂ ਨੇਚਰ ਇਨਵੋਲਡ ਹੈ, ਤਾਂ ਉਹ ਨੈਚੁਰਲ ਪ੍ਰੋਸੈਸ ਹੈ, ਤਾਂ ਮਤਲਬ ਐਗਰੀਕਲਚਰ ਹੋ ਗਿਆ, ਇਹ ਆਪਣਾ ਪ੍ਰਾਇਮਰੀ ਸੈਕਟਰ ਹੈ। ਹੋਰ ਗੱਲ ਕਰੀਏ ਮਾਈਨਿੰਗ ਦੀ, ਆਪਾਂ ਗੱਲ ਕਰੀਏ ਮਾਈਨਿੰਗ ਕਿੱਥੋਂ ਕਰਦੇ ਹਾਂ, ਚਾਹੇ ਮਾਈਨਿੰਗ ਕਰ ਆਪਾਂ ਰਹੇ ਹਾਂ ਬਟ ਐਕਚੁਅਲੀ ਹੈ ਕਿੱਥੋਂ ਆ ਰਹੀ ਹੈ, ਇਹ ਨੇਚਰ ਤੋਂ ਆ ਰਹੀ ਹੈ ਨਾ। ਜਿਹੜੇ ਆਪਾਂ ਗੱਲ ਕਰੀਏ ਕੋਲ ਹੈ, ਕੋਲ ਬਣਾਇਆ ਕਿਹਨੇ ਹੈ, ਨੇਚਰ ਨੇ ਬਣਾਇਆ, ਤਾਂ ਇਹਦੇ ਵਿੱਚ ਵੀ ਕੀ ਹੈ ਜੀ, ਇਹ ਵੀ ਆਪਣਾ ਪ੍ਰਾਇਮਰੀ ਸੈਕਟਰ ਹੈ। ਤਾਂ ਨੈਚੁਰਲ ਪ੍ਰੋਸੈਸ ਜਿੱਥੇ ਇਨਵੋਲਵ ਹੋ ਰਿਹਾ ਉਹਨੂੰ ਆਪਾਂ ਕਹਿੰਦੇ ਨੇ ਜੀ ਪ੍ਰਾਇਮਰੀ ਸੈਕਟਰ, ਠੀਕ ਹੈ ਜੀ। ਆਨਸਰ ਆਏਗਾ ਪ੍ਰਾਇਮਰੀ ਸੈਕਟਰ। ਸੈਕੰਡਰੀ ਦੇ ਵਿੱਚ ਕੀ ਹੋਏਗਾ ਜੀ, ਸੈਕੰਡਰੀ ਦੇ ਵਿੱਚ ਬੇਸਿਕਲੀ ਪ੍ਰੋਡਕਸ਼ਨ ਹੋਏਗੀ, ਠੀਕ ਹੈ। ਫੈਕਟਰੀ ਦੇ ਵਿੱਚ ਸਮਾਨ ਜਾਏਗਾ, ਮੰਨ ਲਓ ਐਗਰੀਕਲਚਰ, ਇੱਥੇ ਆਪਾਂ ਨੇ ਕਣਕ ਬਣਾਤੀ ਦੇ, ਠੀਕ ਹੈ, ਹੁਣ ਵੀਟ ਉਗਾਤੀ ਆਪਾਂ ਨੇ, ਹੁਣ ਇਸ ਵੀਟ ਦਾ ਅਗਰ ਬ੍ਰੈਡ ਬਣਾਉਣਾ, ਠੀਕ ਹੈ, ਇਹ ਬ੍ਰੈਡ ਕਿੱਥੇ ਬਣੂਗਾ ਜੀ, ਇਹ ਬਣੂਗਾ ਸੈਕੰਡਰੀ ਸੈਕਟਰ ਦੇ ਵਿੱਚ, ਜਿੱਥੇ ਫੈਕਟਰੀ ਇਨਵੋਲਡ ਹੋਗੀ। ਕੋਇਲਾ ਰਾਜੇ ਕੋਇਲਾ ਕੱਢ ਰਿਹਾ, ਹੁਣ ਇਲੈਕਟ੍ਰਿਸਿਟੀ ਕਿੱਥੇ ਬਣੂਗੀ, ਸੈਕੰਡਰੀ ਸੈਕਟਰ ਦੇ ਵਿੱਚ ਬਣੂਗੀ, ਠੀਕ ਹੈ। ਇਹ ਸਾਰਾ ਜਿਹੜੀ ਚੀਜ਼ ਹੈਗੀ ਆਪਣੀ ਸੈਕੰਡਰੀ ਦੇ ਵਿੱਚ ਆ ਜੂ। ਟਰਸ਼ਰੀ ਦੇ ਵਿੱਚ ਕੀ ਹੈ ਰਾਜੇ, ਜਿਵੇਂ ਆਪਣੀ ਹੋਗੀ ਟਰਾਂਸਪੋਰਟ, ਠੀਕ ਹੈ। ਹੁਣ ਜੇ ਆ ਕੋਇਲਾ ਹੈਗਾ, ਕੋਇਲੇ ਨੂੰ ਮਾਈਨਿੰਗ ਵਾਲੀ ਜਗ੍ਹਾ ਤੋਂ ਲੈ ਕੇ ਥਰਮਲ ਪਲਾਂਟ 'ਤੇ ਅਗਰ ਲੈ ਕੇ ਜਾਣਾ ਤਾਂ ਕੌਣ ਲੈ ਕੇ ਜਾਊਗਾ ਜੀ, ਟਰਾਂਸਪੋਰਟ ਸੈਕਟਰ ਲੈ ਕੇ ਜਾਊਗਾ, ਠੀਕ ਹੈ। ਇਹ ਆਪਣਾ ਆ ਜਾਂਦਾ ਜੀ ਟਰਸ਼ਰੀ ਸੈਕਟਰ ਦੇ ਵਿੱਚ, ਠੀਕ ਹੈ ਜੀ। ਨੈਕਸਟ ਕੁਐਸਚਨ, ਅਮਰਤਿਆ ਸੇਨ ਰਾਜੇ ਇੰਡੀਅਨ ਇਕਨੋਮਿਸਟ ਨੇ ਆਪਣੇ, ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ, ਨੋਬਲ ਲੌਰੀਏਟ ਨੇਗੇ। ਅਮਰਤਿਆ ਸੇਨ ਵਾਜ਼ ਅਵਾਰਡਡ ਦ ਨੋਬਲ ਪ੍ਰਾਈਜ਼ ਫॉर ਹਿਜ਼ ਕੰਟਰੀਬਿਊਸ਼ਨ ਟੂ। ਤਾਂ ਅਮਰਤਿਆ ਸੇਨ ਨੇ ਕਿਹੜੀ ਚੀਜ਼ ਇਹ ਜੀ ਕੀਤੀ ਸੀ, ਕਿਹੜੀ ਇਕਨੋਮਿਕਸ ਇਹ ਜੀ ਲੈ ਕੇ ਆਏ ਸੀਗੇ ਜਿਹਨਾਂ ਨਾਲ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਠੀਕ ਹੈ। ਤਾਂ ਉਹਦਾ ਆਨਸਰ ਆਏਗਾ ਜੀ B, ਵੈਲਫੇਅਰ ਇਕਨੋਮਿਕਸ। ਦੇਖੋ ਕਨਫਿਊਜ਼ ਨਹੀਂ ਹੋਣਾ ਡਿਵੈਲਪਮੈਂਟ ਇਕਨੋਮਿਕਸ ਦੇ ਵਿੱਚ, ਠੀਕ ਹੈ, ਇਹ ਨਹੀਂ ਆਏਗਾ। ਇਹ ਤਾਂ ਦੇਖੋ ਪਹਿਲਾਂ ਹੀ ਆਪਾਂ ਐਲੀਮੈਂਟ ਕਰ ਪਾ ਰਹੇ ਸੀਗੇ, ਆਪਾਂ ਜਿਹੜਾ ਫਸ ਰਹੇ ਸੀ ਇਹਦੇ ਵਿੱਚ ਫਸ ਰਹੇ ਸੀ B ਤੇ D ਦੇ ਵਿੱਚ। ਡਿਵੈਲਪਮੈਂਟ ਇਕਨੋਮਿਕਸ ਨਹੀਂ ਆ ਸਕਦਾ ਰਾਜੇ, ਠੀਕ ਹੈ, ਕਿਉਂਕਿ ਸਪੈਸੀਫਿਕਲੀ ਇੱਕ ਚੀਜ਼, ਇੱਕ ਜਿਹੜਾ ਛੋਟੀ ਫੀਲਡ ਦੇ ਉੱਪਰ ਕੰਮ ਕੀਤਾ ਉਹ ਵੈਲਫੇਅਰ ਇਕਨੋਮਿਕਸ ਦੇ ਉੱਪਰ ਹੀ ਕੰਮ ਕੀਤਾ ਹੈ ਕਿ ਲੋਕਾਂ ਦੇ ਵੈਲਫੇਅਰ ਵਾਸਤੇ ਅਸੀਂ ਕੀ ਦੇਣਾ ਹੈਗਾ, ਠੀਕ ਹੈ। ਲੋਕਾਂ ਨੂੰ ਅਸੀਂ ਕਿਵੇਂ ਚੀਜ਼ਾਂ ਪ੍ਰੋਵਾਈਡ ਕਰਾਉਣੀ, ਲੋਕਾਂ ਨੂੰ ਕਿਵੇਂ ਸਰਵਿਸ ਪ੍ਰੋਵਾਈਡ ਕਰਨੀ ਆਪਾਂ ਨੇ, ਠੀਕ ਹੈ। ਜਿਹੜਾ ਹੁਣ ਆਪਾਂ ਗੱਲ ਕਰਦੇ ਹਾਂ ਫ੍ਰੀ ਰਾਸ਼ਨ, ਇਹ ਸਭ ਇਹ ਸਾਰਾ ਕੁਝ ਵੈਲਫੇਅਰ ਇਕਨੋਮਿਕਸ ਦੇ ਵਿੱਚ ਆ ਜਾਂਦਾ ਹੁੰਦਾ ਹੈਗਾ, ਠੀਕ ਹੈ ਜੀ। ਇਸੇ ਕਾਫੀ ਕੰਮ ਕੀਤਾ ਅਮਰਤਿਆ ਸੇਨ ਨੇ, ਜਿਨ੍ਹਾਂ ਦੇ ਉੱਪਰ ਕਿ ਇਹਨੂੰ ਨੋਬਲ ਪ੍ਰਾਈਜ਼ ਮਿਲਿਆ। ਅੱਛਾ, ਅਮਰਤਿਆ ਸੇਨ ਬਾਰੇ ਰਾਜੇ ਇੱਕ ਚੀਜ਼ ਹੋਰ ਵੀ ਫੇਮਸ ਹੈਗੀ ਹੈ, ਇਹਨਾਂ ਨੇ ਇੱਕ ਹੋਰ ਅਪਰੋਚ ਦਿੱਤੀ ਹੈ, ਕੈਪੇਬਿਲਿਟੀ ਅਪਰੋਚ। ਇਹ ਵੀ ਕੁਐਸਚਨ ਆਉਂਦਾ ਹੁੰਦਾ ਰਾਜੇ, ਕੈਪੇਬਿਲਿਟੀ ਅਪਰੋਚ। ਇਹਦੇ ਵਿੱਚ ਕੀ ਹੈ, ਇਸ ਅਪਰੋਚ ਦੇ ਵਿੱਚ ਅਮਰਤਿਆ ਸੇਨ ਕਹਿੰਦੇ ਨੇ ਵੀ ਜ਼ਰੂਰੀ ਨਹੀਂ ਆਪਾਂ ਲੋਕਾਂ ਨੂੰ ਫ੍ਰੀ ਰਾਸ਼ਨ ਹੀ ਦਈਏ, ਠੀਕ ਹੈ, ਜ਼ਰੂਰੀ ਨਹੀਂ ਫ੍ਰੀ ਰਾਸ਼ਨ ਦਿਓ, ਲੋਕਾਂ ਨੂੰ ਇੰਨਾ ਇਨੇਬਲ ਕਰੋ, ਉਹਨਾਂ ਦੀ ਕੈਪੇਬਿਲਿਟੀ ਇੰਨੀ ਕੁ ਬਣਾ ਦਿਓ ਕਿ ਉਹ ਖੁਦ ਆਪਣਾ ਰਾਸ਼ਨ ਬਾਏ ਕਰ ਸਕਣ, ਠੀਕ ਹੈ। ਤਾਂ ਇਹਨੂੰ ਆਪਾਂ ਕਹਿੰਦੇ ਜੀ ਕੈਪੇਬਿਲਿਟੀ ਅਪਰੋਚ, ਜਿਹਦੇ ਵਿੱਚ ਲੋਕਾਂ ਦੀ ਐਮਪਾਵਰਮੈਂਟ ਦੀ ਗੱਲ ਕੀਤੀ ਗਈ ਹੈ। ਲੋਕਾਂ ਨੂੰ ਇੰਨਾ ਕਿ ਸક્ષਮ ਬਣਾ ਦਿਓ ਕਿ ਆਪਣੇ ਆਪ ਚੀਜ਼ਾਂ ਨੂੰ ਮੈਨੇਜ ਕਰ ਸਕਣ, ਠੀਕ ਹੈ, ਸਾਨੂੰ ਫ੍ਰੀ ਦੇਣ ਦੀ ਲੋੜ ਨਾ ਪਵੇ ਆਪਾਂ ਨੂੰ। ਤਾਂ ਇਹਨੂੰ ਹੈ ਨਾ ਕੈਪੇਬਿਲਿਟੀ ਅਪਰੋਚ, ਔਰ ਇਹ ਵੀ ਕਿਹਨੇ ਦਿੱਤੀ ਹੈ ਜੀ, ਅਮਰਤਿਆ ਸੇਨ ਨੇ ਹੀ ਦਿੱਤੀ ਹੈਗੀ ਕੈਪੇਬਿਲਿਟੀ ਅਪਰੋਚ, ਠੀਕ ਹੈ ਜੀ। ਇਹ ਚੀਜ਼ਾਂ ਚਲੋ, ਦ ਬੈਸਟ ਐਗਜ਼ਾਮਪਲ ਆਫ ਕੈਪੀਟਲ ਇੰਟੈਂਸਿਵ ਇੰਡਸਟਰੀ। ਦੇਖੋ ਕੈਪੀਟਲ ਕੀ ਹੋ ਗਿਆ, ਮਤਲਬ ਪੂੰਜੀ ਹੋ ਗਿਆ, ਯਾਨੀ ਕਿ ਇਨਵੈਸਟਮੈਂਟ ਆਪਾਂ ਕਹਿ ਸਕਦੇ ਹਾਂ। ਤਾਂ ਸਭ ਤੋਂ ਵੱਡੀ ਇਨਵੈਸਟਮੈਂਟ ਜਾਂ ਹੋਰ ਜਿਹੜਾ ਮਤਲਬ ਮਸ਼ੀਨਾਂ ਵਗੈਰਾ ਲੈ ਕੇ ਆਉਣੀਆਂ ਪੈਣੀਆਂ, ਕਿਹੜੀ ਇੰਡਸਟਰੀ ਦੇ ਵਿੱਚ ਲੈ ਕੇ ਆਉਣ ਪੈਣੀਆਂ, ਟੈਕਸਟਾਈਲ ਦੇ ਵਿੱਚ, ਸਟੀਲ ਦੇ ਵਿੱਚ, ਟੂਰਿਜ਼ਮ ਤਾਂ ਨਹੀਂ ਆ ਸਕਦਾ ਰਾਜੇ, ਸਪੇਅਰ ਗੁੱਡ ਇੰਡਸਟਰੀ, ਠੀਕ ਹੈ। ਤਾਂ ਇਹਨਾਂ ਸਾਰੇ ਆਪਸ਼ਨ ਦੇ ਵਿੱਚੋਂ B ਆਪਸ਼ਨ ਸਭ ਤੋਂ ਮੋਸਟ ਸੁਟੇਬਲ ਲੱਗਦਾ ਰਾਜੇ, ਸਟੀਲ ਇੰਡਸਟਰੀ। Steel industry among the following is the most capital intensive country industry, ठीक है, ये कह सकते हैं आप। तो B आंसर आएगा जी, स्टील कैपिटल इंटेंसिव इंडस्ट्री हैगी काफ़ी। चलो, विच वन ऑफ द फॉलोइंग इज नॉट अ मैथड ऑफ एस्टिमेटिंग नैशनल इनकम। तो पढ़ चुके हैं जी, आप 3 मैथड पढ़े ने नैशनल इनकम एस्टिमेट करने, अपन 3 मैथड पढ़े ने, किहड़े एक्सपेंडिचर मैथड पढ़िया जी, इनकम मैथड पढ़िया जी, प्रोडक्शन मैथड पढ़िया जी, जिहड़ा कि वैल्यू एडिशन मैथड भी सीगा, ठीक है। तो बट मैट्रिक्स नाम का कोई मैथड नहीं पढ़िया अपने, तो अपना आंसर बिल्कुल सही आएगा जी, मैट्रिक्स मैथड। यह जो कोई भी मैथड नहीं है नैशनल इनकम को मेजर करने का, ठीक है जी, सी आंसर आएगा। बाकी तीनों बिल्कुल मैथड्स है, एक्सपेंडिचर मैथड भी है, प्रोडक्शन मैथड भी है और इनकम मैथड भी है नैशनल इनकम को मेजर करने वास्ते, ठीक
नेक्स्ट क्वेश्चन, द व्यूज़ ऑफ इकोनॉमिस्ट रॉबर्ट मालथूस ऑन पॉपूलेशन। देखो पहले तो आप डिस्कस कर लेना कौन सी बंदा है। ਰੋਬਰਟ ਮਾਲਥੂਸ ਇੱਕ ਇਕਨੋਮਿਸਟ ਸੀਗਾ, ਓਬਵੀਅਸ ਜੀ ਗੱਲ ਹੈ। ਤਾਂ ਇਹਨੇ ਇੱਕ ਥਿਓਰੀ ਦਿੱਤੀ ਰਾਜੇ, ਇਹ ਕਹਿੰਦਾ ਵੀ ਆਪਣੀ ਜਿਹੜੀ ਪੋਪੂਲੇਸ਼ਨ ਹੈ, ਆਪਣੀ ਪੋਪੂਲੇਸ਼ਨ ਵਰਲਡ ਦੀ ਪੋਪੂਲੇਸ਼ਨ ਬੇਸਿਕਲੀ ਉਹ ਐਕਸਪੋਨੈਂਸ਼ੀਅਲੀ ਇੰਕਰੀਜ਼ ਕਰ ਰਹੀ ਹੈ, ਇੱਦਾਂ ਇੰਕਰੀਜ਼ ਕਰ ਰਹੀ ਹੈਗੀ, ਠੀਕ ਹੈ। ਬਟ ਜਿਹੜੀ ਫੂਡ ਪ੍ਰੋਡਕਸ਼ਨ ਹੈਗੀ ਹੈ, ਫੂਡ ਪ੍ਰੋਡਕਸ਼ਨ ਉਹ ਇੰਕਰੀਜ਼ ਇੱਦਾਂ ਕਰ ਰਹੀ ਹੈਗੀ, ਠੀਕ ਹੈ, ਐਰੀਥਮੈਟਿਕਲੀ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਬਿਲਕੁਲ ਸਮੋਲ ਲੈਵਲ 'ਤੇ, ਠੀਕ ਹੈ। ਇਹ ਪੋਪੂਲੇਸ਼ਨ ਐਕਸਪੋਨੈਂਸ਼ੀਅਲੀ ਅਤੇ ਜਿਹੜੀ ਫੂਡ ਪ੍ਰੋਡਕਸ਼ਨ ਹੈ, ਫੂਡ ਹੈ ਜਿਹੜਾ ਉਹ ਅਸੀਂ ਬੜੇ ਘੱਟ ਲੈਵਲ 'ਤੇ ਗਰੋ ਕਰ ਰਹੇ ਹਾਂ, ਮਤਲਬ ਜਿਹੜੀ ਗਰੋਥ ਹੋ ਰਹੀ ਹੈ ਬੜੀ ਸਲੋ ਗਰੋਥ ਹੋ ਰਹੀ ਹੈ, ਬਟ ਇਹ ਬਹੁਤ ਫਾਸਟ ਗਰੋਥ ਹੋ ਰਹੀ ਹੈ। ਤਾਂ ਮਾਲਥੂਸ ਕਹਿੰਦਾ ਹੈਗਾ ਕਿ ਜੇ ਪੋਪੂਲੇਸ਼ਨ ਇੱਦਾਂ ਹੀ ਇੰਕਰੀਜ਼ ਹੁੰਦੀ ਗਈ, ਇੱਕ ਟਾਈਮ ਇਹੋ ਜਿਹਾ ਆਊਗਾ ਕਿ ਆਪਣੇ ਕੋਲੇ ਆਪਾਂ ਨੂੰ ਲੋਕਾਂ ਕੋਲੇ ਖਵਾਉਣ ਵਾਸਤੇ ਪੈਸਾ ਖਾਣਾ ਹੀ ਨਹੀਂ ਹੋਊਗਾ, ਠੀਕ ਹੈ, ਕਿਉਂਕਿ ਖਾਣੇ ਦਾ ਐਡਾ ਵੱਡਾ ਗੈਪ ਹੋ ਗਿਆ, ਬਟ ਪੋਪੂਲੇਸ਼ਨ ਹੈਗੀ ਹੈ ਤਾਂ ਲੋਕਾਂ ਕੋਲੇ ਖਾਣ ਭੋਜਨ ਹੀ ਨਹੀਂ ਹੋਊਗਾ। ਤਾਂ ਰੋਬਰਟ ਮਾਲਥੂਸ ਕਹਿੰਦਾ ਇਹੋ ਜਿਹਾ ਕੋਈ ਟਾਈਮ ਆਊਗਾ ਜਦੋਂ ਪੋਪੂਲੇਸ਼ਨ ਆਪਣੀ ਇੰਨੀ ਕੁ ਜ਼ਿਆਦਾ ਹੋ ਜੂਗੀ ਕਿ ਆਪਣੇ ਕੋਲੇ ਖਾਣ ਵਾਸਤੇ ਸਮਾਨ ਹੀ ਨਹੀਂ ਹੋਊਗਾ, ਠੀਕ ਹੈ। ਤਾਂ ਹੁਣ ਕੀ ਪੁੱਛਿਆ ਜਾ ਰਿਹਾ ਹੈ, ਇਸ ਇਕਨੋਮਿਸਟ ਦੇ ਰੋਬਰਟ ਮਾਲਥੂਸ ਦੇ ਪੋਪੂਲੇਸ਼ਨ ਦੇ ਉੱਪਰ ਵਿਊਜ਼ ਕਿਹੋ ਜਿਹੇ ਨੇ? ਤਾਂ ਬਿਲਕੁਲ ਪੈਸੀਮਿਸਟ ਵਿਊਜ਼ ਨੇ, ਨਕਾਰਾਤਮਕ, ਠੀਕ ਹੈ, ਬਿਲਕੁਲ ਨਕਾਰਾਤਮਕ ਜਾਂ ਫਿਰ ਨਿਰਾਸ਼ਾਵਾਦੀ ਵਿਊਜ਼ ਨੇਗੇ ਕਿਹਦੇ? ਰੋਬਰਟ ਮਾਲਥੂਸ ਦੇ, ਕਿ ਪੋਪੂਲੇਸ਼ਨ ਇੰਨੀ ਵੱਧ ਜੂਗੀ। ਬਟ ਰਾਜੇ ਇਹ ਹਾਲੇ ਤੱਕ ਤਾਂ ਟਰੂ ਨਹੀਂ ਹੋਈ ਹੈਗੀ। ਤਾਂ ਜਦੋਂ ਰੋਬਰਟ ਮਾਲਥੂਸ ਨੇ ਇਹ ਥਿਓਰੀ ਦਿੱਤੀ ਸੀ ਤਾਂ ਉਹਨਾਂ ਦੇ ਅਕੋਰਡਿੰਗ ਅੱਜ ਤੱਕ ਤਾਂ ਹੋ ਜਾਣੀ ਚਾਹੀਦੀ ਸੀ, ਹੁਣ ਤੱਕ ਇਹ ਚੀਜ਼ ਸਿਚੁਏਸ਼ਨ ਆ ਜਾਣੀ ਚਾਹੀਦੀ ਸੀ। ਬਟ ਕਿਉਂਕਿ ਆਪਾਂ ਨੂੰ ਪਤਾ ਹੈ ਆਪਾਂ ਟੈਕਨੋਲੋਜੀ ਰੈਵੋਲੂਸ਼ਨ ਲੈ ਕੇ ਆਏ, ਆਪਾਂ ਹਾਈ ਯੀਲਡਿੰਗ ਵਰਾਇਟੀਜ਼ ਲੈ ਕੇ ਆਏ ਆਪਾਂ, ਠੀਕ ਹੈ। ਤਾਂ ਮਤਲਬ ਟੈਕਨੋਲੋਜੀ ਨੇ ਇੱਕ ਵਾਰੀ ਤਾਂ ਆਪਾਂ ਨੂੰ ਬਚਾ ਲਿਆ, ਠੀਕ ਹੈ, ਇੱਕ ਵਾਰੀ ਤਾਂ ਆਪਾਂ ਨੇ ਆਪਣੀ ਪ੍ਰੋਡਕਸ਼ਨ ਨੂੰ ਕਾਫੀ ਇੰਕਰੀਜ਼ ਕਰ ਲਿਆ ਇੱਕੋ ਦਮ, ਕਿਉਂਕਿ ਆਪਾਂ ਨੇ ਵਧੀਆ ਵਰਾਇਟੀਜ਼ ਲੈ ਕੇ ਆਏ, ਵਧੀਆ ਫਰਟੀਲਾਈਜ਼ਰ ਲੈ ਕੇ ਆਏ, ਇਰੀਗੇਸ਼ਨ ਫੈਸਿਲਿਟੀ ਵਧੀਆ ਹੋ ਗਈਆਂ, ਠੀਕ ਹੈ। ਤਾਂ ਆਪਾਂ ਨੇ ਕਾਫੀ ਕੁਝ ਅੱਛਾ ਕਰ ਲਿਆ ਜਿਹਦੇ ਨਾਲ ਆਪਣੀ ਪ੍ਰੋਡਕਸ਼ਨ ਇੱਕੋ ਦਮ ਇੰਕਰੀਜ਼ ਹੋਈ ਹੈ। ਬਟ ਹਲੇ ਵੀ ਇਸ ਥਿਓਰੀ ਤੋਂ ਆਪਾਂ ਬਿਲਕੁਲ ਨਕਾਰ ਨਹੀਂ ਸਕਦੇ। ਇਨ ਫਿਊਚਰ ਹਲੇ ਵੀ ਕੀ ਪਤਾ ਕੀ ਹੋ ਸਕਦਾ ਹੈਗਾ, ਠੀਕ ਹੈ। ਪੋਪੂਲੇਸ਼ਨ ਤਾਂ ਇੰਕਰੀਜ਼ ਹੋ ਹੀ ਰਹੀ ਹੈ ਬਟ ਲੈਂਡ ਇੰਕਰੀਜ਼ ਨਹੀਂ ਹੋ ਸਕਦੀ, ਠੀਕ ਹੈ, ਜਿੱਥੇ ਆਪਣੇ ਪ੍ਰੋਡਕਸ਼ਨ ਕਰਨੀ ਹੈ। ਤਾਂ ਇੱਕੋ ਹੀ ਸੋਲੂਸ਼ਨ ਹੈ ਇਹਦਾ ਅਗੇਨ ਵੀ ਟੈਕਨੋਲੋਜੀ ਦੇ ਵਿੱਚ ਕੋਈ ਹੋਰ ਇਹੋ ਜਿਹਾ ਕੋਈ ਚੇਂਜ ਆ ਜਾਏ ਜਿਹਦੇ ਨਾਲ ਆਪਣੀ ਪ੍ਰੋਡਕਸ਼ਨ ਹੋਰ ਐਕਸਪੋਨੈਂਸ਼ੀਅਲੀ ਇੰਕਰੀਜ਼ ਹੋ ਜਾਏ, ਠੀਕ ਹੈ। ਜਾਂ ਫਿਰ ਆਪਾਂ ਗੱਲ ਕਰੀਏ ਵੀ ਆਪਣੇ ਜਿਹੜੇ ਨਿਊਟਰੀਐਂਟਸ ਨੇਗੇ, ਆਪਾਂ ਗੱਲ ਕਰੀਏ ਫਰੂਟਸ ਵਗੈਰਾ ਦੀ, ਠੀਕ ਹੈ, ਤਾਂ ਇਹੋ ਜਿਹੇ ਕੋਈ ਸੁਪਰ ਫੂਡ ਆ ਜਾਣ ਵੀ ਆਪਾਂ ਨੂੰ ਘੱਟ ਖਾਣਾ ਖਾ ਕੇ ਵਧੀਆ એનર્ਜੀ ਮਿਲ ਜਾਏ, ਆਪਾਂ ਨੂੰ ਕੋਈ ਇਹੋ ਜਿਹੇ ਸੁਪਰ ਫੂਡ ਇਜਾਦ ਹੋ ਜਾਣ, ਇਨਵੈਂਟ ਹੋ ਜਾਣ, ਠੀਕ ਹੈ। ਤਾਂ ਇਹ ਇੱਕ ਨਵਾਂ ਸੋਲੂਸ਼ਨ ਹੋ ਸਕਦਾ ਹੈਗਾ, ਬਟ ਠੀਕ ਹੈ। ਬਟ ਸਟਿਲ ਕੁਐਸਚਨ ਦਾ ਆਨਸਰ ਕੀ ਆਊਗਾ ਜੀ ਕਿ ਮਾਲਥੂਸ ਦੇ, ਰੋਬਰਟ ਮਾਲਥੂਸ ਦੇ ਪੋਪੂਲੇਸ਼ਨ ਦੇ ਉੱਪਰ ਜਿਹੜੇ ਵਿਊਜ਼ ਨੇ ਉਹ ਪੈਸੀਮਿਸਟ ਵਿਊਜ਼ ਨੇ, ਠੀਕ ਹੈ, ਨਿਰਾਸ਼ਾਵਾਦੀ ਵਿਊਜ਼ ਨੇ ਕਿ ਪੋਪੂਲੇਸ਼ਨ ਗਲਤ ਹੈਗੀ ਹੈ ਸਾਡੇ ਵਾਸਤੇ ਫੂਡ ਪ੍ਰੋਡਕਸ਼ਨ ਵਾਸਤੇ, ਠੀਕ ਹੈ ਜੀ। ਇਹ ਆਨਸਰ ਆਏਗਾ। ਲਾਸਟ ਕੁਐਸਚਨ ਹੈ ਮੇਰੇ ਖਿਆਲ ਦੇ ਵਿੱਚ ਰਾਜੇ ਸਲਾਈਡ ਦਾ। ਤਾਂ ਟੂ ਬੀ ਬਰੇਵ, ਇਹ ਕੌਣ ਨੇ ਰਾਜੇ? ਇਹ KV ਕਮਾਤ ਸਾਹਿਬ ਨੇਗੇ, ਠੀਕ ਹੈ। ਕੌਣ ਨੇ ਇਹ? ਬਹੁਤ ਤਗੜੇ ਇਕਨੋਮਿਸਟ ਨੇ। ਈਵਨ ਜਿਹੜਾ ਬ੍ਰਿਕਸ ਬੈਂਕ ਹੈ, ਨਿਊ ਡਿਵੈਲਪਮੈਂਟ ਬੈਂਕ NDB, ਤਾਂ ਉਹਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਪਹਿਲੀ ਵਾਰੀ, ਠੀਕ ਹੈ, NDB ਦੇ। ਤਾਂ ਪਹਿਲੇ ਚੇਅਰਮੈਨ ਵੀ KV ਕਮਾਤ ਸੀ, ਇੰਡੀਅਨ ਨੇਗੇ ਬਟ ਬ੍ਰਿਕਸ ਬੈਂਕ ਦੇ ਪਹਿਲੇ ਚੇਅਰਮੈਨ ਸੀਗੇ। ਚਲੋ, ਤਾਂ ਇਹਨਾਂ ਨੇ ਇੱਕ ਸਟੇਟਮੈਂਟ ਆਈ ਸੀ ਰਾਜੇ ਪਿੱਛੇ ਜੇ, ਇਹ ਕਹਿੰਦੇ ਨੇ ਟੂ ਬੀ ਬਰੇਵ stretch fiscal deficit targets if need to be aid growth, if need to aid the growth, if need to aid growth, ਠੀਕ ਹੈ। ਤਾਂ ਕੀ ਕਹਿ ਰਿਹਾ ਜੀ ਇਹ? ਦੇਖੋ ਫਿਸਕਲ ਡੈਫੀਸਿਟ ਕੀ ਹੈ ਰਾਜੇ? ਫਿਸਕਲ ਡੈਫੀਸਿਟ ਆਪਾਂ ਨੇ ਪੜ੍ਹਿਆ ਸੀਗਾ ਵੀ ਜਿੰਨਾ ਅਸੀਂ ਖਰਚਾ ਜ਼ਿਆਦਾ ਕਰਦੇ ਹਾਂ, ਖਰਚਾ ਮਾਈਨਸ ਇਨਕਮ, ਐਕਸਪੈਂਡੀਚਰ ਮਾਈਨਸ ਇਨਕਮ ਇਜ਼ ਆਪਣਾ ਫਿਸਕਲ ਡੈਫੀਸਿਟ, ਇਹੀ ਸੀਗਾ, ਠੀਕ ਹੈ। ਤਾਂ ਜਿਹੜਾ KV ਕਮਾਲ ਸਾਹਿਬ ਨੇ, ਫਿਸਕਲ ਡੈਫੀਸਿਟ ਕਦੇ ਵੀ ਵਧੀਆ ਨਹੀਂ ਹੁੰਦਾ ਹੈਗਾ, ਆਪਾਂ ਕਹਿ ਰਹੇ ਹੁੰਦੇ ਹਾਂ, ਆਪਾਂ ਹਮੇਸ਼ਾ ਟਾਰਗੇਟ ਕਰਦੇ ਹਾਂ ਕਿ ਇਹਨੂੰ ਮਿਨੀਮਮ ਕੀਤਾ ਜਾਵੇ। ਬਟ ਕੋਵਿਡ ਤੋਂ ਬਾਅਦ ਆਪਾਂ ਦੇਖ ਪਾ ਰਹੇ ਹਾਂ ਕਿ ਫਿਸਕਲ ਡੈਫੀਸਿਟ ਕਾਫੀ ਇੰਕਰੀਜ਼ ਕਰ ਰਿਹਾ ਸੀਗਾ, ਠੀਕ ਹੈ। ਤਾਂ KV ਕਮਾਲ ਸਾਹਿਬ ਇਹੀ ਚੀਜ਼ ਕਹਿੰਦੇ ਨੇ ਵੀ ਤੁਸੀਂ ਫਿਸਕਲ ਡੈਫੀਸਿਟ ਦੀ ਟੈਨਸ਼ਨ ਨਾ ਲਓ, ਵੱਧ ਰਿਹਾ ਘੱਟ ਰਿਹਾ ਕੋਈ ਦਿੱਕਤ ਨਹੀਂ, ਤੁਸੀਂ ਖੁੱਲ੍ਹ ਕੇ ਖਰਚਾ ਕਰੋ। ਤੁਸੀਂ ਇਹ ਫਿਸਕਲ ਡੈਫੀਸਿਟ ਜਿਹੜੇ ਟਾਰਗੇਟ ਰੱਖੇ ਹੋਏ ਨੇ, ਪਹਿਲਾਂ ਆਪਾਂ ਨੇ 3.5% ਦਾ ਟਾਰਗੇਟ ਰੱਖਿਆ ਹੋਇਆ ਸੀਗਾ, ਤੁਸੀਂ ਕਹਿੰਦੇ ਇਹਨੂੰ ਸਟ੍ਰੈਚ ਕਰੋ, ਹੋਰ ਵੱਧ ਕਰੋ, 6 ਕਰੋ, 10 ਕਰੋ, ਜਿੰਨਾ ਮਰਜ਼ੀ ਕਰੋ, ਕੋਈ ਦਿੱਕਤ ਨਹੀਂ। ਯਾਨੀ ਕਿ ਫਿਸਕਲ ਡੈਫੀਸਿਟ ਇੰਕਰੀਜ਼ ਕਰਨ ਦਾ ਮਤਲਬ ਕੀ ਹੋਇਆ ਵੀ ਐਕਸਪੈਂਡੀਚਰ ਇੰਕਰੀਜ਼ ਕਰੋ। ਕਿਉਂ ਕਰ ਰਹੇ ਐਕਸਪੈਂਡੀਚਰ ਇੰਕਰੀਜ਼? ਤਾਂ ਕਿ ਲੋਕਾਂ ਕੋਲੇ ਪੈਸਾ ਚੱਲ ਜੇ। ਦੇਖੋ ਕੋਵਿਡ ਦੇ ਟਾਈਮ ਦੇ ਵਿੱਚ ਲੋਕਾਂ ਕੋਲੇ ਪੈਸਾ ਨਹੀਂ ਹੈਗਾ, ਲੋਕਾਂ ਕੋਲੇ ਪੈਸਾ ਖਰਚਣ ਨੂੰ ਨਹੀਂ ਹੈਗਾ। ਤੁਹਾਡੇ ਯਾਦ ਹੋਵੇ ਜਦੋਂ ਫਸਟ ਲੋਕਡਾਊਨ ਲੱਗਿਆ ਸੀਗਾ ਤਾਂ ਜਿਹੜੀਆਂ ਗਰਲਸ ਸੀਗੀਆਂ, ਲੜਕੀਆਂ ਦੇ ਅਕਾਊਂਟ ਦੇ ਵਿੱਚ ਹਰ ਮਹੀਨੇ 500 ਰੁਪੀਜ਼ ਆ ਰਹੇ ਸੀਗੇ, ਠੀਕ ਹੈ, ਵਿਦਆਊਟ ਐਨੀ, ਮਤਲਬ ਕੋਈ ਇੱਦਾਂ ਨਹੀਂ ਵੀ ਕੋਈ ਕਿਸੇ ਖਾਸ ਲੋਕਾਂ ਕੋਲੇ, ਕਿਸੇ ਖਾਸ ਇਕਨੋਮੀ ਦੇ ਵਰਗ ਕੋਲੇ, ਜਿਨ੍ਹਾਂ ਕੋਲੇ ਜਨਧਨ ਅਕਾਊਂਟ ਸੀਗੇ, ਠੀਕ ਹੈ। ਤਾਂ ਉਹਨਾਂ ਲੜਕੀਆਂ ਦੇ ਅਕਾਊਂਟ ਦੇ ਵਿੱਚ ਹਰ ਮਹੀਨੇ 500 ਰੁਪਏ ਆ ਰਿਹਾ ਸੀ, ਐਟਲੀਸਟ 3-4 ਮਹੀਨੇ 500 ਰੁਪਏ ਆਇਆ ਮੇਰੇ ਖਿਆਲ ਦੇ ਵਿੱਚ, ਠੀਕ ਹੈ। ਤਾਂ ਉਹ ਕੀ ਸੀ ਬੇਸਿਕਲੀ? ਉਹ ਸਰਕਾਰ ਲੋਕਾਂ ਦੇ ਹੱਥ ਦੇ ਵਿੱਚ ਪੈਸਾ ਦੇ ਰਹੀ ਸੀਗੀ, ਲੋਕਾਂ ਦੇ ਹੱਥ ਦੇ ਵਿੱਚ ਪੈਸਾ ਦੇ ਰਹੀ ਸੀ ਤਾਂ ਕਿ ਲੋਕ ਇਸ ਪੈਸੇ ਨੂੰ ਖਰਚ ਕਰ ਸਕਣ, ਠੀਕ ਹੈ। ਆਪਾਂ ਹਮੇਸ਼ਾ ਦੇਖਦੇ ਹਾਂ ਬੱਚੇ, ਇਕਨੋਮੀ ਦੇ ਵਿੱਚ, ਕਿਸੇ ਵੀ ਇਕਨੋਮਿਕ ਸੈਕਟਰ ਦੇ ਵਿੱਚ ਜਦੋਂ ਪੈਸਾ ਖਰਚਿਆ ਜਾਊਗਾ, ਜਦੋਂ ਕੰਜ਼ੰਪਸ਼ਨ ਹੋਊਗੀ, ਜਦੋਂ ਐਕਸਪੈਂਡੀਚਰ ਹੋਊਗਾ, ਉਦੋਂ ਹੀ ਚੀਜ਼ਾਂ ਗਰੋ ਕਰਨਗੀਆਂ। ਕਿਉਂਕਿ ਜੇ ਲੋਕ ਕੰਜ਼ੰਪਸ਼ਨ ਕਰਨਗੇ ਫਿਰ ਹੀ ਤਾਂ ਦੁਕਾਨਾਂ 'ਤੇ ਸੇਲ ਹੋਊਗੀ, ਜੇ ਦੁਕਾਨਾਂ 'ਤੇ ਸੇਲ ਹੋਊਗੀ ਫਿਰ ਹੀ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਹੋਊਗੀ, ਜੇ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਹੋਈ ਫਿਰ ਹੀ ਜਿਹੜੇ ਉੱਥੇ ਲੇਬਰਰਸ ਨੇ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਕੰਜ਼ਿਊਮਰ ਦਾ ਖਰੀਦਣਾ ਬਹੁਤ ਜ਼ਰੂਰੀ ਹੈ। ਕੰਜ਼ਿਊਮਰ ਤਾਂ ਹੀ ਖਰੀਦ ਪਾਊ ਜਿਹਦੇ ਕੋਲ ਪੈਸਾ ਹੋਊਗਾ, ਠੀਕ ਹੈ। ਤਾਂ
ਕਦੇ ਵੀ ਜਦੋਂ ਲੋਕਾਂ ਕੋਲੇ ਪੈਸਾ ਨਹੀਂ ਹੁੰਦਾ, ਜਦੋਂ ਆਰਥਿਕ ਮੰਦੀ ਦਾ ਦੌਰ ਹੁੰਦਾ ਹੈ, ਜਿਵੇਂ ਆਪਾਂ ਅੱਜ ਕੱਲ੍ਹ ਕੋਵਿਡ ਦੀ ਗੱਲ ਕਰੀਏ, ਕੋਵਿਡ ਕਰਕੇ ਆਰਥਿਕ ਮੰਦੀ ਹੈ ਤਾਂ ਲੋਕਾਂ ਕੋਲੇ ਪੈਸਾ ਹੀ ਨਹੀਂ ਹੈਗਾ ਖਰਚਣ ਨੂੰ। ਤਾਂ ਜਦੋਂ ਲੋਕਾਂ ਕੋਲੇ ਪੈਸਾ ਨਹੀਂ ਹੁੰਦਾ ਉਦੋਂ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਸਰਕਾਰ ਵੱਧੋ ਵੱਧ ਖਰਚਾ ਕਰੇ। ਸਮਝ ਪਾ ਰਹੇ ਹੋ ਇਸ ਚੀਜ਼ ਨੂੰ? ਦੇਖੋ ਇਕਨੋਮੀ ਦੇ ਵਿੱਚ ਖਰਚਾ ਕਰਨਾ ਜ਼ਰੂਰੀ ਹੈ। ਜੇ ਖਰਚਾ ਹੋਊਗਾ ਫਿਰ ਹੀ ਸਮਾਨ ਵਿਕੂ, ਫਿਰ ਹੀ ਫੈਕਟਰੀਜ਼ ਕੰਮ ਚੱਲੂਗਾ, ਠੀਕ ਹੈ। ਤਾਂ ਖਰਚਾ ਤਾਂ ਜ਼ਰੂਰੀ ਹੈ, ਇਹ ਆਪਾਂ ਨੂੰ ਸਮਝ ਆਉਂਦਾ ਹੈ। ਹੁਣ ਖਰਚਾ ਕੌਣ ਕੌਣ ਕਰ ਸਕਦਾ ਹੈ? ਆਪਾਂ ਨੇ ਜਦੋਂ ਕੰਜ਼ੰਪਸ਼ਨ ਮੈਥਡ ਦੇਖਿਆ ਸੀਗਾ, ਆਪਣੇ ਦੇਖਿਆ ਸੀ ਸਰਕਾਰ ਖਰਚਾ ਕਰਦੀ ਹੈ, ਗਵਰਨਮੈਂਟ ਦਾ ਐਕਸਪੈਂਡੀਚਰ ਕੀ ਹੈ, ਪ੍ਰਾਈਵੇਟ ਲੋਕਾਂ ਦਾ ਐਕਸਪੈਂਡੀਚਰ ਕੀ ਹੈਗਾ, ਠੀਕ ਹੈ। ਤਾਂ ਦੋ ਮੇਨ ਵੱਡੇ ਕੰਜ਼ਿਊਮਰ ਨੇ ਆਪਣੀ, ਸਰਕਾਰ ਤੇ ਪ੍ਰਾਈਵੇਟ ਬੰਦੇ, ਠੀਕ ਹੈ। ਹੁਣ ਜਦੋਂ ਪ੍ਰਾਈਵੇਟ ਬੰਦਿਆਂ ਕੋਲੇ ਪੈਸਾ ਨਹੀਂ ਖਰਚਣ ਨੂੰ ਹੈਗਾ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਹ ਆਪਣਾ ਐਕਸਪੈਂਡੀਚਰ ਪਹਿਲਾਂ ਨਾਲੋਂ ਵੀ ਜ਼ਿਆਦਾ ਇੰਕਰੀਜ਼ ਕਰਨ, ਠੀਕ ਹੈ। ਹਾਲਾਂਕਿ ਇਹਦੇ ਨਾਲ ਫਿਸਕਲ ਡੈਫੀਸਿਟ ਵਧੂਗਾ, ਬਟ ਟੈਨਸ਼ਨ ਨਹੀਂ ਲੈਣੀ ਆਪਾਂ ਨੇ। ਫਿਸਕਲ ਡੈਫੀਸਿਟ ਵਧਣੀ ਟੈਨਸ਼ਨ ਲੈਣੀ, ਜੋ ਨੀਡ ਆਫ ਦਾ ਆਰ ਹੈਗੀ ਹੈ ਉਹ ਇਹ ਹੈਗੀ ਵੀ ਤੁਸੀਂ ਆਪਣਾ ਐਕਸਪੈਂਡੀਚਰ ਵੱਧੋ ਵੱਧ ਇੰਕਰੀਜ਼ ਕਰੋ ਤਾਂ ਕਿ ਇਕਨੋਮੀ ਦੇ ਵਿੱਚ ਮਨੀ ਸਪਲਾਈ ਇੰਕਰੀਜ਼ ਹੋਵੇ, ਠੀਕ ਹੈ। ਮਨੀ ਸਪਲਾਈ ਆਪਾਂ ਹਮੇਸ਼ਾ ਪੜ੍ਹਦੇ ਆ ਰਹੇ ਹਾਂ ਚੀਜ਼ਾਂ ਨੂੰ ਕਿ ਮਾਰਕੀਟ ਦੇ ਵਿੱਚ ਮਨੀ ਸਪਲਾਈ ਇੰਕਰੀਜ਼ ਹੋਵੇ, ਤਾਂ ਜਦੋਂ ਮਨੀ ਸਪਲਾਈ ਇੰਕਰੀਜ਼ ਹੋਊਗੀ ਫਿਰ ਹੀ ਲੋਕਾਂ ਕੋਲੇ ਜਿਹੜਾ ਕੀ ਹੱਥਾਂ ਦੇ ਵਿੱਚ ਪੈਸਾ ਜਾਊਗਾ ਔਰ ਲੋਕ ਅੱਗੇ ਫਿਰ ਹੋਰ ਕੰਜ਼ੰਪਸ਼ਨ ਕਰਨਗੇ, ਠੀਕ ਹੈ ਜੀ। ਤਾਂ ਇਹ ਜਿਹੜੀ ਫਿਲੋਸਫੀ ਹੈਗੀ ਹੈ, ਇਹ ਜਿਹੜੀ ਥਿਓਰੀ ਹੈਗੀ ਹੈ, ਇਹ ਜਿਹੜੀ ਇਕਨੋਮਿਕਸ ਹੈ, ਇਹਨੂੰ ਆਪਾਂ ਇੱਕ ਖਾਸ ਟਰਮ ਦਿੰਦੇ ਹਾਂ ਰਾਜੇ, ਉਹਨੂੰ ਦਿੰਦੇ ਆਪਾਂ ਕੇਨੇਸ਼ੀਅਨ ਇਕਨੋਮਿਕਸ। ਬਹੁਤ ਬਹੁਤ ਇੰਪੋਰਟੈਂਟ ਚੀਜ਼ ਹੈ ਜੀ। ਆਪਣੇ ਇੱਕ ਇਕਨੋਮਿਸਟ ਹੋਏ ਨੇ ਜੀ ਜੌਨ ਮੇਨਾਰਡ ਕੀਨਜ਼, ਠੀਕ ਹੈ। ਇਹ ਇਕਨੋਮਿਸਟ ਨੇ, ਇਹਨਾਂ ਨੇ ਹੀ ਇਹ ਥਿਓਰੀ ਦਿੱਤੀ ਹੈਗੀ ਹੈ ਵੀ ਜਦੋਂ ਵੀ ਆਰਥਿਕ ਮੰਦੀ ਹੁੰਦੀ ਹੈ ਆਪਣੇ ਸੋਸਾਇਟੀ, ਆਪਣੀ ਇਕਨੋਮੀ ਦੇ ਵਿੱਚ, ਤਾਂ ਉਸ ਟਾਈਮ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਆਪਣਾ ਵੱਧੋ ਵੱਧ ਖਰਚਾ ਕਰੇ, ਠੀਕ ਹੈ। ਸਰਕਾਰ ਬਿਲਡਿੰਗਸ ਬਣਾਵੇ, ਸਰਕਾਰ ਪੁਲ ਬਣਾਵੇ, ਸਰਕਾਰ ਫਲਾਈਓਵਰਸ ਬਣਾਵੇ, ਸਰਕਾਰ 10 ਤਰ੍ਹਾਂ ਦੀਆਂ ਚੀਜ਼ਾਂ ਬਣਾਵੇ ਜਿਹਦੇ ਨਾਲ ਕਿ ਸਰਕਾਰ ਦਾ ਖਰਚਾ ਹੋ ਰਿਹਾ ਔਰ ਇਕਨੋਮੀ ਦੇ ਵਿੱਚ ਮਨੀ ਸਪਲਾਈ ਇੰਕਰੀਜ਼ ਹੋ ਰਹੀ ਹੈ। ਜਿਵੇਂ ਭਾਰਤਮਾਲਾ ਵਾਲਾ ਪ੍ਰੋਜੈਕਟ ਕਹਿ ਸਕਦੇ ਹਾਂ ਆਪਾਂ, ਠੀਕ ਹੈ, ਸਾਗਰਮਾਲਾ ਦਾ ਪ੍ਰੋਜੈਕਟ ਕਹਿ ਰਹੇ ਹਾਂ, ਇਹਦੇ ਨਾਲ ਕੀ ਹੋ ਰਿਹਾ, ਸਰਕਾਰ ਖਰਚਾ ਕਰ ਰਹੀ ਹੈਗੀ ਹੈ, ਠੀਕ ਹੈ। ਤਾਂ ਇਹ ਵੀ ਕੀ ਹੈ, ਇੱਕ ਕੇਨੇਸ਼ੀਅਨ ਇਕਨੋਮਿਕਸ ਹੈ ਵੀ ਜਿਹਦੇ ਨਾਲ ਸਰਕਾਰ ਖਰਚਾ ਜ਼ਿਆਦਾ ਤੋਂ ਜ਼ਿਆਦਾ ਕਰਕੇ ਮਾਰਕੀਟ ਦੇ ਵਿੱਚ ਪੈਸਾ ਦੇ ਕੇ ਆ ਰਹੀ ਹੈ ਤਾਂ ਕਿ ਜਿਹੜੀ ਮੰਦੀ ਆਈ ਹੋਈ ਹੈ, ਰਿਸੈਸ਼ਨ ਜਿਹੜਾ ਆਇਆ ਹੋਇਆ, ਉਹ ਦੁਬਾਰਾ ਫਿਰ ਹੁਣ ਬੂਮ ਕਰ ਜੇ, ਠੀਕ ਹੈ, ਦੁਬਾਰਾ ਫਿਰ ਆਪਣੀ ਇਕਨੋਮੀ ਗਰੋ ਕਰੇ, ਰਿਸੈਸ਼ਨ ਦੇ ਵਿੱਚ ਨਾ ਰਹੇ ਆਪਾਂ, ਠੀਕ ਹੈ। ਤਾਂ ਸਰਕਾਰ ਦੀ ਡਿਊਟੀ ਬਣਦੀ ਕਿ ਪੈਸਾ ਖਰਚ ਕਰਕੇ ਆਪਾਂ ਨੂੰ ਰਿਸੈਸ਼ਨ ਤੋਂ ਬਾਹਰ ਕੱਢੇ, ਠੀਕ ਹੈ। ਤਾਂ ਇਹਨੂੰ ਆਪਾਂ ਕਹਿੰਦੇ ਜੀ ਕੇਨੇਸ਼ੀਅਨ ਇਕਨੋਮਿਕਸ, ਠੀਕ ਹੈ ਬੱਚੇ। ਇੱਕ ਵਾਰੀ ਤੁਸੀਂ ਇਹ ਵੀਡੀਓ ਨੂੰ ਪਲੀਜ਼ ਦੁਬਾਰਾ ਫਿਰ ਦੇਖ ਲਓ। ਦੇਖੋ ਆਪਾਂ ਨੇ ਕਾਫੀ ਇੰਪੋਰਟੈਂਟ ਟੌਪਿਕਸ ਇਹਦੇ ਵਿੱਚ ਡਿਸਕਸ ਕੀਤੇ ਨੇਗੇ, ਠੀਕ ਹੈ। ਅਦਰਵਾਈਜ਼ ਅਗਰ ਆਪਾਂ MCQ ਨਾਲ ਨਾ ਕਰਦੇ, ਚੈਪਟਰ ਵਾਈਜ਼ ਕਰਦੇ, ਤਾਂ ਹੋ ਸਕਦਾ ਇਹਦੇ 3 ਘੰਟਿਆਂ ਦਾ ਸੈਸ਼ਨ ਬਣ ਜਾਂਦਾ ਬੱਚੇ, ਠੀਕ ਹੈ। ਬਟ ਕਿਉਂਕਿ ਆਪਾਂ ਨੇ MCQ ਥਰੂ ਕੀਤਾ ਤਾਂ ਨਾਲ ਤਾਂ ਟੌਪਿਕਸ ਬਹੁਤ ਜ਼ਿਆਦਾ ਕਵਰ ਹੋ ਗਏ, ਨਾਲੇ ਟਾਈਮ ਘੱਟ ਲੱਗਿਆ ਆਪਣਾ, ਠੀਕ ਹੈ ਜੀ। ਤਾਂ ਰਾਜੀ ਇੱਕ ਵਾਰੀ ਵੀਡੀਓ ਪਲੀਜ਼ ਦੁਬਾਰਾ 2x ਜ਼ਰੂਰ ਦੇਖ ਲੈਣਾ, ਠੀਕ ਹੈ ਜੀ। ਚਲੋ ਰਾਜੀ ਇਹ ਆਪਣਾ ਇਕਨੋਮਿਕਸ ਦਾ ਲਾਸਟ ਸੈਸ਼ਨ ਸੀਗਾ, ਤਾਂ ਆਲਮੋਸਟ ਹਰ ਚੀਜ਼ ਆਪਾਂ ਨੇ ਕਵਰ ਕਰ ਲਈ ਹੈਗੀ, ਠੀਕ ਹੈ। ਤਾਂ ਬਾਕੀ ਠੀਕ ਹੈ, ਬਾਕੀ ਤਾਂ ਰਿਵੀਜ਼ਨ ਹੈ ਬੱਚੇ, ਬਾਕੀ ਕੁਐਸਚਨ ਸੋਲਵਿੰਗ ਹੈ ਜਿੰਨੀ ਕਰ ਲਓਗੇ, ਠੀਕ ਹੈ। ਚਲੋ ਠੀਕ ਹੈ ਬੱਚੇ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ, ਟੇਕ ਕੇਅਰ।